शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:14 ਹੋਏ ਨੇ। 8 ਮਾਰਚ ਦਾ ਦਿਨ ਹੈ, ਵਰਾ 2021 ਦਾ ਸੋਮਵਾਰ ਹੈ, 25 ਫੱਗਣ ਨਾਨਕ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦਾ ਸ਼ੋਅ ਬਹੁਤ ਬਿਜ਼ੀ ਕਹਿ ਦਈਏ, ਬਿਜ਼ੀ ਹੋਈ ਹੈ। ਪਹਿਲੇ ਹਿੱਸੇ 'ਚ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਸੰਗੀਤਾ ਹੋਰਾਂ ਦੇ ਨਾਲ ਮੈਂ ਗੱਲਬਾਤ ਕਰਾਂਗਾ। ਸੰਗੀਤਾ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇੱਕ ਸੈਮੀਨਾਰ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਨੌਦੀਪ ਕੌਰ ਉਹਨੇ ਵੀ ਪਹੁੰਚੇ ਹੋਏ ਸੀ, ਅਤੇ ਉਹਨਾਂ ਨੂੰ ਅਖਿਲ ਭਾਰਤੀ ਜਿਹੜਾ ਵਿਦਿਆਰਥੀ ਪ੍ਰੀਸ਼ਦ ਹੈ, ABVP ਜਿਹੜਾ ਭਾਜਪਾ ਦਾ ਹੈ, ਉਹਨਾਂ ਨੇ ਧਿੰਗੋ ਜ਼ੋਰੀ ਕੀਤੀ, ਕੱਪੜੇ ਪਾੜਨ ਤੱਕ ਗੱਲ ਕੀਤੀ। ਸੰਗੀਤਾ ਹੋਰਾਂ ਨਾਲ ਗੱਲਬਾਤ ਕਰਾਂਗੇ ਐਗਜ਼ੈਕਟਲੀ ਹੋਇਆ ਕੀ। ਇਹ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਸਿੰਬੋਲਿਕ ਹੈ, ਗੱਲਾਂ ਨੇ ਜਾਂ ਦਿਲੋਂ ਸਤਿਕਾਰ ਹੈ। ਬਹੁਤ ਗੱਲਾਂ ਚੱਲਣੀਆਂ ਨੇ, ਰੇਡੀਓ 'ਤੇ ਵੀ ਸਾਰਾ ਦਿਨ ਚੱਲਣੀਆਂ ਨੇ। ਮਰਦ ਕਹਿੰਦਾ ਮੈਂ ਇਸਤਰੀ ਦਾ ਸਤਿਕਾਰ ਕਰਦਾ। ਜੇ ਇਸਤਰੀ ਦਾ ਸਤਿਕਾਰ ਹੈ ਉਹ ਘਰੋਂ ਸ਼ੁਰੂ ਹੋਣਾ। ਕੀ ਘਰ ਦੇ ਵਿੱਚ ਸਤਿਕਾਰ ਹੈ ਇਸਤਰੀ ਦਾ, ਜਾਂ ਫਿਰ ਉਸ ਨੂੰ ਅਸੀਂ ਕਿਵੇਂ ਜ਼ਿੰਦਗੀ ਦੇ ਵਿੱਚ ਰੱਖਿਆ ਵੀ ਜਦ ਜੀ ਕੀਤਾ ਗੱਲਾਂ ਕਰ ਲਈਆਂ, ਜਦ ਜੀ ਕੀਤਾ ਬਾਂਹ ਫੜ ਕੇ ਕਿਹਾ ਵੀ ਚੱਲ ਬਾਹਰ। ਜ਼ਿੰਦਗੀ ਦੇ 30-30 40-40 ਸਾਲ ਜਿਨ੍ਹਾਂ ਇਸਤਰੀਆਂ ਦਿੱਤੇ ਨੇ, ਉਹਨਾਂ ਦਾ ਹਸ਼ਰ ਕੀ ਹੈ। ਅਤੇ ਉਹ ਮਰਦ ਅੱਜ ਆਪਾਂ ਕਹਿ ਰਹੇ ਨੇ ਵੀ ਅਸੀਂ ਸਤਿਕਾਰ ਦਿੰਦੇ ਹਾਂ, ਇਹ ਗੱਲ ਮੂਲੋਂ ਹੀ ਝੂਠੀ ਆ। ਸਤਿਕਾਰ ਆ ਜਿਹੜਾ ਘਰੋਂ ਸ਼ੁਰੂ ਹੋਊਗਾ। ਜੇ ਸਤਿਕਾਰ ਘਰ 'ਚ ਧੀ ਅਤੇ ਭੈਣ ਦਾ ਅਤੇ ਸਰਦਾਰਨੀ ਦਾ ਹੈ ਨਹੀਂ, ਫਿਰ ਗੱਲਾਂ ਨੇ। ਇਸ 'ਤੇ ਗੱਲਬਾਤ ਕਰਾਂਗੇ। ਸਹੀ ਜੀ ਗੱਲ। ਨਾਲ ਹੀ ਦੂਜੇ ਹਿੱਸੇ 'ਚ 10:10 'ਤੇ ਸਰਦਾਰ ਅਜੇਪਾਲ ਸਿੰਘ ਬਰਾੜ ਆਉਣਗੇ, ਜਿਹੜੇ ਉੱਘੇ ਭੂ ਰਾਜਨੀਤਿਕ ਵਿਗਿਆਨੀ ਨੇ, ਸੋਚ ਰੱਖਦੇ ਨੇ। ਪਿਛਲੇ ਦਿਨੀ ਜਿਹੜਾ ਸੰਘਰਸ਼ ਦਾ ਹੁਣ ਮੁਹਾਨ ਕਿੱਧਰ ਨੂੰ ਆ, ਅਤੇ ਪਿਛਲੇ ਦਿਨੀ ਚੀਨ ਦੇ ਨਾਲ ਕੁਝ ਸੰਧੀਆਂ ਭਾਰਤ ਨੇ ਕੀਤੀਆਂ। ਉਹ ਕਿਹੜੀਆਂ ਨੇ? ਚੀਨ ਦਾ ਇੰਟਰਸਟ ਕੀ ਹੈ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਲਈ? ਇਸ 'ਤੇ ਗੱਲਬਾਤ ਹੋਏਗੀ। 604-204-0604-604-0600 ਔਨ ਏਅਰ ਨੰਬਰ ਹੈ। 604-729-1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ, ਜਿੱਥੇ ਤੁਸੀਂ ਮੈਨੂੰ ਕੋਈ ਸੁਨੇਹਾ ਭੇਜਣਾ ਚਾਹੋ ਸ਼ੋਅ ਦੇ ਲਈ। ਭਾਈਚਾਰੇ ਦੇ ਵਿੱਚ ਕੋਈ ਮੁਸ਼ਕਲ ਹੋਵੇ ਜਿਹਦੇ ਬਾਰੇ ਤੁਸੀਂ ਮੇਰਾ ਧਿਆਨ ਦਿਵਾਉਣਾ ਚਾਹੁੰਦੇ ਹੋਵੋ ਤਾਂ ਧੰਨਵਾਦ ਹੈ। 604-729-1224। ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਹੈ। ਕੁੜੀਆਂ ਕੇਸ ਬਹਾਉਂਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ। ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲੱਗਦਾ ਰੱਬ ਤੋਂ ਮੰਗੀਆਂ ਨੇ। ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਹੈ। ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ ਕੇ ਪੀਂਦੀ ਹੈ। ਨਹੀਂ ਥੋੜੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੜੀਂਦੀ ਹੈ। ਇਹ ਫੱਗਣ ਦੇ ਗਲ ਪੱਤਿਆਂ ਦੇ ਹਾਰ ਹਮੇਲਾਂ ਵਰਗੀਆਂ ਨੇ, ਜਾਂ ਆਲੀਆਂ ਭੋਲੀਆਂ ਉਮਰਾਂ ਦੇ ਵਿਸਰੇ ਖੇਲਾਂ ਵਰਗੀਆਂ ਨੇ। ਇਹ ਧੂੜਾਂ ਬਾਵਰੀਆਂ ਹੋਈਆਂ ਕਿੱਥੇ ਕੁ ਜਾ ਕੇ ਬਹਿਣਾ ਹੈ। ਸੰਧੂਰੀ ਟਿੱਬਿਆਂ ਦਾ ਝਾਕਾ ਹਵਾ ਵਿੱਚ ਤਰਦਾ ਰਹਿਣਾ ਹੈ। ਇਹ ਕੁੜੀਆਂ ਕੰਸਾਂ ਪੂੰਝਦੀਆਂ ਤੇ ਸੁੱਚੇ ਸੋਹਜ ਦਾ ਚਸ਼ਮਾ ਨੇ। ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ। ਕਿ ਦਿਲ ਵਿੱਚ ਹੌਲ ਜਾ ਪੈਂਦਾ ਹੈ, ਬਾਪੂ ਚੁੱਪ ਰਹਿੰਦਾ ਹੈ। ਦੁਨੀ ਦੇ ਬਾਗ 'ਚ ਵਸਦੇ ਨੂੰ ਕੁੜੇ ਕੀ ਹੋ ਗਿਆ ਹੱਸਦੇ ਨੂੰ। ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ ਹੈ। ਕੁੜੀਆਂ ਕੇਸ ਬਹਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ। ਇਹ ਸੂਹੀ ਪੱਗ ਦੇ ਚਾਨਣ ਨੂੰ ਜਦੋਂ ਖਾਬਾਂ ਵਿੱਚ ਸੇਕਦੀਆਂ, ਤਾਂ ਮਾਂ ਦੇ ਵਿਹੜੇ ਵਾਲੇ ਲੀੜੇ ਉਦੋਂ ਪਾ ਵੇਖਦੀਆਂ। ਇਹਨਾਂ ਦੇ ਵੀਰਾ ਨਹੀਂ ਹੋਇਆ ਸਿਰਾਂ ਤੇ ਚੀਰਾ ਨਹੀਂ ਹੋਇਆ। ਇਹ ਜਿਹੜੇ ਤਾਰੇ ਜਗਦੇ ਨੇ, ਇਹਨਾਂ ਨੂੰ ਵੀਰੇ ਲੱਗਦੇ ਨੇ। ਇਹਨਾਂ ਦੇ ਪੈਰ ਭੰਭੀਰੀਆਂ ਨੇ, ਇਹ ਕੰਮੀ ਧੰਦੀ ਰੁੱਝੀਆਂ ਨੇ। ਇਹ ਖੁੱਲੀ ਗੰਢ ਦੇ ਵਰਗੀਆਂ ਨੇ ਤੇ ਫਿਰ ਵੀ ਕਾਹਤੋਂ ਗੁੱਝੀਆਂ ਨੇ। ਇਹਨਾਂ ਨੂੰ ਖਾਧਾ ਪਚਦਾ ਹੈ। ਇਹ ਸੋਹਲੇ ਰੱਬ ਦੇ ਗਾਉਂਦੀਆਂ ਨੇ। ਇਹ ਰੱਬ ਦੇ ਇਹ ਰਾਹ ਦੇ ਕੱਖਾਂ ਕੰਡਿਆਂ ਨੂੰ ਸਿਰ ਦਾ ਤਾਜ ਬਣਾਉਂਦੀਆਂ ਨੇ। ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨਹੀਂ। ਇਹਨਾਂ ਨੇ ਵਰਕੇ ਪਲਟੇ ਨਹੀਂ ਤੇ ਹੱਥਾਂ ਵਿੱਚ ਕਲਮਾਂ ਫੜੀਆਂ ਨਹੀਂ। ਇਹਨਾਂ ਨੇ ਚੁੱਲ੍ਹੇ ਡਾਉਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ। ਇਹ ਗੁੱਡੀਆਂ ਆਪ ਤਾਂ ਪੜੀਆਂ ਨਹੀਂ, ਇਹਨਾਂ ਨੇ ਪੁੱਤ ਪੜਾਉਣੇ ਨੇ। ਦਿਲਾਂ ਦੇ ਦਰਦ ਪਛਾਣਦੀਆਂ ਧੀਆਂ ਬਿਨ ਕਿੱਥੇ ਸਰਦਾ ਹੈ। ਕੁੜੀਆਂ ਕੇਸ ਬਹਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ। ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਹੈ। ਕੁੜੀਆਂ ਕੇਸ ਬਹਾਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਹੈ। ਹਰਮਨਜੀਤ ਲਿਖਦਾ ਹੈ। ਮੇਰੇ ਨਾਲ ਹੁਣ ਨਵਕਿਰਨ ਸਿੰਘ ਪੱਤੀ ਨੇ। ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਧੰਨਵਾਦ ਜੀ। ਸਭ ਤੋਂ ਪਹਿਲਾਂ ਵਧਾਈਆਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ। ਕੋਸ਼ਿਸ਼ ਕਰੀਏ ਸਮਾਜ ਦੇ ਵਿੱਚ ਸਤਿਕਾਰ ਇਸਤਰੀ ਨੂੰ ਮਿਲੇ, ਆਪ ਸਤਿਕਾਰ ਘਰੋਂ ਦਈਏ ਤੇ ਬਾਰਡਰ ਤੇ ਚੱਲੀਏ। ਉੱਥੇ ਕਹਿੰਦੇ ਮਹਿਲਾ ਦਿਵਸ ਵਧੀਆ ਤਰੀਕੇ ਨਾਲ ਮਨਾਇਆ ਗਿਆ। ਉਹਦੀ ਰੂਪ ਰੇਖਾ ਕੀ ਸੀ? ਜੀ ਗਿੱਲ ਸਾਹਿਬ, ਵਾਕਈ ਜਿਹੜਾ ਕੌਮਾਂਤਰੀ ਔਰਤ ਦਿਵਸ ਆ, ਕੌਮਾਂਤਰੀ ਮਹਿਲਾ ਦਿਵਸ ਆ,
ਉਹ ਪ੍ਰੈਕਟੀਕਲੀ ਮਨਾਇਆ ਗਿਆ ਦਿੱਲੀ ਦੇ ਬਾਰਡਰਾਂ ਦੇ ਉੱਤੇ। ਦਿੱਲੀ ਦਾ ਚਾਹੇ ਉਹ ਸਿੰਘੂ ਬਾਰਡਰ ਹੋਵੇ, ਚਾਹੇ ਟਿਕਰੀ ਬਾਰਡਰ ਹੋਵੇ, ਚਾਹੇ ਬਹਾਦਰਗੜ੍ਹ ਦਾ ਜਿੱਥੇ ਕਿਸਾਨ ਮੋਰਚਾ ਭਾਰਤੀ ਕਿਸਾਨ ਗਰਾਹਾਂ ਦਾ ਅਲੱਗ ਰੂਪ ਦੇ ਵਿੱਚ ਚੱਲ ਰਿਹਾ, ਚਾਹੇ ਗਾਜ਼ੀਪੁਰ ਵਾਲਾ ਬਾਰਡਰ ਹੋਵੇ, ਹਰ ਥਾਂ ਦੇ ਉੱਤੇ ਜਿਹੜਾ ਕਿਸਾਨ ਮੋਰਚੇ ਦੇ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਗਿਆ। ਸਟੇਜ ਵੀ ਔਰਤਾਂ ਨੇ ਚਲਾਈ, ਵਲੰਟੀਅਰ ਵੀ ਔਰਤ ਬਣੀਆਂ, ਬੁਲਾਰੇ ਵੀ ਔਰਤਾਂ ਬੋਲੀਆਂ, ਬੋਲੂ ਕੌਣ ਤੈਅ ਕਰਨ ਵਾਲੀ ਪੂਰੀ ਟੀਮ ਔਰਤਾਂ ਦੀ ਸੀ। ਚੌਂ ਪਾਸੇ ਸਾਰਾ ਜਿਹੜਾ ਸੰਚਾਲਨ ਸੀ ਉਹ ਔਰਤਾਂ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਸੀਗਾ। ਔਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਚੌਂ ਪਾਸਿਓਂ ਦਿੱਲੀ ਨੂੰ ਘੇਰ ਕੇ ਉਹ ਵਿਰਾਂਗਣਾ, ਉਹ ਔਰਤਾਂ ਜਿਹੜੀਆਂ ਸਾਡੇ ਸਮਾਜ ਦਾ ਅੱਧ ਆ, ਉਹ ਬੈਠੀਆਂ ਹਕੂਮਤ ਨੂੰ ਲਲਕਾਰ ਰਹੀਆਂ ਹੋਣ। ਕਿਉਂਕਿ ਕੌਮਾਂਤਰੀ ਔਰਤ ਦਿਹਾੜਾ ਵੈਸੇ ਆਪਣੇ ਸਾਰੇ ਸਰੋਤਿਆਂ ਨੂੰ ਪਤਾ ਹੀ ਹੈ ਕਿ ਇਹ ਕੌਮਾਂਤਰੀ ਜਿਹੜਾ ਔਰਤ ਦਿਹਾੜਾ, ਇਹਦੀਆਂ ਜੜ੍ਹਾਂ ਵੀ ਜਿਹੜੀਆਂ ਨੇ ਉਹ ਸੰਘਰਸ਼ ਦੇ ਵਿੱਚ ਹੀ ਪਈਆਂ ਨੇ। ਅੱਜ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਸੰਘਰਸ਼ ਚੱਲ ਰਿਹਾ, ਔਰ ਜਿਹੜਾ ਕੌਮਾਂਤਰੀ ਔਰਤ ਦਿਹਾੜਾ ਮਨਾਉਣਾ ਸ਼ੁਰੂ ਹੋਇਆ ਸੀ ਉਹ ਵੀ ਇਸੇ ਸੰਘਰਸ਼ ਦੇ ਵਿੱਚ ਹੋਇਆ ਸੀ ਕਿ ਮਜ਼ਦੂਰਾਂ ਦਾ ਇੱਕ ਅੰਦੋਲਨ ਚੱਲਿਆ ਸੀ 1908-1909 ਦੇ ਵਿੱਚ, ਜਦੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਕਾਰਖਾਨੇ 'ਚ ਕੰਮ ਕਰਦੀਆਂ 15,000 ਤੋਂ ਵੱਧ ਮਜ਼ਦੂਰ ਔਰਤਾਂ ਨੇ ਕੰਮ ਦੇ ਘੰਟਿਆਂ 'ਚ ਕਟੌਤੀ, ਬਿਹਤਰ ਤਨਖਾਹ ਤੇ ਵੋਟ ਦੇ ਹੱਕ ਨੂੰ ਲੈ ਕੇ ਮੁਜ਼ਾਹਰਾ ਕੀਤਾ ਸੀ। 1 ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਜਿਹੜਾ ਉਹ ਨੈਸ਼ਨਲ ਵੂਮਨ ਡੇ ਮਨਾਇਆ, ਔਰ ਉਸ ਤੋਂ ਬਾਅਦ ਜਰਮਨ ਦੀ ਜਿਹੜੀ ਨਾਰੀਵਾਦੀ ਕਮਿਊਨਿਸਟ ਆਗੂ ਹੋਈ ਆ ਕਲਾਰਾ ਜ਼ੈਟਕਿਨ ਨੇ ਇਹਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲਿਜਾਣ ਲਈ 1910 ਦੇ ਵਿੱਚ ਜਿਹੜੀ ਕੋਪਨਹੈਗਨ ਦੇ ਵਿੱਚ ਔਰਤਾਂ ਦੀ ਇੰਟਰਨੈਸ਼ਨਲ ਕਾਨਫਰੰਸ ਦਾ ਸੁਝਾਅ ਰੱਖਿਆ ਸੀ। ਉਹਨੂੰ 17 ਦੇਸ਼ਾਂ ਦੇ ਬਾਅਦ ਦੇ ਵਿੱਚ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਇਹ ਅੰਤਰਰਾਸ਼ਟਰੀ ਜਿਹੜਾ ਔਰਤ ਦਿਹਾੜਾ ਗਾ ਉਹ ਮਨਾਇਆ ਜਾਣਾ ਲੱਗਿਆ ਤੇ ਐਤਕੀ ਪ੍ਰੈਕਟੀਕਲੀ ਜਿਹੜਾ ਅੰਤਰਰਾਸ਼ਟਰੀ ਔਰਤ ਦਿਹਾੜਾ ਮਨਾਇਆ ਗਿਆ। ਲੇਕਿਨ ਗਿੱਲ ਸਾਹਿਬ, ਪੰਜਾਬ ਦੇ ਵਿੱਚ ਇੱਕ ਬਹੁਤ ਮਤਲਬ ਇਸ ਰੂਪ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਕਿ ਇੱਕ ਬੰਨੇ ਪੂਰੀ ਦੁਨੀਆ ਦੇ ਵਿੱਚ ਕੌਮਾਂਤਰੀ ਔਰਤ ਦਿਹਾੜਾ ਮਨਾਇਆ ਜਾ ਰਿਹਾ ਸੀ, ਦੂਜੇ ਬੰਨੇ ਪੰਜਾਬ ਦੇ ਵਿੱਚ ਜਿਹੜੀਆਂ ਬੇਰੁਜ਼ਗਾਰ ਅਧਿਆਪਕਾਵਾਂ ਪ੍ਰੋਟੈਸਟ ਕਰ ਰਹੀਆਂ ਸੀ ਕਿ ਸਾਨੂੰ ਰੁਜ਼ਗਾਰ ਦਾ ਹੱਕ ਦਿੱਤਾ ਜਾਵੇ। ਉਹਨਾਂ ਨੂੰ ਪੰਜਾਬ ਦੀ ਪੁਲਿਸ ਵੱਲੋਂ ਘੜੀਸਿਆ ਜਾ ਰਿਹਾ ਸੀ। ਇਹ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਵਿੱਚ ਅੱਜ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਵਾਪਰਿਆ ਗਾ, ਔਰ ਉਹ ਅਧਿਆਪਕਾਵਾਂ ਦੇ ਵਿੱਚੋਂ ਕੁਛ ਨੂੰ ਫੜ ਕੇ ਜਿਹੜਾ ਉਹ ਕੈਂਟਰ ਦੇ ਵਿੱਚ ਵੀ ਸਿੱਟਿਆ ਗਿਆ, ਗ੍ਰਿਫਤਾਰ ਵੀ ਕੀਤਾ ਗਿਆ 20 ਦੇ ਲਗਭਗ ਕੁੜੀਆਂ ਨੂੰ, ਨੌਜਵਾਨ ਕੁੜੀਆਂ ਨੂੰ। ਤਾਂ ਇਹ ਕੌਮਾਂਤਰੀ ਮਹਿਲਾ ਦਿਵਸ ਵਾਲੇ ਦਿਨ ਜਿਹੜਾ ਇਹ ਘਟਨਾਕ੍ਰਮ ਵੀ ਵਾਪਰਿਆ, ਕਿਉਂਕਿ ਸਰਕਾਰ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਆਈ ਸੀ, ਔਰ ਅੱਜ ਮਹਿਲਾ ਦਿਵਸ ਵਾਲੇ ਦਿਨ ਕੁੜੀਆਂ ਜਾ ਕੇ ਮੰਗ ਕਰ ਰਹੀਆਂ ਸੀ ਪਟਿਆਲੇ ਦੇ ਵਿੱਚ ਕਿ ਸਾਡੇ ਹਿੱਸੇ ਦਾ ਰੁਜ਼ਗਾਰ ਸਾਨੂੰ ਦਿਓ ਕਪਤਾਨ ਸਾਹਿਬ। ਤਾਂ ਉਹਨਾਂ ਦੇ ਨਾਲ ਇਸ ਤਰੀਕੇ ਦਾ ਸਲੂਕ ਕੀਤਾ ਗਿਆ ਜੀ। ਅੱਛਾ ਨਵਕਿਰਨ, ਖਬਰਾਂ ਆਈਆਂ ਸੀ ਕਿ ਬਾਰਡਰ ਤੇ ਸਿੰਘੂ ਤੇ ਕੁਛ ਸਿਰਫਿਰਿਆਂ ਨੇ ਗੋਲੀ ਚਲਾ ਦਿੱਤੀ। ਉਹ ਕਿੱਥੇ ਚਲਾਈ, ਕਿਹਨੇ ਚਲਾਈ? ਜੀ ਗਿੱਲ ਸਾਹਿਬ, ਇਹ ਨਾ ਰਾਤ ਦੀ ਘਟਨਾ ਗਈ। ਰਾਤ ਨੂੰ 4 ਮੁੰਡੇ, ਜਿੱਥੋਂ ਤੱਕ ਗੱਲ ਦਾ ਪਤਾ ਲੱਗਿਆਗਾ, ਸਿਰਫਿਰੇ ਸੀਗੇ, ਉਹ ਗੱਡੀ ਲੈ ਕੇ ਗਏ। ਜਾ ਕੇ ਉੱਥੇ ਇੱਕ ਲੰਗਰ ਚੱਲ ਰਿਹਾ ਸੀ, ਉੱਥੇ ਕਹਿੰਦੇ ਵੀ ਲਿਆਓ ਸਾਨੂੰ ਠੰਡਾ ਪਾਣੀ ਦਿਓ। ਉਹ ਕਹਿੰਦੇ ਵੀ ਪਾਣੀ ਹੈਗਾ, ਉਹਨਾਂ ਨੇ ਬੋਤਲ ਪਾਣੀ ਦੀ ਦੇਤੀ, ਵੀ ਠੰਡਾ ਨਹੀਂ ਹੈਗਾ, ਕਹਿੰਦੇ ਠੰਡਾ ਲੈ ਕੇ ਆਓ। ਔਰ ਜਿਹੜੇ ਪਾਣੀ ਦੇਣ ਵਾਲੇ ਮੁੰਡੇ ਨੇ ਦੱਸਦੇ ਨੇ ਉੱਥੇ ਜਿਹੜੇ ਵਲੰਟੀਅਰ ਲੰਗਰ ਸੇਵਾ ਕਰਦੇ ਸੀ ਵੀ ਉਹਨਾਂ ਦੀ ਸ਼ਰਾਬ ਪੀਤੀ ਹੋਈ ਸੀ ਔਰ ਪੀ ਰਹੇ ਸੀ ਗੱਡੀ ਦੇ ਵਿੱਚ। ਤਾਂ ਉਹਨਾਂ ਨੇ ਜਦੋਂ ਪਾਣੀ ਗਿੱਲ ਸਾਹਿਬ ਠੰਡਾ ਨਾ ਦਿੱਤਾ, ਉਹ ਕਹਿੰਦੇ ਤੁਸੀਂ ਗੱਲਾਂ ਵੱਡੀਆਂ ਕਰਦੇ ਹੋ, ਅੰਤਰਰਾਸ਼ਟਰੀ ਪੱਧਰ ਦੀਆਂ ਗੱਲਾਂ ਕਰਦੇ ਹੋ, ਜਿਹੜੀਆਂ ਖਬਰਾਂ ਲਵਾਉਂਦੇ ਹੋ, ਮਸ਼ਹੂਰੀਆਂ ਕਰਦੇ ਹੋ, ਪਾਣੀ ਠੰਡਾ ਹੈ ਨਹੀਂ ਤੁਹਾਡੇ ਕੋਲ। ਉਹ ਕਹਿੰਦੇ ਵੀ ਹੈ ਨਹੀਂ। ਆਪਣਿਆਂ ਨੇ ਵੀ ਦਬਕ ਤੇ ਵੀ ਨਹੀਂ, ਸਾਡੇ ਕੋਲ ਤਾਂ ਆਹੀ ਪਾਣੀ ਹੈ, ਪੀਣਾ ਪੀਓ, ਨਹੀਂ ਚੱਲਦੇ ਬਣੋ। ਉੱਥੋਂ ਪਾ ਕੇ 15 ਕੁ ਮਿੰਟ ਬਾਅਦ ਆ ਕੇ ਗਿੱਲ ਸਾਹਿਬ ਗੱਡੀ 'ਚੋਂ ਉਤਰ ਕੇ 3 ਫਾਇਰ ਕੀਤੇ, ਔਰ ਅੰਨ੍ਹੇਵਾਹ ਉਹਨਾਂ ਨੇ 3 ਫਾਇਰ ਕੀਤੇ। ਉੱਥੇ ਬੁਲੇਟਸ ਮਿਲੀਆਂ ਨੇ, ਔਰ ਉਹ ਤਾਂ ਬਚਤ ਇਹ ਰਹਿ ਗਈ ਕਿ ਥੱਲੇ ਗੱਦੇ ਲਾ ਕੇ ਪਏ ਸੀਗੇ ਨੌਜਵਾਨ ਰਾਤ ਨੂੰ, ਜਿਸ ਕਰਕੇ ਗੋਲੀ ਉੱਤੋਂ ਦੀ ਲੰਘ ਗਈ, ਅਦਰਵਾਈਜ਼ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਪਤਾ ਇਹ ਲੱਗਿਆ ਕਿ ਚਿੱਟੇ ਰੰਗ ਦੀ ਜਿਹੜੀ ਆਡੀ ਗੱਡੀ, ਚੰਡੀਗੜ੍ਹ ਨੰਬਰ, ਉਹਨਾਂ ਕੋਲੇ ਸੀਗੀ। CCTV ਫੁਟੇਜ ਉਹਨਾਂ ਨੂੰ ਦਿਖਾਤੀ ਪੁਲਿਸ ਵਾਲਿਆਂ, ਲੇਕਿਨ ਪੁਲਿਸ ਨੇ ਅਜੇ ਤੱਕ ਕੋਈ ਵੱਡੀ ਕਾਰਵਾਈ ਇਸ ਮਸਲੇ 'ਚ ਨਹੀਂ ਕੀਤੀ। ਜੀ ਗਿੱਲ ਸਾਹਿਬ, ਅੱਛਾ ਨਾਲ ਹੀ ਇਹ ਦੱਸਿਓ ਕਿ ਬਜਟ ਦਾ ਕਿੰਨਾ ਕੁ ਪਿਆ ਫਰਕ, ਜਿਹੜਾ ਵਿੱਚ ਪਰਿਵਾਰਾਂ ਤੇ ਦੋਸ਼ ਹਰਮਿੰਦਰ ਗਿੱਲ ਤੇ ਬਿਕਰਮਜੀਤ ਮਜੀਠੀਏ ਦਾ ਰੌਲਾ, ਹੋਰ ਖਿੱਚ ਧੂ ਤਾਂ ਹੋਈ ਹੈ, ਪਰ ਬਜਟ ਹੈ ਕੀ? ਇਹਦੇ ਬਾਰੇ ਕੀ ਤੁਹਾਡਾ ਨਜ਼ਰੀਆ ਜੀ? ਜੀ ਗਿੱਲ ਸਾਹਿਬ, ਵਾਕਈ ਇਹ ਜਿਹੜੇ ਬਜਟ ਪੇਸ਼ ਕਰਦੀਆਂ ਰਹੀਆਂ ਸਰਕਾਰਾਂ,
ਉਹ ਕੀ ਹੁੰਦਾ ਸੀ ਵੀ ਪੈਰਾਸੀਟਾਂ ਦੀ ਮੋਲ ਦੀ ਗੋਲੀ ਹੈ ਜਿਹੜੀ ਉਹ ਗੁੜ ਚ ਲਪੇਟ ਕੇ ਦਿੰਦੇ ਸੀ। ਐਤਕੀ ਥੋੜਾ ਜਿਹਾ ਫਰਕ ਪਾਇਆ। ਪ੍ਰਸ਼ਾਂਤ ਕਿਸ਼ੋਰ ਜਿਹੜਾ ਸਲਾਹਕਾਰ ਨਵਾਂ ਬਿਹਾਰ ਵਾਲਾ ਨਿਯੁਕਤ ਕੀਤਾ ਕਪਤਾਨ ਸਾਹਿਬ ਨੇ, ਉਹਨੇ ਥੋੜਾ ਜਿਹਾ ਫਰਕ ਪਵਾਤਾ। ਇੱਕ ਤਾਂ ਇਹ ਬਜਟ 5 ਮਾਰਚ ਨੂੰ ਪੇਸ਼ ਕੀਤਾ ਜਾਣਾ ਸੀ, ਉਹਨੂੰ 8 ਮਾਰਚ ਵਾਲੇ ਦਿਨ ਲੈ ਗਿਆ ਕੌਮਾਂਤਰੀ ਔਰਤ ਦਿਵਸ ਵਾਲੇ ਦਿਨ। ਦੂਸਰਾ ਇਹ ਕਿ ਜਿਹੜਾ ਪੈਰਾਸੀਟਾਮੋਲ ਦੀ ਗੋਲੀ ਪਹਿਲਾਂ ਗੁੜ ਚ ਲਪੇਟ ਕੇ ਦਿੰਦੇ ਸੀ, ਐਤਕੀ ਪੈਰਾਸੀਟਾਮੋਲ ਦੀ ਗੋਲੀ ਹੈ ਜਿਹੜੀ ਉਹ ਚਾਕਲੇਟ ਚ ਲਪੇਟ ਕੇ ਦਿੱਤੀ ਆ। ਹੋਰ ਫਰਕ ਕੋਈ ਨਹੀਂ। ਪੰਜਾਬ ਇੱਕ ਬਹੁਤ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕੈਗ ਜਿਹੜੀ ਸੰਸਥਾ ਕੰਟਰੋਲ ਅਤੇ ਆਡੀਟਰ ਜਨਰਲ ਆਫ ਇੰਡੀਆ, ਉਹਨਾਂ ਦੀ ਰਿਪੋਰਟ ਦੱਸਦੀ ਹੈ ਗਿੱਲ ਸਾਹਿਬ ਕਿ ਪੰਜਾਬ ਦੇ ਸਿਰ 2019-2020 ਦੇ ਵਿੱਚ ਜਿਹੜਾ ਕਰਜ਼ਾ ਹੈਗਾ 1.93 ਲੱਖ ਕਰੋੜ ਰੁਪਈਆ, ਜਿਹੜਾ ਆਉਣ ਵਾਲੇ ਸਾਲਾਂ ਦੇ ਵਿੱਚ 2024-25 ਤੱਕ ਜਾਂਦਿਆਂ 3.73 ਲੱਖ ਕਰੋੜ ਤੱਕ ਪਹੁੰਚ ਜੂ। ਜਦੋਂ 2007 ਚ ਅਕਾਲੀ ਦਲ ਦੀ ਸਰਕਾਰ ਬਣੀ ਸੀ, ਅਕਾਲੀ ਭਾਜਪਾ ਗੱਠਜੋੜ ਦੀ, ਉਦੋਂ ਪਤਾ ਲੱਗਿਆ ਸੀ ਕਿ 40,000 ਕਰੋੜ ਰੁਪਈਆ ਪੰਜਾਬ ਸਰਕਾਰ ਕਰਜ਼ਾ ਸੀ। ਉਹ ਕਹਿੰਦੇ ਸੀ ਸਾਡੇ ਗੱਲ ਤਾਂ ਕਰਜ਼ਾ ਪਾ ਗਏ। ਉਦੋਂ ਬੜਾ ਰੌਲਾ ਪੈਣ ਲੱਗਿਆ ਕਿ 40,000 ਕਰੋੜ ਰੁਪਈਆ ਪਾ ਗਏ। ਲੇਕਿਨ ਜਦੋਂ 10 ਸਾਲ ਬਾਅਦ ਉਹਨਾਂ ਨੇ ਸੱਤਾ ਛੱਡੀ, ਆ ਕੇ ਮਨਪ੍ਰੀਤ ਬਾਦਲ ਨੇ ਕਾਂਗਰਸ ਪਾਰਟੀ ਵੱਲੋਂ ਜਿਹੜਾ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ, ਤਾਂ ਉਹਨੇ ਦੱਸਿਆ ਵੀ 1.53 ਲੱਖ ਕਰੋੜ ਰੁਪਈਆ ਸਾਡੇ ਗੱਲ ਪਾ ਗਏ, ਜਿਹੜੇ 40,000 ਕਰੋੜ ਕਹਿੰਦੇ ਸੀ। ਹੁਣ ਸਵਾਲ ਤਾਂ ਇਹ ਖੜਾ ਹੈ ਕਿ ਹੀਲੇ ਵਸੀਲੇ ਕਰਕੇ ਪੰਜਾਬ ਸਿਰ ਜਿਹੜਾ ਇਹ ਕਰਜ਼ਾ, ਪੰਜਾਬ ਦਾ ਜੰਮਦੇ ਹੋਏ ਹਰ ਬੱਚੇ ਸਿਰ ਕਰਜ਼ਾ ਲੈ ਕੇ ਪੈਦਾ ਹੁੰਦਾ ਹੈਗਾ, ਔਰ ਪੰਜਾਬ ਜਿਹੜਾ ਸੋਨੇ ਦੀ ਚਿੜੀ ਖਾਉਣ ਵਾਲਾ ਅੱਜ ਕਰਜ਼ੇ ਦੇ ਬੋਝ ਥੱਲੇ ਦੱਬਿਆ ਗਿਆ। ਤਾਂ ਬਜਟ ਏਦਾਂ ਦਾ ਪੇਸ਼ ਕੀਤਾ ਜਾਂਦਾ ਕਿ ਪੰਜਾਬ ਇਹ ਕਰਜ਼ੇ ਦੇ ਬੋਝ ਦੇ ਵਿੱਚੋਂ ਨਿਕਲਦਾ। ਲੇਕਿਨ ਮਨਪ੍ਰੀਤ ਬਾਦਲ ਨੇ ਪੰਜਾਬ ਦੀ ਸਰਕਾਰ ਦੇ ਵੱਲੋਂ ਜਿਹੜਾ ਬਜਟ ਪੇਸ਼ ਕੀਤਾ, ਉਹਦੇ ਚ ਗਿੱਲ ਸਾਹਿਬ ਕੁਝ ਅਜਿਹਾ ਨਹੀਂ ਕੀਤਾ ਜਿਹਦੇ ਨਾਲ ਸਰਕਾਰ ਦੀ ਆਮਦਨ ਵਧੇ, ਸਰਕਾਰ ਦਾ ਮਾਲੀਆ ਵਧੇ। ਚਾਹੀਦਾ ਤਾਂ ਇਹ ਸੀਗਾ ਕਿ ਜਿਹੜਾ 2 ਚੀਜ਼ਾਂ ਦਾ ਸਰਕਾਰ ਸਭ ਤੋਂ ਵੱਧ ਘਾਟਾ ਚੱਲ ਰਹੀ ਆ, ਇੱਕ ਤਾਂ ਟਰਾਂਸਪੋਰਟ ਮਾਫੀਆ ਜਿਹੜਾ ਸਰਗਰਮਾ, ਪ੍ਰਾਈਵੇਟ ਟਰਾਂਸਪੋਰਟ ਸਰਗਰਮਾ, ਇਹਦੇ ਤਾਏ ਦੀ ਵੀ ਸਰਗਰਮਾ ਸਭ ਤੋਂ ਪਹਿਲਾਂ ਤਾਂ ਬਾਦਲ ਸਾਹਿਬ ਦੇ। ਦੂਸਰਾ ਜਿਹੜਾ ਆਬਕਾਰੀ ਵਿਭਾਗ ਦੇ ਵਿੱਚ ਸ਼ਰਾਬ ਦੇ ਵਿੱਚ ਜਿਹੜਾ ਸਰਕਾਰ ਪੰਜਾਬ ਦੇ ਵਿੱਚ ਬਹੁਤ ਘਾਟਾ ਚੱਲ ਰਹੀ ਆ। ਸ਼ਰਾਬ ਦੀ ਖਪਤ ਵੱਧਦਾ ਲੇਕਿਨ ਆਮਦਨ ਬਾਕੀ ਸੂਬਿਆਂ ਨਾਲੋਂ ਘੱਟ ਆ, ਲੇਕਿਨ ਇਸ ਪਾਸੇ ਨਹੀਂ ਸੋਚਿਆ ਗਿਆ। ਦੂਸਰਾ ਇਹ ਕਿ ਇਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਉਹ ਕਹੀਆਂ ਗਈਆਂ। ਇੱਕ ਤਾਂ ਇਹ ਕਿ ਔਰਤਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਜਿਹੜੀ ਉਹ ਦਿੱਤੀ ਜਾਊਗੀ, ਕਹਿੰਦੇ ਉਹ ਗਾਹਾਂ ਉਹਨਾਂ ਨੇ ਇਹ ਵੀ ਐਕਸਪਲੇਨ ਕੀਤਾ ਗਿਆ ਕਿ ਸਰਕਾਰੀ ਬੱਸਾਂ ਦੇ ਵਿੱਚ, PRTC ਨੂੰ ਵੀ ਸਰਕਾਰੀ ਚ ਮੰਨਦੇ ਆ, ਪੈਪਸੂ ਨੂੰ ਮੰਨਦੇ ਆ, ਜਾਂ ਸਿਰਫ ਕੱਲੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚ। ਹੁਣ ਇਹਦੇ ਤੇ ਵੀ ਇਹ ਆ ਗਿੱਲ ਸਾਹਿਬ ਵੀ ਸਹੂਲਤ ਤਾਂ ਦੇ ਦਿੱਤੀ ਆ ਕਿ ਸਾਰੀਆਂ ਔਰਤਾਂ ਨੂੰ ਜਿਹੜੀ ਮੁਫਤ ਸਫ਼ਰ ਦੀ ਸਹੂਲਤ ਸਰਕਾਰੀ ਬੱਸਾਂ 'ਚ, ਲੇਕਿਨ ਸਰਕਾਰੀ ਬੱਸਾਂ ਤਾਂ ਪਹਿਲਾਂ ਹੀ ਘੱਟ ਨੇ। ਬੱਸਾਂ ਤਾਂ ਔਰਬਿਟ ਜਾਂ ਹੋਰ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਦੀਆਂ ਹੀ ਸੜਕਾਂ ਦੇ ਉੱਤੇ ਦੌੜ ਰਹੀਆਂ ਨੇ। ਹੁਣ ਬੇਬੇ ਹੋਣੀਆਂ ਬੈਠੀਆਂ ਬੱਸ ਅੱਡੇ 'ਚ ਡੀਕੀ ਜਾਇਆ ਕਰਨੀਆਂ, ਜਿਵੇਂ ਪਹਿਲਾਂ ਜਦੋਂ ਔਰਤਾਂ ਦਾ ਕਿਰਾਇਆ ਘਟਾਇਆ ਸੀ ਬੱਸਾਂ ਦੇ ਵਿੱਚ, ਕਿ ਉਹ ਡੀਕਿਆ ਕਰਨੀਆਂ ਬੱਸ ਅੱਡੇ 'ਚ ਬੈਠੀਆਂ ਕਿ ਭਾਈ ਆ ਜਦੋਂ ਘੋੜੇ ਵਾਲੀ ਆਈ ਜਾਂ ਜਦੋਂ ਰੋਡਵੇਜ਼ ਦੀ ਆਈ ਦੱਸ ਦਿਓ। ਤਾਂ ਚਾਹੀਦਾ ਤਾਂ ਇਹ ਆ ਕਿ ਜਾਂ ਤਾਂ ਸਾਰੀਆਂ ਬੱਸਾਂ ਦੇ ਵਿੱਚ ਮਾਫ਼ ਕਰਦੇ, ਜਾਂ ਫਿਰ ਬੱਸਾਂ ਸਰਕਾਰੀ ਆ ਜਿਹੜੀ ਉਹਨਾਂ ਦੀ ਗਿਣਤੀ ਵਧਾਉਂਦੇ। ਦੂਸਰਾ ਇਹ ਗੱਲ ਸਾਹਿਬ ਕਿ ਵਿਧਵਾ ਬੁਢਾਪਾ ਪੈਨਸ਼ਨ ਹੈ ਜਿਹੜੀ ਉਹ 1500 ਰੁਪਇਆ ਮਹੀਨਾ ਕਰ ਦਿੱਤੀ ਆ। ਇਹਨੂੰ ਇੱਕ ਵੱਡੀ ਪ੍ਰਾਪਤੀ ਦੇ ਤੌਰ ਤੇ ਦੱਸਿਆ ਗਿਆ, ਲੇਕਿਨ 1500 ਰੁਪਇਆ ਇੱਕ ਮਹੀਨੇ ਦੇ ਲਈ ਬਹੁਤ ਥੋੜਾ ਹੈਗਾ, ਜਦੋਂ ਗੈਸ ਸਿਲੰਡਰ ਦੀ ਕੀਮਤ ਆ ਜਿਹੜੀ ਉਹ ਦੁੱਗਣੀ ਤਿੱਗਣੀ ਹੋ ਚੁੱਕੀ ਆ। ਇੱਕ ਗੁਜ਼ਾਰਾ ਚਲਾਉਣਾ ਔਖਾ, ਤਾਂ ਸਨਮਾਨਯੋਗ ਜਿਹੜੀ ਇਹ ਰਾਸ਼ੀ ਵੀ ਚਾਹੀਦੀ ਆ। ਇਸ ਤੋਂ ਇਲਾਵਾ ਆਸ਼ੀਰਵਾਦ ਸਕੀਮ ਤਹਿਤ ਜਿਹੜੀ ਮਿਲਣ ਵਾਲੀ ਰਾਸ਼ੀ ਆ ਉਹ 21,000 ਤੋਂ ਵਧਾ ਕੇ 51,000 ਰੁਪਏ ਕਰ ਦਿੱਤੀ ਗਈ ਆ। ਜਦ ਕਿ ਸੱਚ ਇਹ ਹੈਗਾ ਕਿ ਹੁਣ ਤੱਕ ਆਸ਼ੀਰਵਾਦ ਦਾ ਪੈਸਾ ਹੈਗਾ ਜਿਹੜਾ ਉਹ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਕੁੜੀਆਂ ਨੂੰ ਮਿਲਿਆ ਨਹੀਂ। ਉਹਨਾਂ ਦੇ ਗਾਹਾਂ ਬੱਚੇ ਵੀ ਹੋ ਗਏ, ਲੇਕਿਨ ਉਹਨਾਂ ਨੂੰ ਅਜੇ ਤੱਕ ਆਸ਼ੀਰਵਾਦ ਸਕੀਮ ਦੇ ਪੈਸੇ ਨਹੀਂ ਮਿਲੇ। ਇਸ ਤੋਂ ਇਲਾਵਾ ਕਿਸਾਨੀ ਕਰਜ਼ਿਆਂ ਦੀ ਮਾਫੀ ਲਈ 1186 ਕਰੋੜ ਦਾ ਪ੍ਰਬੰਧ ਕੀਤਾ ਗਿਆ। ਮੁਫਤ ਬਿਜਲੀ ਲਈ 7180 ਕਰੋੜ ਦਾ ਪ੍ਰਬੰਧ ਕੀਤਾ ਗਿਆ। ਕੁੱਲ ਮਿਲਾ ਕੇ ਬਜਟ 1,60,015 ਕਰੋੜ ਦੇ ਆਸ-ਪਾਸ ਦਾ ਜਿਹੜਾ ਮਨਪ੍ਰੀਤ ਬਾਦਲ ਹੋਰਾਂ ਨੇ ਪੇਸ਼ ਕੀਤਾ। ਜੀ ਗਿੱਲ ਸਾਹਿਬ। ਅੱਛਾ, ਅਖੀਰ ਦੇ ਵਿੱਚ ਇਹ ਦੱਸ ਕੇ ਜਾਇਓ ਕਿ ਮਮਤਾ ਬੈਨਰਜੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਮੌਕੇ ਤੇ ਛੱਡ ਕੇ ਤੁਰਨਾ, ਇਹ ਇੱਕ ਕਿਸਮ ਦੀ ਵੇਵ ਉਹਦੇ ਖਿਲਾਫ ਭਾਜਪਾ ਨੇ ਬਣਾ ਦਿੱਤੀ ਤੇ ਜਿੱਤਣ ਲਈ ਵੀ ਜਿਹੜਾ ਬੰਗਾਲ ਬਹੁਤ ਜ਼ੋਰ ਲਾਇਆ ਹੋਇਆ ਭਾਜਪਾ ਨੇ। ਜੀ ਗਿੱਲ ਸਾਹਿਬ, ਬੀਜੇਪੀ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ। ਕੱਲ ਨਰਿੰਦਰ ਮੋਦੀ ਹੋਰਾਂ ਨੇ ਪੱਛਮੀ ਬੰਗਾਲ ਦੇ ਵਿੱਚ ਇੱਕ ਵੱਡੀ ਰੈਲੀ ਆ ਜਿਹੜੀ ਕੀਤੀ ਹੈ। ਚੋਣਾਂ 5 ਰਾਜਾਂ 'ਚ ਹੋਣ ਜਾ ਰਹੀਆਂ ਨੇ, ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਾਮ ਤੇ ਪੁਡੂਚੇਰੀ। ਲੇਕਿਨ ਇਹ 'ਚ ਸਭ ਤੋਂ ਵੱਧ ਬੀਜੇਪੀ ਦੀ ਜਿਹੜਾ ਜ਼ੋਰ ਆ, ਵੱਡਾ ਰਾਜ ਆ ਪੰਜਾਂ 'ਚੋਂ ਪੱਛਮੀ ਬੰਗਾਲ, ਉਹਦੇ ਤੇ ਲੱਗਿਆ ਹੋਇਆ ਹੈਗਾ। 294 ਸੀਟਾਂ ਵਾਲੀ ਵਿਧਾਨ ਸਭਾ ਦੇ ਵਿੱਚ 8 ਗੇੜਾਂ 'ਚ ਇੱਕ ਤਾਂ ਚੋਣਾਂ ਪੈਣੀਆਂ ਨੇ, ਬਾਕੀ ਸੂਬਿਆਂ ਦੇ ਵਿੱਚ 1 ਜਾਂ 2 ਜਾਂ 3 ਗੇੜਾਂ ਦੇ ਵਿੱਚ।
ਇਹ ਤੇ ਮਮਤਾ ਬੈਨਰਜੀ ਨੇ ਸਵਾਲ ਉਠਾਏ ਸੀ ਕਿ ਮੋਦੀ ਜੀ ਤੇ ਸ਼ਾਹ ਆਪ ਰੈਲੀਆਂ ਕਰਨੀਆਂ ਚਾਹੁੰਦੇ ਨੇ, ਜਿਸ ਕਰਕੇ 8 ਗੇੜ ਬਣਾਏ ਨੇ। ਦੂਸਰਾ ਇਹ ਕਿ ਕੱਲ ਜਦੋਂ ਨਰਿੰਦਰ ਮੋਦੀ ਹੋਰਾਂ ਨੇ ਰੈਲੀ ਕੀਤੀ ਤਾਂ ਫਿਲਮੀ ਅਦਾਕਾਰ ਮਿਸ਼ਨ ਚੱਕਰਵਰਤੀ ਆ ਜਿਹੜਾ, ਉਹਨੂੰ ਬੀਜੇਪੀ 'ਚ ਸ਼ਾਮਲ ਕੀਤਾ ਗਿਆ। ਲੇਕਿਨ ਅੱਜ ਹੁਣ ਪਤਾ ਲੱਗਿਆ ਕਿ 5 MLA ਨੇ ਜਿਹੜੇ ਉਹ ਇਕੱਠੇ ਬੀਜੇਪੀ ਦੇ ਵਿੱਚ ਅੱਜ ਤ੍ਰਿਣਮੂਲ ਕਾਂਗਰਸ ਦੇ ਵਿੱਚੋਂ ਲਿਆ ਕੇ ਸ਼ਾਮਲ ਕਰਵਾਏ ਗਏ ਨੇ। ਸੋ ਲਗਾਤਾਰ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਪੱਛਮੀ ਬੰਗਾਲ ਦੇ ਵਿੱਚ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੀ ਆ। ਲੇਕਿਨ ਮਮਤਾ ਬੈਨਰਜੀ ਨੇ 291 ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ ਗਿੱਲ ਸਾਹਿਬ। ਔਰ ਜਿਹੜਾ ਪੱਛਮੀ ਬੰਗਾਲ ਦਾ ਵੋਟਰ ਇੰਡੈਕਸ ਆ ਉਹ ਦੱਸਦਾ ਹੈ ਕਿ 30% ਮੁਸਲਿਮ ਵੋਟਰ ਨੇ ਪੱਛਮੀ ਬੰਗਾਲ ਦੇ ਵਿੱਚ, ਲਗਭਗ ਤੀਜਾ ਹਿੱਸਾ ਜਾਣੀ ਕਿ ਮੁਸਲਿਮ ਵੋਟਰ ਨੇ, ਜਿਹਦੇ ਚੋਂ ਮਮਤਾ ਬੈਨਰਜੀ ਨੇ ਵੀ 42 ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਨੇ ਜਿਹੜੀਆਂ ਉਹ ਦਿੱਤੀਆਂ ਨੇ। ਇਸ ਤੋਂ ਇਲਾਵਾ 17% ਦਲਿਤ ਵੋਟਰ ਨੇ, ਜਿਸ ਕਰਕੇ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਜ਼ੋਰ ਲਾ ਰਹੀ ਆ। ਲੇਕਿਨ ਬੀਜੇਪੀ ਦੇ ਲਈ ਇੰਨਾ ਰਾਹ ਸਾਫ਼ ਨਜ਼ਰ ਨਹੀਂ ਆ ਰਿਹਾ। ਉਂਝ 3 ਧਿਰੀ ਮੁਕਾਬਲਾ ਉੱਥੇ, ਇੱਕ ਬੰਨੇ ਮਮਤਾ ਬੈਨਰਜੀ, ਇੱਕ ਪਾਸੇ ਭਾਜਪਾ ਹੈ, ਦੂਜੇ ਬੰਨੇ ਕਾਂਗਰਸ ਤੇ ਖੱਬੇ ਪੱਖੀਆਂ ਦਾ ਗੱਠਜੋੜ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੇਖਣਾ ਹੋਊਗਾ ਕਿ ਕਿਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਪੱਛਮੀ ਬੰਗਾਲ ਦੀ ਬਣਦੀ ਆ। ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਬਹੁਤ। ਮੈਂ ਥੋੜ੍ਹਾ ਜਿਹਾ ਸ਼ਾਰਟ ਕਰ ਰਿਹਾ ਤੁਹਾਨੂੰ, ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਸਤਰੀਆਂ ਦੇ ਇਸ ਦਿਵਸ 'ਤੇ ਅਟੈਕ ਕੀਤਾ ਗਿਆ ਅਖਿਲ ਭਾਰਤੀ ਵਿਸ਼ਵ ਵਿਦਿਆਰਥੀ ਪ੍ਰੀਸ਼ਦ ਵੱਲੋਂ, ਉਹਦੇ ਵਿੱਚੋਂ ਇਸ ਕਿਸੇ ਲੜਕੀ ਨੂੰ ਲਿਆਉਣ ਦੀ। ਧੰਨਵਾਦ ਬਹੁਤ ਬਹੁਤ, ਤੇ ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਰੋਤਿਆਂ ਦਾ ਸਾਰਿਆਂ ਦਾ ਧੰਨਵਾਦ। ਸਰਦਾਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਦੇਸ਼ ਪੰਜਾਬ ਦੇ ਝਰੋਖੇ 'ਚੋਂ ਸੈਗਮੈਂਟ ਦੇ ਵਿੱਚ ਗੱਲਬਾਤ ਕਰ ਰਹੇ ਸੀ। ਜਿਵੇਂ ਮੈਂ ਪਹਿਲਾਂ ਦੱਸਿਆ ਸੀ ਨਵਕਿਰਨ ਦੇ ਨਾਲ ਕਿ ਦਿੱਲੀ ਯੂਨੀਵਰਸਿਟੀ ਦੇ ਵਿੱਚ ਕੁਝ ਵਿਦਿਆਰਥਣਾਂ ਨੇ ਰਲ ਕੇ ਇੱਕ ਦਿਨ ਰੱਖਿਆ ਹੋਇਆ ਸੀ ਇੰਟਰਨੈਸ਼ਨਲ ਵੂਮਨਸ ਡੇ ਤੇ ਮਹਿਲਾ ਦਿਵਸ ਤੇ। ਉੱਥੇ ਬੋਲਣ ਲਈ ਨੌਦੀਪ ਕੌਰ ਵੀ ਗਏ ਹੋਏ ਸੀ। ਓਬਵੀਅਸਲੀ ਰਾਜਦੀਪ ਕੌਰ ਉੱਥੇ ਦਿੱਲੀ ਯੂਨੀਵਰਸਿਟੀ ਪੜ੍ਹਦੀ ਹੈ, ਤੇ ਹੋਰ ਵੀ ਕੁਝ ਵਿਕਟਮ ਸਨ, ਜਿਹੜੇ ਕੁਝ ਰੇਪ ਦੇ ਵਿਕਟਮ, ਉਹਨਾਂ ਦੇ ਪਰਿਵਾਰ ਵੀ ਸੀ। ਸੰਗੀਤਾ ਇੱਕ ਲੜਕੀ ਵੀ ਉੱਥੇ ਸੀ ਜਿਸ ਦੇ ਨਾਲ ਮਾਰਕੁੱਟ ਹੋਈ ਹੈ। ਸੰਗੀਤਾ ਨਾਲ ਹੁਣ ਗੱਲਬਾਤ ਕਰਾਂਗੇ। ਸੰਗੀਤਾ ਜੀ, ਸਤਿਕਾਰ ਹੈ ਤੁਹਾਡਾ, ਸਤਿ ਸ੍ਰੀ ਅਕਾਲ ਸ਼ੇਰੇ ਪੰਜਾਬ ਰੇਡੀਓ ਤੇ। ਧੰਨਵਾਦ ਬਹੁਤ ਬਹੁਤ। ਸੰਗੀਤਾ ਉਹਨਾਂ ਬਾਰੇ ਦੱਸਦਾ। ਸੰਗੀਤਾ ਹੁਣੀ ਯੂਪੀ ਦੇ ਵਿੱਚੋਂ ਨੇ, ਸ਼ਕੋਹਾਬਾਦ ਇੱਕ ਕਸਬਾ ਹੈ, ਆਗਰਾ ਤੋਂ ਜ਼ਿਆਦਾ ਕਾਨਪੁਰ ਨੂੰ ਜਾਂਦੇ ਉਸ ਸੜਕ ਤੇ, ਫਿਰੋਜ਼ਾਬਾਦ ਸ਼ਕੋਹਾਬਾਦ। ਇਸ ਏਰੀਏ ਦੀਆਂ ਚੂੜੀਆਂ ਬਹੁਤ ਮਸ਼ਹੂਰ ਨੇ। ਫਿਰੋਜ਼ਾਬਾਦ ਤੇ ਸ਼ਕੋਹਾਬਾਦ ਦੀਆਂ ਜਿਹੜੀਆਂ ਚੂੜੀਆਂ, ਬੈਂਗਲਸ ਨੇ ਜਿਹੜੀਆਂ, ਉਹ ਸਾਰੇ ਭਾਰਤ ਜਾਂਦੀਆਂ ਨੇ। ਸੰਗੀਤਾ ਜੀ, ਇਹ ਦੱਸਿਓ ਸੁਣਨ ਵਾਲਿਆਂ ਨੂੰ, ਥੋੜ੍ਹਾ ਜਿਹਾ ਉੱਚੀ ਬੋਲਿਓ ਪਲੀਜ਼, ਤੇ ਵੀ ਇਹ ਜਿਹੜਾ ਇਕੱਠ ਸੀ ਤੁਹਾਡਾ BSCEM ਵੱਲੋਂ, ਭਗਤ ਸਿੰਘ ਸ਼ਤਰਾਹ ਏਕਤਾ ਮੰਚ ਵੱਲੋਂ, ਇਹਦੇ ਵਿੱਚ ਸ਼ੁਰੂਆਤ 'ਚ ਕੀ ਹੋਇਆ, ਤੇ ਫਿਰ ਵਿਦਿਆਰਥੀ ਨੇ ਜਿਹੜੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਹੈ, ਉਹਨਾਂ ਨੇ ਕਾਹਦਾ ਆ ਕੇ ਅਟੈਕ ਕੀਤਾ? ਹਾਂਜੀ, आप सुन पा रहे हैं? ਹਾਂਜੀ ਹਾਂਜੀ ਬਿਲकुल संगीता जी, थैंक यू जी। हम लोग आज जब प्रोग्राम कर रहे थे तो नवदीप कौर लेबर राइट एक्टिविस्ट, इसके अलावा 2 और रेप विक्टिम की फैमिलीज हैं जो वहाँ पे बात रखने के लिए आए हुए थे। बहुत पीसफुली गैदरिंग थी। मतलब दिल्ली यूनिवर्सिटी या कोई भी यूनिवर्सिटी हो, हम ये मानते हैं कि वो विद्यार्थियों की है, वो किसी से परमिशन लेने की वहाँ जरूरत नहीं है हमें। और हम वहाँ पर उसके गेट पे प्रोग्राम कर रहे थे, जिसके लिए पहले ही पुलिस को और प्रॉक्टर को हम लोगों ने सूचित कर दिया था कि हम यहाँ पर एक कार्यक्रम कर रहे हैं जो इंटरनेशनल वर्किंग वुमेन्स डे को लेकर है। और तो उसके लिए कोई लॉ नहीं तोड़ा गया। लेकिन होता क्या है कि जब राजवीर कौर, जो नवदीप कौर की सिस्टर है, वो एज ए स्पीकर जब वहाँ पर बोल रही थी, तो ABVP की जत्थेबंदी की तरफ से 2 लड़कियां आती हैं और वो वहाँ पर जो पोस्टर लगे थे वुमेन्स डे के कॉन्टेक्स्ट को लेकर, उसको फाड़ना शुरू कर देती हैं, जिसमें वो मतलब अब्यूजिंग लैंग्वेज यूज करती हैं, गालियां देती हैं। और टारगेट करते हुए वो सारे पोस्टर, जितने भी पोस्टर थे, उन्होंने एक पोस्टर नहीं छोड़ा, सारे पोस्टर को फाड़ा गया। वहाँ पर जो और भी जो ABVP के जो गुंडे थे वो वहाँ पर आते हैं, शाउटिंग करना शुरू करते हैं, और जितने वहाँ पे पोस्टर थे उनको टारगेट करके हमको मतलब नक्सलाइट, आतंकवादी और इस तरीके से हमको टारगेट करते हैं। अच्छा संगीता जी, एक गल दस्सिओ, जद भी दिल्ली यूनिवर्सिटी 'ਚ विद्यार्थी ਜਿਹੜੇ ਖਾਸ ਤੌਰ ਤੇ ਜਿਨ੍ਹਾਂ ਦਾ ਪਿੰਡਾਂ ਦੇ ਵਿੱਚੋਂ ਦੂਰ ਤੋਂ ਬੈਕਗਰਾਉਂਡ ਹੈ ਤੇ ਜਿਨ੍ਹਾਂ ਨੂੰ ਸੋ ਕਾਲਡ ਕਿਹਾ ਜਾਂਦਾ ਹੈ ਕਿ ਦਲਿਤ ਇਹ ਨੇ, ਮੈਂ ਜਾਤ ਪਾਤ ਦੇ ਬਹੁਤ ਖਿਲਾਫ ਹਾਂ ਨਿੱਜੀ ਤੌਰ ਤੇ, ਔਰ ਕੋਈ ਜਾਤ ਨਹੀਂ, ਇਨਸਾਨ ਦੀ ਉਹ ਜਾਤ ਹੈ ਸਭ ਤੋਂ ਉੱਤਮ।
ਉਸੇ ਸਮੇਂ ਇਹ ਵਿਦਿਆਰਥੀ ਜਥੇਬੰਦੀ ਭਾਜਪਾ ਦੀ ਇਹ ਅਟੈਕ ਕਿਉਂ ਕਰਦੀ ਹੈ? ਪਹਿਲਾਂ ਵੀ ਇਹ ਬਹੁਤ ਇੰਸੀਡੈਂਟਸ ਹੋਏ ਨੇ ਦਿੱਲੀ ਯੂਨੀਵਰਸਿਟੀ 'ਚ, ਕਾਰਨ ਕੀ है? हाँ जी, हम जानते हैं कि उनकी पॉलिटिक्स क्या है, वो किस तरीके से, जो बीजेपी है जो भी रूल कर रही है उसमें हमने देखा है कि किस तरीके से आरएसएस किस तरह की सोच रखता है। जो मनुस्मृति है उनकी, वो उनको कोट करते हुए बोलते ही हैं कि मतलब दलितों को कैसे रहना चाहिए, नीचे रहना चाहिए हमेशा अपर कास्ट के। उसी तरीके से वो महिलाओं को और भी नीचे रखते हैं। तो वो जो बात करने वाली चीज है, चाहे वो मतलब उनकी जत्थेबंदी हो या और भी, अगर आप उनके लीडर्स को देखेंगे वो बहुत बड़ी बड़ी बातें करेंगे कि हम उत्थान चाहते हैं दलितों का, लेकिन अगर आप धरातल पे देखें तो ऐसा कुछ नहीं है। आप देखिए कि किस तरीके से बीजेपी के ही जो नेता है कुलदीप सिंह सेंगर यूपी में, वो रेप करते हैं नाबालिग लड़की के साथ लगातार, और जब वो लड़की सामने आके बताती है कि उसके साथ ये हुआ है तो उसकी पूरी फैमिली को खत्म करवा दिया जाता है। तो ऐसे कई एग्जाम्पल मिल जाएंगे, चाहे वो योगी आदित्यनाथ हो जो अपने बयान देते हैं किस तरीके से कि कब्र से निकाल कर हम महिलाओं का रेप करना चाहिए हमें, ताकि ये मुस्लिम्स को सबक मिले। तो जो इनकी पूरी की पूरी जो राजनीति है वो इसी तरह की घटिया राजनीति है, और यही इनसे बर्दाश्त नहीं होता है कि कोई इनके खिलाफ आवाज उठा रहा है। हम कुनन पुष्पोरा की जब बात करते हैं तो हम सबको मालूम है कि गवर्नमेंट के आंकड़े हैं कि किस तरीके से कुनन पुष्पोरा किया गया, उसमें कितनी महिलाओं के साथ आर्मी ने रेप किया। तो हम क्यों नहीं सवाल करेंगे, हम उस पर सवाल करेंगे। और ये इनको चुभता है कि ये बोलते हैं कि आप आर्मी को आरोप लगा रहे हैं, आप पुलिस वालों के साथ ऐसा कर रहे हैं। हम उन पे आरोप नहीं लगा रहे, जो फैक्ट है उनके साथ बता रहे हैं आपको कि अभी भी आर्मी या पुलिस है, बहुत सारे आर्मी और पुलिस है जो इस तरह के काम करती है। पुलिस ने खुद कस्टडी में कितनी लड़कियों के साथ में रेप की है, गैंग रेप तक हुए हैं, तो हम इन पर बोलेंगे। ਸੰਗੀਤਾ ਜੀ ਫਿਰ ਕੀ ਹੋਇਆ ਜਦ ਉਹਨਾਂ ਨੇ ਅਟੈਕ ਕੀਤਾ? ਤੁਹਾਡੇ ਤੇ ਵੀ ਅਟੈਕ ਕੀਤਾ ਜਾਂ ਰਾਜਦੀਪ ਕੌਰ ਤੇ ਅਟੈਕ ਕੀਤਾ? जी हम लोगों पे अटैक था, राजवीर थी, हम लोग रेसिस्ट कर रहे थे, मतलब उन लोगों ने सीधा अटैक किया। पुलिस सिर्फ दिखावा कर रहा था कि हाँ हम उनको हटा रहे हैं, पर वो पुलिस की और संगी गुंडे दोनों का गठजोड़ था। उनके हाथों में लाठियां भी थी, जो लड़के थे एबीवीपी के, और वो लगातार शाउटिंग करते हुए हमारे साथ के जो मेल लोग थे उनको वो टारगेट करते हुए मतलब पीटने के लिए वो खींच रहे थे। यहाँ तक कि उन्होंने एक एडवोकेट कुकरेजा है भीम आर्मी से, उनको उनकी आंख पे मारा है। इसके अलावा तो जर्नलिस्ट थे वहाँ पे, द क्विंट और न्यूज लॉन्ड्री के, उनको काफी पीटा है। और मेरे साथ में पुलिस ने टारगेट करके मेरे कपड़े फाड़े हैं। ये लड़की है, इसको देखो, इसको इस तरीके से बोल के उन्होंने मेरे कपड़े फाड़े हैं। मेरे कई जगह चोटें भी आई हैं। और नवदीप कौर को पुलिस वहां से लगातार ड्रैग करने की कोशिश करती रही है, और एबीवीपी की लड़कियां भी उसको लगातार उसको टारगेट कर रही थी। उसको भी चोटें आई हैं क्योंकि वो गिरी है, उसको खींचा है पुलिस ने पकड़ के। तो हमारे कई लोग थे जिनके चोटें लगी हैं। ਅੱਛਾ ਸੰਗੀਤਾ ਜੀ, ਜਿਹੜੇ ਤੁਸੀਂ ਇੱਥੇ ਵਿਦਿਆਰਥੀ ਹੋ ਜਿਹੜੇ ਦਿਹਾਤ ਤੋਂ ਆਏ, ਜਿਨ੍ਹਾਂ ਨੂੰ ਇੱਥੇ ਦਾ ਅਲੀਟ ਜਿਹੜੇ ਰਿਚ ਲੋਕ ਨੇ ਉਹ ਪਸੰਦ ਨਹੀਂ ਕਰਦੇ, ਜਾਂ ਇਹ ਜਿਹੜਾ ਤੁਸੀਂ ਮਨੂਵਾਦ ਦਾ ਕਿਹਾ ਕਿ ਜ਼ਾਤ ਪਾਤ ਦੇ ਵਿੱਚ ਵੰਡੀ, ਦਿੱਲੀ ਯੂਨੀਵਰਸਿਟੀ 'ਚ ਜਦ ਤੁਸੀਂ ਰਹਿੰਦੇ ਹੋ, ਪੜ੍ਹਦੇ ਹੋ, ਓਵਰਆਲ ਕਿਹੋ ਜਿਹਾ ਮਾਹੌਲ ਆ? ਪ੍ਰੋਫੈਸਰ, ਸਟੂਡੈਂਟਸ ਜਿਹੜੇ ਨਾਲ ਦੇ ਨੇ ਤੁਹਾਡੇ, ਕਿਸ ਤਰ੍ਹਾਂ ਆਪਸ ਵਿੱਚ ਠੀਕ ਰਹਿੰਦੇ ਹੋ ਜਾਂ ਉਹਦੇ 'ਚ ਮੁਸ਼ਕਲ ਲੱਗਦੀ ਆ ਤੁਹਾਨੂੰ ਹੁਣ? देखिए, हम जानते हैं कि जो दिल्ली यूनिवर्सिटी है वो किस तरीके से एक एलीट सेक्शन है जो वहाँ पर पहुँच पाता है। बहुत कम विद्यार्थी हैं जो वहाँ तक जा पाते हैं। और अभी भी उसमें इस लॉकडाउन के दौरान हमने देखा है कि किस तरीके से जो SC/ST स्कॉलरशिप थी, जो सारी चीजें जो गवर्नमेंट की तरफ से जो थोड़ी बहुत भी उनको मिल रही थी, उसको भी बंद करवाया जा रहा है। अभी लगभग 500 स्टूडेंट्स ऐसे हैं दिल्ली यूनिवर्सिटी के, जिन लॉ डिपार्टमेंट के, जिनकी स्कॉलरशिप रोक दी गई है। और ये सारा एडमिनिस्ट्रेशन का फेलियर था कि एडमिनिस्ट्रेशन उसमें जो प्रोसीजर होता है वो नहीं कर पाए, और वो लोग मतलब सीधा स्टूडेंट्स को बोल रहे हैं कि हम कुछ नहीं कर सकते, आप अपना देख लीजिए। तो ये आप चाहे दिल्ली यूनिवर्सिटी नहीं, आप चाहे कहीं का भी आंकड़ा उठाकर देखेंगे तो SC/ST OBC हो, गांव के तरफ से आने वाले जो स्टूडेंट हो, वो नाम मात्र आ पाते हैं। और उसमें भी जो आगे आते हैं उनको इसी तरीके से कुछ ना कुछ टारगेट करके कहीं ना कहीं से पीछे धकेला जाता है। संगीता जी, तो मैं बिल्कुल हम मानते हैं। संगीता जी, मैं तो सॉरी, हाँ कंटिन्यू कर लो। हाँ जी।
दिल्ली यूनिवर्सिटी में कुछ कुछ प्रोफेसर हैं बहुत अच्छे हैं। आज हमारी प्रोफेसर नंदिता नारायण हमारे साथ में थी, लगातार साथ में रही वो। ऐसे बहुत सारे प्रोफेसर हैं जो साथ देते हैं, लेकिन ये भी कहेंगे कि हम देख रहे हैं कि किस तरीके से नेशनल एजुकेशन पॉलिसी जो अभी लागू होने वाली है, किस तरीके से चयन होगा प्रोफेसर का, किस तरीके के विचारधारा वाले बिठाए जाएंगे। तो हम आगे आने वाले वक्त में देखेंगे कि हमें रेजिस्ट करना पड़ेगा, अदरवाइज यूनिवर्सिटी जो है वो हम जैसे लोगों के लिए नहीं बचेंगी। ਸੰਗੀਤਾ ਜੀ, ਇਸ ਵੂਮਨਸ ਡੇ ਤੇ ਤੁਸੀਂ ਬੀਇੰਗ ਏ ਸਟੂਡੈਂਟ ਇਸ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਜਾਂ ਆਦਿਤਿਆ ਯੋਗੀਨਾਥ, ਕਿਉਂਕਿ ਮੈਂ ਤੁਹਾਡੇ ਸ਼ਹਿਰ ਨੂੰ ਫਿਰੋਜ਼ਾਬਾਦ ਸ਼ਕੋਹਾਬਾਦ ਦੇ ਵਿੱਚ ਦੀ ਬਹੁਤ ਵਾਰ ਅਸੀਂ ਟਰੈਵਲ ਕੀਤਾ ਤੇ ਉੱਥੋਂ ਤੁਹਾਡੀਆਂ ਬਹੁਤ ਮੈਂ ਫੇਮਸ ਇੰਡਸਟਰੀ ਤੁਹਾਨੂੰ ਕਿਹਾ ਬੈਂਗਲ ਦੀ ਚੂੜੀਆਂ ਦੀ ਸੀ ਤੇ ਆਮ ਦਿਹਾਤ ਦੇ ਲੋਕ ਨੇ ਯੂਪੀ ਦੇ ਵਿੱਚ ਜਾਂ ਇਨ ਜਨਰਲ ਇਸਤਰੀ ਦਾ ਕੀ ਹੁਣ ਹਾਲ ਹੈ ਜੀ ਉੱਥੇ ਆਦਿਤਿਆ ਨਾਥ ਦੀ ਸਰਕਾਰ ਦੇ ਵੇਲੇ ਇਸ ਇੰਟਰਨੈਸ਼ਨਲ ਵੂਮਨ ਡੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? जी, हम ये कहना चाहते हैं कि हम देख रहे हैं कि ऐसा नहीं है कि सिर्फ बीजेपी आ गई है तो अभी क्राइम्स ज्यादा बढ़ गए हैं महिलाओं पर। इससे पहले भी लगातार क्राइम हो रहे थे, लेकिन इस गवर्नमेंट के आने के बाद में स्पेशली अगर आप यूपी का उठाकर देखेंगे, हाथरस जैसे केस हो रहे हैं जहाँ पे मतलब रेप करने के बाद में जो अपर कास्ट है उनको बिल्कुल बचा लिया जा रहा है, रेप विक्टिम को जिंदा जलाया जा रहा है और पूरा का पूरा जो पुलिस महकमा है उनको बचाने में लगा है। उसके बाद में भी लगातार अभी कई केसेस ऐसे आए हैं, मतलब ये तो हाथरस वाला बहुत बहुत हाईलाइट हो गया था, उसके बाद लगातार ऐसे केसेस आ रहे हैं जिसमें महिलाओं के ऊपर अत्याचार बढ़ रहे हो, चाहे वो किसी औरत को मतलब कपड़े उतार के नंगा घुमाने का मामला हो या फिर किसी का अभी देखा ही आपने कि किस तरीके का वर्डिक्ट आ रहा है कि लव जिहाद का नाम दिया जा रहा है। अगर कोई बालिग लड़का लड़की साथ में रहना चाहते हैं, शादी करना चाहते हैं, तो ये बिल्कुल है कि ये सामंती विचारधारा है, मनुवादी विचारधारा है जो ये थोपना चाहते हैं। और यूपी का इस वक्त क्राइम रिकॉर्ड उठाकर देखेंगे तो बहुत हाई है, क्योंकि वहां पर आप देखिए कि योगी आदित्यनाथ जैसा अगर मुख्यमंत्री बनेगा तो उसकी विचारधारा क्या है। वो खुद बोलता है कि लड़कियों के साथ ये होना चाहिए, महिलाओं को घरों में कैद रहना चाहिए, वो इस तरीके के बयानबाजी आती है उनकी। ਸੰਗੀਤਾ ਜੀ, ਜਦ ਸੋ ਕਾਲਡ ਬੈਕਵਰਡ ਕਲਾਸ ਸ਼ਡਿਊਲਡ ਕਾਸਟ ਉਹਦੇ ਵਿੱਚੋਂ ਮਾਇਆਵਤੀ ਦੀ ਸਰਕਾਰ ਰਹੀ, ਉਸ ਸਮੇਂ ਯੂਪੀ ਦੇ ਵਿੱਚ ਕੁਝ ਫਰਕ ਮਹਿਸੂਸ ਕੀਤਾ ਤੁਸੀਂ? ये तो कहेंगे कि देखिए एक किसी दलित और वो भी महिला का सीएम बनना बहुत बड़ी चीज होती है, और मतलब ये है कि हाँ बहुत सारा जब वो सीएम बने तो मतलब एक डर और दबदबा था, ये बोलेंगे। रिकॉर्ड तब भी ऐसा नहीं कहते कि बिल्कुल क्राइम मिट गया था, लेकिन फिर भी था। हम ये बोलते हैं कि ये सिस्टम जब तक है ना, इस सिस्टम की देनी है ये रेप, मतलब वो आपको एक सिस्टम के बतौर आपको कमर्शियलाइज किया जा रहा है महिलाओं को। तो जब तक ये इस तरह की सत्ता रहेगी, चाहे कोई भी आ जाए, वो इसी तरह से लड़कियों को देखेगा और वो कभी रेप रुकने वाले नहीं है। चाहे आप कोई सा भी लॉ बना दीजिए, क्योंकि आप समाज को क्या दे रहे हैं, आपके टीवी चैनल्स हो या आपकी वेबसाइट हो, आप क्या दिखा रहे हैं, महिलाओं को आप कैसे देख रहे हो, एज अ प्रोडक्ट आप दिखाया जा रहा है महिलाओं को। इंटरनेशनल वर्किंग वुमेन्स डे पर भी हम देखते हैं, आते ही आप पार्लर्स में या बड़े बड़े शॉपिंग मॉल में जो महिलाओं के लिए जो छूट है, ये मतलब ये वुमेन्स डे मनाने का तरीका नहीं हो सकता हमारा। हम इसको कंडेम करते हैं। हम बोलते हैं कि जो महिलाएं असली कौन है जो लड़ाई लड़ रहा है, जो महिलाएं जो फैक्ट्री में काम कर रही हैं, जो किसी के खेत मजदूर है, हम उन महिलाओं की बात करेंगे। जब तक उनको लिबरेट नहीं किया जाएगा तब तक असली आजादी और असली महिला मतलब मुक्ति नहीं मिलेगी। ਸੰਗੀਤਾ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਜਿਹੇ ਮੌਕੇ ਦੇ ਵਿੱਚ ਜਦ ਯੂਪੀ 'ਚ ਆਦਿਤਿਆ ਨਾਥ ਵਰਗੀ ਸਰਕਾਰ ਹੋਵੇ ਤੇ ਦਿੱਲੀ ਯੂਨੀਵਰਸਿਟੀ 'ਚ ਲਗਾਤਾਰ ਅਟੈਕ ਵਿਦਿਆਰਥੀਆਂ ਨੂੰ ਉਹਨਾਂ ਦੇ ਜ਼ਾਤ ਪਾਤ ਉਹਨਾਂ ਦੀ ਬੈਕਗਰਾਊਂਡ ਤੋਂ ਕੀਤੇ ਜਾਣ, ਇਸ ਸਮੇਂ ਵੀ ਇਹ ਮਸ਼ਾਲ ਨੂੰ, ਇਹ ਦੀਵੇ ਨੂੰ ਜਗਾ ਕੇ ਰੱਖਣਾ ਤੁਹਾਡਾ ਧੰਨਵਾਦ ਹੈ। ਰਾਜਦੀਪ, ਨੌਦੀਪ, ਹੋਣੀ ਸਾਰੇ ਤੁਸੀਂ ਰਲ ਕੇ ਕਰ ਰਹੇ ਹੋ। ਸ਼ੁਭ ਸ਼ਾਮਾਂ ਤੇ ਸਦਾ ਹੀ ਤੁਸੀਂ ਤਕੜੇ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ ਹੈ। ਸਦਾ ਹੀ ਸੱਚ ਦੀ ਜਿੱਤ ਹੁੰਦੀ ਹੈ, ਸਮਾਂ ਲੱਗ ਜਾਂਦਾ ਪਰ ਇੱਕ ਦਿਨ ਸੱਚ ਜ਼ਰੂਰ ਜਿੱਤਦਾ। ਧੰਨਵਾਦ ਤੁਹਾਡਾ ਬਹੁਤ ਬਹੁਤ। जी बिल्कुल बिल्कुल, बहुत बहुत शुक्रिया आपका। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੰਗੀਤਾ ਜੀ ਦਿੱਲੀ ਯੂਨੀਵਰਸਿਟੀ ਤੋਂ ਗੱਲਬਾਤ ਕਰ ਰਹੇ ਸੀ। ਹੁਣ ਸਿੰਬੋਲਿਕ ਜਿਹੜੀ ਉਹ ਦੱਸਦੇ ਨੇ ਵੀ ਪਾਰਲਰ ਜਾ ਰਹੀਆਂ ਨੇ ਇਸਤਰੀਆਂ, ਨੌਂ ਬਣਾਓ ਜੀ, ਮੂੰਹ ਕਰੋ ਸਾਫ਼ ਅਤੇ ਪੌਸ਼ ਕਾਰ 'ਚੋਂ ਉਤਰਦੀ ਦਿਖਾ ਦਿਓ, 50 ਲੱਖ ਦੀ ਗੱਡੀ 'ਚੋਂ ਦਿਖਾ ਦਿਓ।
ਇਹ ਤਾਂ 1% ਤੋਂ ਥੱਲੇ ਹੀ ਨੇ, ਜਿਹੜੇ ਮਹਿੰਗੇ ਬੰਗਲਿਆਂ 'ਚ ਚਾਣਕਿਆਪੁਰੀਆ ਦੇ ਵਿੱਚ, ਗ੍ਰੇਟਰ ਕੈਲਾਸ਼ ਦੇ ਵਿੱਚ, ਡਿਫੈਂਸ ਕਲੋਨੀ ਦੇ ਵਿੱਚ ਉੱਥੋਂ ਨਿਕਲਦੀਆਂ ਬੀਬੀਆਂ ਉਹੀ ਨੇ। ਬਾਕੀ 80-85% ਇਸਤਰੀ ਦੀ ਜਿਹੜੀ ਜਗ੍ਹਾ ਹੈ ਉੱਥੇ ਕੀ ਆਹ ਡਿਵੈਲਪ ਕੰਟਰੀ ਦੇ ਵਿੱਚ ਇੱਥੇ ਅਨੁਪਾਤ ਵੇਖ ਲਓ ਵੀ ਕੀ ਹੈ। ਪਰ ਇਹੋ ਜਿਹੇ ਜਿਹੜੀਆਂ ਸ਼ਕਤੀ ਵਾਲੀਆਂ ਕੁੜੀਆਂ ਹੁੰਦੀਆਂ ਉਹ ਬੋਲਦੀਆਂ ਰਹਿੰਦੀਆਂ ਨੇ। ਹੁਣ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਬੋਲਣਾ ਬਹੁਤ ਵੱਡਾ ਇੱਕ ਪਾਪ ਹੈ। ਤੁਸੀਂ ਦੇਖਿਆ ਉੱਥੇ ਕੁੱਟਮਾਰ, ਜਦੇ ਅਖਲ ਜਿਹੜਾ ਭਾਰਤੀ ਵਿਦਿਆਰਥੀ ਪ੍ਰੀਸ਼ਦ, ਜਿੱਥੋਂ ਹੁਣ ਅਗਲੇ ਕੱਲ੍ਹ ਦੇ ਨੇਤਾ ਨਿਕਲਣੇ ਨੇ ਭਾਜਪਾ ਦੇ, ਉਹ ਲੋਕ ਆਉਂਦੇ। ਕੱਲ੍ਹ ਇੱਕ ਇੰਟਰਵਿਊ ਜਿਹੜੀ ਮੇਗਨ ਤੇ ਹੈਰੀ ਨੇ ਕੀਤੀ ਓਪਰਾ ਵਿਨਫਰੀ ਦੇ ਨਾਲ, ਇਹਨਾਂ ਸ਼ਹਿਜ਼ਾਦਿਆਂ ਦੇ, ਰਾਜਿਆਂ ਦੇ ਘਰਾਂ 'ਚ ਕੀ ਹੋ ਰਿਹਾ, ਮੇਗਨ ਨੇ ਕੀ ਕੁਛ ਦੱਸਿਆ। ਸ਼ਹਿਜ਼ਾਦੀ ਸਸੈਕਸ ਆਫ ਇਹ ਤੇ ਬਹੁਤ ਗੱਲਾਂ, ਡਿਊਕ ਐਂਡ ਡਚਸ ਆਫ ਸਸੈਕਸ। ਉਹ ਕਹਿੰਦੀ ਇੱਕ ਵਾਰ ਮੈਂ ਮਰਨ ਦੀ ਕੋਸ਼ਿਸ਼ ਕਰਨ ਲੱਗੀ ਸੀ, ਮੈਨੂੰ ਦਿਮਾਗ 'ਚ ਆਉਣ ਲੱਗ ਗਿਆ ਸੀ ਕਿ ਮੈਨੂੰ ਮਰਨਾ ਚਾਹੀਦਾ। ਜਵਾਕ ਦੇ ਜੰਮਣ ਤੋਂ ਪਹਿਲਾਂ ਕਹਿੰਦਾ ਗੱਲਾਂ ਇਹ ਹੋਣ ਲੱਗੀਆਂ ਵੀ ਇਹਦੀ ਸਕਿਨ ਕਿਹੋ ਜਿਹੀ ਹੋ। ਹੁਣ ਇਹ ਤਾਂ ਹੈਰੀ ਦਾ ਜ਼ੋਰ ਆ ਜਿਹੜਾ ਉਹਨੇ ਧੱਕੇ ਨਾਲ, ਜਾਂ ਉਹ 'ਚ ਡਿਆਨਾ ਦਾ ਜਿਹੜਾ ਉਹ ਦੂਜਾ ਭਾਈ ਵੀ ਇਹਦਾ ਹੀ ਹੈ, ਵੱਡਾ ਜਿਹੜਾ ਵਿਲੀਅਮ ਹੈ, ਅਤੇ ਉਹਦੀਆਂ ਅੱਖਾਂ, ਉਹਦਾ ਨੱਕ, ਉਹਦੀ ਅਕਲ ਉਹ ਦੱਸਦੀ ਆ ਵੀ ਉਹ ਕੀ ਹੈ। ਇਹ ਜਿਹੜਾ ਮੁੰਡੇ ਨੇ ਆਪਣੇ ਰੰਗ ਬਨ, ਪਹਿਲਾਂ ਇੰਗਲੈਂਡ ਤੋਂ ਬਾਅਦ ਫਿਰ ਇਹ ਰਾਜੇ, ਇਹਨਾਂ ਦੀ ਬਲੱਡ ਲਾਈਨ, ਉਹ 'ਚੋਂ ਨਿਕਲ ਕੇ ਇੱਕ ਸਿਆਹ ਰੰਗ ਦੀ ਕੁੜੀ ਨਾਲ ਵਿਆਹ ਕਰਾਇਆ। 2 ਘੰਟੇ ਦੀ ਉਹ ਇੰਟਰਵਿਊ ਵੇਖਣ ਵਾਲੀ ਆ ਵੀ ਹੁੰਦਾ ਕੀ ਹੈ, ਅਸਲ ਹੋ ਕੀ ਰਿਹਾ। ਅਤੇ ਮਤਲਬ ਉਹ ਐਡੀ ਪ੍ਰੈਸ਼ਰ 'ਚ ਚਲੇ ਗਏ, ਕਹਿੰਦੀ ਮੇਰਾ ਮਰਨ ਨੂੰ ਜੀ ਕਰ ਰਿਹਾ ਸੀ, ਸੁਈਸਾਈਡਲ ਥਾਟਸ ਆਉਣ ਲੱਗ ਗਏ ਸੀ। ਖਬਰਾਂ ਸੁਣਾ ਦਿਆਂ, ਖਬਰਾਂ ਤੋਂ ਬਾਅਦ ਸਰਦਾਰ ਸਿੰਘ ਬਰਾੜ ਨਾਲ ਚੰਡੀਗੜ੍ਹੋਂ ਗੱਲਬਾਤ ਹੋਏਗੀ। ਸਰਦਾਰ ਸਿੰਘ ਬਰਾੜ ਮੇਰੇ ਨਾਲ ਨੇ। ਬਹੁਤ ਵਾਰ ਸਰਦਾਰ ਬਰਾੜ ਨੂੰ ਤੁਸੀਂ ਸੁਣਿਆ, ਅਤੇ ਸਰਦਾਰ ਬਰਾੜ ਸਾਊਥ ਏਸ਼ੀਆ ਦੇ ਵਿੱਚ ਜਾਂ ਦੁਨੀਆ ਦੇ ਜਿੰਨੇ ਵੀ ਭੂ ਰਾਜਨੀਤਿਕ ਨੇ, ਉਹਨਾਂ ਦੇ ਵਿੱਚ ਭੂ ਰਾਜਨੀਤੀ ਦਾ ਫਰਕ ਕੀ ਹੋ ਰਿਹਾ, ਜੀਓ ਪੋਲੀਟੀਕਲ ਜਿਹੜੇ ਐਨਾਲਿਸਟ ਦੇ ਤੌਰ 'ਤੇ ਸਰਦਾਰ ਬਰਾੜ ਦਾ ਨਾਮ ਹੈ। ਉਹ ਮੇਰੇ ਨਾਲ ਨੇ, ਪੁੱਛਾਂਗੇ ਕਿ ਕੀ ਹੋ ਰਿਹਾ ਅੱਜ ਕੱਲ੍ਹ ਅਤੇ ਨਵਾਂ ਕੀ ਉਸ ਖਿੱਤੇ 'ਚ ਹੋ ਰਿਹਾ, ਅਤੇ ਪਹਿਲਾਂ ਸੰਘਰਸ਼ ਦੀ ਵੀ ਗੱਲ ਕਰਾਂਗੇ। ਬਰਾੜ ਸਾਹਿਬ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਰਾੜ ਸਾਹਿਬ, ਸ਼ੁਰੂ ਦੇ ਵਿੱਚ ਮੈਂ ਗੱਲਬਾਤ ਇਹ ਕਰਨੀ ਚਾਹੁੰਦਾ ਵੀ ਤੁਸੀਂ ਇਸ ਕਿਸਾਨ ਸੰਘਰਸ਼ ਦੇ ਮੋਰਚੇ ਨਾਲ ਜੁੜੇ ਰਹੇ ਹੋ, ਆਪਣੇ ਸ਼ੰਭੂ ਤੋਂ ਲੈ ਕੇ ਸਿੰਘੂ ਤੱਕ। 26 ਜਨਵਰੀ ਨੂੰ ਤੋਂ ਬਾਅਦ ਆਪਾਂ ਇਹਦਾ ਪੜਚੋਲ ਕਰ ਦਿੱਤਾ ਸੀ। ਹੁਣ ਅੱਜ ਦੇ ਦਿਨ ਜੇ ਵੇਖਣਾ ਹੋਵੇ ਤਾਂ ਕਿਸਾਨ ਸੰਘਰਸ਼ ਦਾ ਮੁਹਾਨ ਕਿੱਧਰ ਨੂੰ ਹੈ ਜੀ? ਗਿੱਲ ਸਾਹਿਬ, ਲਾਰਜਲੀ ਤਾਂ ਵੈਸੇ ਸਰਕਾਰ ਵੱਲੋਂ ਤਾਂ ਇੱਕ ਤਰ੍ਹਾਂ ਦੀ ਡੈਡਲੌਕ ਵਰਗੀ ਸਿਚੁਏਸ਼ਨ ਹੈਗੀ ਆ, ਉਹ ਕੋਈ ਰਿਸਪੌਂਡ ਨਹੀਂ ਕਰ ਰਹੀ ਹੈ। ਅਖੀਰ ਲਾਸਟ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਸੀ ਉਹ 26 ਜਨਵਰੀ ਤੋਂ 3-4 ਦਿਨ ਪਹਿਲਾਂ ਤੋਂ ਹੋਈ ਆ, ਤੇ ਹੁਣ ਤਾਂ ਤਕਰੀਬਨ 40 ਦਿਨ ਦੇ ਕਰੀਬ ਹੋਣ ਵਾਲੇ ਆ ਜਦੋਂ ਲਾਸਟ ਕੋਈ ਟਾਕਸ ਹੋਈਆਂ ਸੀ ਸਰਕਾਰ ਨਾਲ ਜੀ। ਤਾਂ ਇਹ ਇੱਕ ਤਰ੍ਹਾਂ ਦਾ ਡੈਡਲੌਕ ਆ। ਸਰਕਾਰ ਕੋਈ ਰਿਲੈਂਟ ਨਹੀਂ ਕਰ ਰਹੀ ਲੱਗ ਰਹੀ ਆ, ਉਹਨਾਂ ਪ੍ਰੈਸ਼ਰ ਥੱਲੇ ਨਹੀਂ ਗੀ ਕਿਸੇ ਢੰਗ ਦੇ। ਤੇ ਦੂਸਰੇ ਪਾਸੇ ਅੰਦਰੂਨੀ ਤੌਰ ਤੇ ਉਦੋਂ ਬਾਅਦ ਦੇਖੋ ਸ਼ਿਫਟ ਵੀ ਹੋਇਆ, ਟਕੈਤ ਸਾਹਿਬ ਵੀ ਸਟਰੋਂਗ ਹੋਏ ਆ, ਤੇ ਪੰਜਾਬ ਦੇ ਹੱਥੋਂ ਜਿਹੜਾ ਵੈਨਗਾਰਡ ਦਾ ਜਿਹੜਾ ਹਰਿਆਵਲ ਦਸਤਾ ਸੀ ਪੰਜਾਬ, ਇੱਕ ਤਰ੍ਹਾਂ ਉਹ ਥੋੜਾ ਜਿਹਾ ਸ਼ਿਫਟ ਹੋਇਆ ਦੂਜੇ ਪਾਸੇ। ਬਟ ਉਹਦੇ ਨਾਲ ਉਹ ਦੂਜੀਆਂ ਸਟੇਟਾਂ ਦੇ ਵਿੱਚੋਂ ਸ਼ਮੂਲੀਅਤ ਵੀ ਵਧੀ ਆ, ਮਤਲਬ ਪ੍ਰਪੋਰਸ਼ਨ ਦੇ ਵਿੱਚ ਜਿਹੜੀ ਪਹਿਲਾਂ ਘੱਟ ਸੀ ਹੁਣ ਥੋੜੀ ਜਿਹੀ ਉਹ ਰੇਸ਼ੋ ਵਧੀ ਆ। ਤੇ ਤੀਸਰਾ ਜਿਹੜੀ ਗੱਲ ਹੋਈ ਉਹ ਆਪਾਂ ਵੇਖਿਆ 26 ਤਰੀਕ ਤੋਂ ਬਾਅਦ ਇੱਕ ਵਾਰੀ ਤਾਂ ਬਿਲਕੁਲ ਹੀ 15-20 ਦਿਨ ਇਹ ਲੈ ਲਓ ਕਿ ਵੀ ਇੱਕ ਪੰਜਾਬ ਦੇ ਵਿੱਚ ਹੀ 2 ਫਾੜ ਜੇ ਹੁੰਦਾ ਨਜ਼ਰ ਆਇਆ ਸਾਨੂੰ ਸੰਘਰਸ਼। ਨੌਜਵਾਨ ਵੀ ਸੰਘਰਸ਼ ਹਲੇ ਵੀ ਘੱਟ ਨੰਬਰ 'ਚ ਜੁੜ ਰਹੇ ਆ, ਪਰ ਬਿਲਕੁਲ ਹੀ ਇੱਕ ਵਾਰੀ ਘੱਟ ਗਏ ਸੀ। ਦੂਜੇ ਪਾਸੇ ਪੰਥਕ ਜਿਹੜੇ ਅਦਾਰੇ ਸੀ ਉਹ ਵੀ ਮਾਰਜਨਲਾਈਜ਼ਡ ਜੇ ਹੋ ਗਏ ਸੀਗੇ, ਹਾਸ਼ੀਏ ਤੇ ਧੱਕੇ ਗਏ ਸੀਗੇ, ਜਾਂ ਉਹਨਾਂ ਦੇ ਵਿੱਚ ਵੀ ਇੱਕ ਤਰ੍ਹਾਂ ਉਹਨਾਂ ਨੂੰ ਵੀ ਸਟੇਜ ਤੋਂ ਪਾਸੇ ਕਰ ਦਿੱਤਾ ਗਿਆ ਸੀ ਕਹਿ ਲਓ, ਜਾਂ ਦਰਕਨਾਰ ਕੀਤਾ ਗਿਆ। ਪਰ ਉਹ ਸਾਰੀਆਂ ਚੀਜ਼ਾਂ ਹੁਣ ਪਿਛਲੇ 4-5 ਦਿਨਾਂ 'ਚ ਉਹਨਾਂ 'ਚ ਇੱਕ ਬਦਲਾਅ ਜਿਹਾ ਆ ਰਿਹਾ, ਜਿਹਦੇ ਵਿੱਚ
ਜਿਹੜੀਆਂ ਐਟਲੀਸਟ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਲੀਡਰਸ਼ਿਪ ਉਹਨੇ ਤਾਂ ਕਿਤੇ ਮਹਿਸੂਸ ਕੀਤਾ ਕਿ ਵੀ ਇਹ ਚੀਜ਼ਾਂ ਗਲਤ ਹੋ ਗਈਆਂ ਤੇ ਅਸੀਂ ਇੱਕ ਵਾਰੀ ਅਗਾਂਹ ਦੁਬਾਰਾ ਵਧੀਏ। ਹੁਣ ਉਹ ਕਿੰਨੇ ਕੁ ਸਿੰਸੀਅਰ ਆ ਜਾਂ ਕਿੰਨੇ ਕੁ ਇਸ ਗੱਲ ਪਿੱਛੇ ਇਹਦੇ ਤੇ ਪਹਿਰਾ ਦੇਣਗੇ ਉਹ ਸਮਾਂ ਹੀ ਦੱਸੂਗਾ। ਪਰ ਇੱਕ ਉਹ ਉਸ ਪਾਸੇ ਤੁਰੇ ਤਾਂ ਹੈ ਕਿ ਵੀ ਇਹ ਹੋਵੇ। ਕੱਲ ਡਿਬਡਬਾ ਸਾਹਿਬ ਨੇ ਸਰਦਾਰ ਹਰਦੀਪ ਸਿੰਘ ਡਿਬਡਬਾ ਜਿਨ੍ਹਾਂ ਦੇ ਪੋਤੇ ਦੀ ਸ਼ਹਾਦਤ ਹੋਈ, ਪਹਿਲਾਂ ਮੋਰਚੇ ਚੋਂ ਸ਼ਹਾਦਤ ਨੂੰ ਕੋਈ ਮੰਨਿਆ ਹੀ ਨਹੀਂ ਗਿਆ, ਪਰ ਫਿਰ ਉਹ ਮੰਨਿਆ ਤੇ ਹੁਣ ਉਹਨਾਂ ਨੇ ਹੀ ਇੱਕ ਐਫਰਟ ਕੀਤਾ। ਆਪਾਂ ਵੀ ਇੱਕ ਸੰਘਰਸ਼ ਸਹਿਯੋਗ ਜੱਥੇ ਨਾਂ ਤੇ ਇੱਕ ਕਹਿ ਲਓ ਇੱਕ ਲੋਕਾਂ ਦਾ ਇਕੱਠ ਕੀਤਾ ਸੀ ਤੇ ਭਾਜੀ ਮਨਧੀਰ ਸਿੰਘ ਹਰਿਆਣੇ ਤੇ ਇਹਨਾਂ ਨੇ ਇਕੱਠ ਕਰਕੇ ਤੇ ਇੱਕ ਆਪਣਾ ਤਾਲਮੇਲ ਜੱਥਾ ਕਹਿ ਲਓ ਜਾਂ ਕੁਛ ਬਣਾਇਆ ਜਿਹਦੇ ਕਰਕੇ ਕਿ ਵੀ ਥੋੜਾ ਜਿਹਾ ਅੱਗੇ ਕੋਈ ਰਸਤਾ ਖੁੱਲੇ। ਪਰ ਹਲੇ ਸ਼ੁਰੂਆਤ ਆ, ਮਤਲਬ ਹਲੇ ਪੌਦਾ ਸਮਝ ਲਓ ਦੁਬਾਰਾ ਪੁੰਗਰ ਰਿਹਾ ਤੇ ਵੇਖੋ ਕਿੱਥੇ ਤੱਕ ਜਾਂਦਾ ਹੈ ਜੀ। ਬਰਾੜ ਸਾਹਿਬ ਚਰਚਨਾ ਵੀ ਆਉਣਗੀਆਂ, ਦਿੱਕਤਾਂ ਵੀ ਆਉਣਗੀਆਂ। ਬਰਾੜ ਸਾਹਿਬ ਜਦ ਇੱਥੇ ਗੱਲ ਕਰਦੇ ਆ ਵੀ ਜਿਹੜਾ ਪੈਂਤੜਾ ਜਿਹੜਾ ਜਿੰਨੇ ਵੀ ਲੀਡਰਸ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਦੇ ਨੇ ਤਾਂ ਉਹਨਾਂ ਦਾ ਜਿਹੜਾ ਧਰਮ ਵਾਲੇ ਪਾਸੇ ਨੂੰ ਪੈਂਤੜਾ, ਹੁਣ ਜਿਵੇਂ ਕੱਲ੍ਹ ਹੀ ਬਹੁਤ ਵੱਡਾ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਕੱਠ ਹੋਇਆ ਅਗਰਾਹਾਂ ਦੇ ਜਿਹੜਾ ਸਿਸਟਮ ਦੇ ਅਗਰਾਹਾਂ ਦੀ ਜਥੇਬੰਦੀ ਦੇ ਥੱਲੇ। ਹੁਣ ਉਹਦੇ ਵਿੱਚ ਉਹ ਅਗਰਾਹਾਂ ਧਿਰ ਦੀ ਨੰਬਰ 2 ਲੀਡਰ ਆ ਜਿਹੜੀ ਹਰਵਿੰਦਰ ਕੌਰ ਬਿੰਦੂ, ਉਹ ਮੇਘਰਾਜ ਭਗਤੂਆਣਾ ਦੀ ਕੁੜੀ ਹੈ ਜਿਸ ਦੀ ਸੰਘਰਸ਼ ਦੇ ਵਿੱਚ ਹੱਤਿਆ ਕਰ ਦਿੱਤੀ ਗਈ। ਉੱਥੇ ਹੁਣ ਇਹ ਠੀਕ ਹੈ ਕੁਛ ਉਹਦਾ ਮੁਲਾਂਕਣ, ਸੰਘਰਸ਼ ਦਾ ਮੁਲਾਂਕਣ ਇੱਕ ਗੱਲ ਤੇ ਹੋ ਸਕਦਾ ਹੈ ਕਿ ਕੁਛ ਗਲਤ ਹੋਇਆ ਜਾਂ ਨਹੀਂ, 78 ਤੋਂ 95 ਗਲਤ ਉਸ ਦੀ ਗੱਲ ਹੋ ਸਕਦੀ ਆ। ਪਰ ਹੁਣ ਇੱਕ ਵੱਡੇ ਜਨ ਸਮੂਹ ਨੂੰ ਜਾਂ ਧਰਮ ਤੋਂ ਪਰਾਂ ਕਰਨ ਦੀ ਗੱਲ ਹੁੰਦੀ ਆ ਨਾ, ਜਿਵੇਂ ਹੁਣ ਉਹਦੇ ਵਿੱਚ ਜ਼ਿਆਦਾਤਰ ਬੀਬੀਆਂ ਕੇਸਰੀ ਦੁਪੱਟੇ ਤੇ ਗਾਤਰੇ ਉਹਨਾਂ ਦੇ ਪਾਏ ਨੇ, ਧਰਮ ਵਾਲੇ ਪਾਸੇ ਨੇ, ਤੇ ਉੱਥੇ ਸਟੇਜ ਤੇ ਜਿਹੜੇ ਸਲੋਗਨ ਨੇ ਖੌਰੂ ਪਾਉਂਦਾ ਧਰਮ ਹੰਕਾਰ, ਔਰਤ ਤੱਕ ਹੱਕਾਂ ਲਈ ਬੰਗਾਰ, ਧਰਮ ਸਿਆਸਤ ਪਾਈ ਕੰਘੀ ਰਲ ਕੇ ਔਰਤ ਫਾਹੇ ਟੰਗੀ, ਧਰਮ ਆਧਾਰਤ ਫਿਰਕੂ ਰਾਜ, ਔਰਤ ਦੀ ਬੰਦ ਕਰੇ ਆਵਾਜ਼, ਇਹ ਜਿਹੇ ਸਲੋਗਨ ਨੇ ਜਿਹੜੇ ਨਾਲ ਹੀ ਅਗਰਾਹਾਂ ਆਉਣੀ ਇਹ ਕਹਿੰਦੇ ਨੇ ਮੇਰੀਆਂ ਧੀਆਂ ਤੇ ਮੇਰੇ ਜਵਾਈ ਅੰਮ੍ਰਿਤਧਾਰੀ ਨੇ। ਇਹ ਜਿਹੜਾ ਪੈਂਤੜਾ ਇਹਦੇ ਤੇ ਜੇ ਤੁਸੀਂ ਮੁਨਾਸਬ ਸਮਝੋ ਕੋਈ ਗੱਲ ਕਰ ਸਕਦੇ ਹੋ ਕਿ ਜਦ ਇਹਦੀ ਇੱਥੇ ਗੱਲ ਚੱਲਦੀ ਹੈ ਦੋਨੇ ਤਰ੍ਹਾਂ ਸਾਹਮਣੋ ਸਾਹਮਣੀ ਖੜੀ ਹੋ ਜਾਂਦੀਆਂ ਨੇ। ਖੱਬੇ ਪੱਖੀ ਕਹਿੰਦੇ ਨੇ ਇਹ 'ਚ ਧਰਮ ਦੀ ਗੱਲ ਨਾ ਕਰੋ, ਧਰਮ ਵਾਲੇ ਇਹ ਗੱਲ ਕਹਿੰਦੇ ਨੇ ਵੀ ਬਿਨਾਂ ਧਰਮ ਤੋਂ ਸੰਘਰਸ਼ ਹੈ ਨਹੀਂ। ਤੁਸੀਂ ਇੱਕ ਚਿੰਤਕ ਦੇ ਤੌਰ ਤੇ ਕੀ ਸੋਚਦੇ ਹੋ? ਦੇਖੋ ਜੀ, ਇਹ ਗੱਲ ਕਹਿਣੀ ਕਿ ਵੀ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਸਿੱਖ ਧਰਮ ਦੇ ਉੱਤੇ ਜਾਂ ਬਲੇਮ ਲੱਗ ਹੀ ਨਹੀਂ ਸਕਦਾ। ਜੇ ਆਪਾਂ ਸਿੱਖੀ ਦਾ ਅਸੂਲ ਲਈਏ ਤਾਂ ਉਹਦੇ ਵਿੱਚ ਔਰਤ ਨੂੰ ਬਹੁਤ ਅੱਛਾ ਦਰਜਾ ਮਿਲਿਆ ਹੈ। ਹਜ਼ਾਰਾਂ ਆਪਾਂ ਇਨਸੀਡੈਂਟਸ ਕੋਟ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਗੁਰਬਾਣੀ ਆਪਦੇ ਆਪ 'ਚ ਹੀ ਔਰਤ ਨੂੰ ਇੱਕ ਸਥਾਨ ਦਿੰਦੀ ਹੈ ਸਪੈਸ਼ਲ। ਗੁਰੂਆਂ ਨੇ ਉਹ ਆਪਦੀ ਲਾਈਫ 'ਚ ਵੀ ਵਿਖਾਇਆ, ਆਪਦੀ ਟੀਚਿੰਗਸ ਵੀ ਵਿਖਾਇਆ। ਉਦੋਂ ਬਾਅਦ ਸਾਡੇ ਜਿੰਨੇ ਵੀ ਆਪਣਾ ਬਾਅਦ ਦੇ ਵਿੱਚ ਆਪਣਾ ਰਹਿਤਨਾਮੇ ਆਏ ਜਾਂ ਕੁਛ ਵੀ ਆਏ 18ਵੀਂ ਸਦੀ ਦੇ ਵਿੱਚ, ਉਹਦੇ ਵਿੱਚ ਵੀ ਬੜਾ ਕਲੀਅਰ ਹੈਗਾ ਕਿ ਔਰਤ ਬਾਰੇ ਉਹਨਾਂ ਦੇ ਸਟੈਂਡਸ ਬਿਲਕੁਲ ਕਲੀਅਰ ਹੈਗੇ ਆ ਕਿ ਵੀ ਉਹ ਕੀ ਕਹਿਣਾ ਚਾਹੁੰਦੇ ਸੀ ਉਹਦੇ ਵਿੱਚ। ਤੇ ਇੱਥੋਂ ਤੱਕ ਆ ਤੁਸੀਂ ਵੇਖੋ, ਚਾਹੇ ਭਾਈ ਦਇਆ ਸਿੰਘ ਦਾ, ਭਾਈ ਦੇਸਾ ਸਿੰਘ ਦਾ, ਭਾਈ ਚੌਪਾ ਸਿੰਘ ਦੇ ਰਹਿਤਨਾਮੇ ਆ ਜਿਹਦੇ ਚ ਉਹ ਕਹਿੰਦੇ ਵੀ ਕੁੜੀ ਮਾਰ ਦੇ ਉੱਤੇ ਸਪੈਸ਼ਲ ਉਹਨਾਂ ਨੇ ਡਿਸੀਜਨ ਲਏ ਸੀਗੇ ਜੀ। ਤੇ ਇਹਦੇ ਤੋਂ ਸੋ ਸਿੱਖੀ ਦੇ ਵਿੱਚ ਤਾਂ ਔਰਤ ਦਾ ਰੋਲ ਹੁਣ ਤੱਕ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਕੋਈ ਠੀਕ ਆ, ਕੋਈ ਇੱਕਾ ਦੁੱਕਾ ਇੰਸੀਡੈਂਟਸ ਹੋ ਸਕਦੇ, ਐਕਸੈਪਸ਼ਨਸ ਹੋ ਸਕਦੀਆਂ, ਬਟ ਜੇ ਧਰਮ ਦੇ ਐਂਗਲ ਤੋਂ ਵੇਖੀਏ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਵੀ ਕੋਈ ਇੰਝ ਹੀ ਪ੍ਰੋਬਲਮ ਆ। ਹੁਣ ਜੇ ਇੰਝ ਹੀ ਗੱਲ ਕੋਈ ਅਦਾਰਾ ਕਰਦਾ ਤੇ ਉਹ ਜੇ ਸੰਕੇਤ ਕਿਸੇ ਤੌਰ ਤੇ ਸਿੱਖੀ ਵੱਲ ਦੇ ਰਿਹਾ, ਹਾਲਾਂਕਿ ਵੇਖੋ ਉਹਨਾਂ ਦੀ ਲਾਰਜ ਫੋਲੋਇੰਗ ਆ ਸਿੱਖ ਧਰਮ ਦੇ ਲੋਕਾਂ ਦੀ ਉਸ ਅਦਾਰੇ ਦੇ ਵਿੱਚ, ਤਾਂ ਉਹ ਗਲਤ ਆ। ਸਪੈਸ਼ਲੀ ਇਸ ਘੜੀ ਦੇ ਵਿੱਚ ਜਦੋਂ ਕਿ ਪਹਿਲਾਂ ਹੀ ਇੱਕ ਪ੍ਰੋਬਲਮ ਆ ਰਹੀ ਹੈ ਤਾਂ ਉਹ ਇਸ ਮੈਸੇਜ ਦੇ ਰਿਹਾ। ਤਾਂ ਮੇਰੇ ਹਿਸਾਬ ਨਾਲ ਇਹ ਉਗਰਾਹਾਂ ਸਾਹਿਬ ਹੋਰ ਵੀ ਮੈਸੇਜ ਦੇ ਸਕਦੇ ਸੀਗੇ। ਔਰਤ ਦਾ ਬੜੇ ਕੰਮ ਕੀਤੇ ਜਾ ਸਕਦੇ ਆ ਤੇ ਸਪੈਸ਼ਲੀ ਧਰਮ ਨੂੰ ਟਾਰਗੇਟ ਕਰਨਾ ਤਾਂ ਉਹਨਾਂ ਦਾ ਬਿਲਕੁਲ ਹੀ ਗਲਤ ਹੈਗਾ। ਤੇ ਹੁਣ ਇਹਦੇ ਵਿੱਚ ਆਪਾਂ ਨੂੰ ਇਹ ਹੈ ਕਿ ਵੀ ਕਿਉਂਕਿ ਹਲੇ ਮੈਂ ਜਿਵੇਂ ਗੱਲ ਕੀਤੀ ਕਿ ਹਲੇ ਉਹ ਦੁਬਾਰਾ ਆਪਾਂ ਉਸ ਪਾਸੇ ਚੱਲ ਰਹੇ ਆ, ਤਾਂ ਇਸ ਗੱਲ ਦਾ ਇੱਕ ਤਰ੍ਹਾਂ ਦੀ ਰੋਸ ਜਾਂ ਸਪਸ਼ਟ ਕਰਨਾ ਚਾਹੀਦਾ ਆਪਾਂ ਨੂੰ ਉਹਨਾਂ ਨੂੰ ਕਿ ਵੀ ਇਹ ਗੱਲ ਠੀਕ ਨਹੀਂ, ਤੁਸੀਂ ਇਹ ਜਿਹੀਆਂ ਚੀਜ਼ਾਂ ਤੋਂ ਗੁਰੇਜ਼ ਕਰੋ। ਅੱਛਾ ਬਰਾੜ ਸਾਹਿਬ, ਹਾਂਜੀ ਕੰਪਲੀਟ ਕਰੋ। ਹਾਂਜੀ
ਜਿਹੜੇ ਇੰਜ ਨਾਰੇ ਆ, ਇਹ ਧਰਮ ਤੇ ਤਾਂ ਪਤਾ ਨਹੀਂ ਵਾਰ ਕਰ ਸਕਣਗੇ ਕਿ ਨਹੀਂ ਕਰ ਸਕਣਗੇ, ਕਿਉਂਕਿ ਮੈਂ ਇਹ ਫੀਲ ਕਰਦਾ ਕਿ ਵੀ ਸਿੱਖੀ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੈ ਇਸ ਇਲਾਕੇ 'ਚ, ਪਰ ਇਹ ਮੋਰਚੇ ਨੂੰ ਜ਼ਰੂਰ ਢਾਹ ਲਾਉਂਦੇ ਆ ਜੀ। ਮਤਲਬ ਇਹ ਜਿਹਾ ਕੰਮ ਜਿਹੜਾ ਉਹ ਕਰ ਰਹੇ ਆ, ਇਹ ਮੋਰਚੇ ਨੂੰ ਢਾਹ ਲਾਉਣ ਵਾਲੀ ਗੱਲ ਹੈਗੀ ਆ। ਇਹਦੇ ਤੋਂ ਇਹਨਾਂ ਨੂੰ ਹਟਣਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਤੇ ਜਿਹੜੀਆਂ ਸਿੱਖ ਸੰਸਥਾਵਾਂ ਸਪੈਸ਼ਲੀ ਸਾਡੇ ਵਰਗੇ ਲੋਕ ਆ, ਇਹਨਾਂ ਨੂੰ ਅੱਗੇ ਵੱਧ ਕੇ ਇਸ ਗੱਲ ਦਾ, ਉਹਨਾਂ ਤੱਕ ਇਸ ਗੱਲ ਦਾ ਰੋਸ ਆਪਦਾ ਪ੍ਰਗਟ ਕਰਨਾ ਚਾਹੀਦਾ, ਕਹਿਣਾ ਚਾਹੀਦਾ ਕਿ ਵੀ ਇਹ ਗਲਤ ਹੋਇਆ ਜੋ ਕਰਤਾ। ਇਸ ਸੰਘਰਸ਼ ਦੇ ਦੌਰਾਨ ਹੀ ਕੁਝ ਚੀਨ ਦੇ ਨਾਲ ਕੁਝ ਸੰਧੀਆਂ ਹੋਈਆਂ ਨੇ। ਆਪਾਂ ਨੂੰ ਪਤਾ ਹੈ, ਤੁਸੀਂ ਕਵਰ ਕੀਤਾ ਸੀ ਜਦ ਲਦਾਖ ਵਾਲਾ ਜਿਹੜਾ ਸਟੈਂਡ ਆਫ ਹੋਇਆ ਸੀ 8 ਫਿੰਗਰਸ ਦਾ। ਉਹਦੇ ਬਾਅਦ ਡੋਕਲਮ ਦੇ ਨੂੰ ਚਿਕਨਸ ਨੈਕ ਵਾਲੇ ਨੂੰ ਬਹੁਤ ਵਾਰ ਸਮਝਾ ਦੀ ਕੋਸ਼ਿਸ਼ ਕੀਤੀ ਆ। ਔਰ ਨਾਚਨ ਵਾਲੇ ਪਾਸੇ ਇੱਕ ਪਿਕਚਰ ਆ ਰਹੀ ਸੀ ਜਿਹੜੀ ਸੈਟੇਲਾਈਟ ਪਿਕਚਰ ਹੈ ਵੀ ਪਹਿਲਾਂ ਉੱਥੇ ਕੁਛ ਨਹੀਂ ਸੀ, ਫਿਰ ਹੁਣ ਪਿੰਡ ਵਸਿਆ ਹੋਇਆ। ਇਹਨਾਂ ਦੌਰਾਨ ਕੁਛ ਚੀਨ ਨੇ ਇਹੋ ਜਿਹਾ ਕੁਛ ਹੋਇਆ ਜਿਹਦੇ ਬਾਰੇ ਤੁਹਾਡਾ ਪਿਛਲੇ ਦਿਨੀ ਬਹੁਤ ਇੱਕ ਵਧੀਆ ਵਿਸ਼ਲੇਸ਼ਣ ਸੀ ਸਿੱਖ ਸਿਆਸਤ ਤੇ। ਉਹਦੇ ਬਾਰੇ ਦੱਸੋ ਜੀ ਵੀ ਇਹ ਕੀ ਇਸ ਜਦ ਇੱਕ ਪਾਸੇ ਲੋਕ ਦਿੱਲੀ 'ਚ ਦੇਖ ਰਹੇ ਸੀ ਮੋਰਚੇ 'ਚ, ਉਸ ਸਮੇਂ ਭਾਰਤ ਸਰਕਾਰ ਨੇ ਚੀਨ ਨਾਲ ਕੁਝ ਸਮਝੌਤੇ ਕੀਤੇ ਨੇ, ਉਹ ਕਿਹੜੇ ਨੇ ਜੀ? ਆਪਣਾ ਜੀ ਪਿਛਲੇ ਦਿਨੀ ਚੀਨ ਲਾਈਨ ਆਫ ਐਕਚੁਅਲ ਕੰਟਰੋਲ ਤੇ ਲੈ ਕੇ ਚੀਨ ਤਕਰੀਬਨ 4 ਏਰੀਆਸ 'ਚ ਵੱਧ ਗਿਆ ਸੀ। ਇੱਕ ਪੈਂਗੋਂਗ ਲੇਕ ਸੀ, ਇੱਕ ਡਿਪਸਾਂਗ ਸੀ। ਡਿਪਸਾਂਗ ਜਿਹੜਾ ਦੌਲਤ ਬੇਗ ਓਲਦੀ ਦੇ ਨਾਲੇ ਨਜ਼ਦੀਕ ਜਿਹੜਾ ਏਅਰਪੋਰਟ ਆ ਤੇ ਸਿਆਚਨ ਗਲੇਸ਼ੀਅਰ ਵਾਲਾ ਇਲਾਕਾ ਹੈ, ਉਹਦੇ ਨੇੜੇ ਇੱਕ ਬੜੀ ਇੰਪੋਰਟੈਂਟ ਜਗ੍ਹਾ ਹੈਗੀ ਆ। ਤੇ ਗੋਗਰਾ ਤੇ ਹੌਟ ਸਪ੍ਰਿੰਗਸ ਗਲਵਾਨ ਦੇ ਨੇੜੇ ਉਹ ਅੱਗੇ ਵਧਿਆ ਸੀ। ਤੇ ਉਹ ਜਿਹੜੀ ਸੜਕ ਕਨੈਕਟ ਕਰਦੀ ਹੈ ਸ਼ਾਇਓਕ ਨੂੰ ਦੌਲਤ ਬੇਗ ਓਲਦੀ ਬਹੁਤ ਇੰਪੋਰਟੈਂਟ ਏਅਰਪੋਰਟ ਆ ਉਸ ਖਿੱਤੇ ਦਾ, ਤੇ ਉੱਥੋਂ ਹੀ ਸਿਆਚਨ ਕੰਟਰੋਲ ਹੁੰਦਾ, ਉਹਨੂੰ ਕਨੈਕਟ ਕਰਦੀ ਹੈ। ਹੁਣ ਚੀਨ ਉਹਨੂੰ ਓਵਰਲੁੱਕ ਕਰਦਾ। ਚੀਨ ਨੇ ਆਪਦੀ ਪੁਰਾਣੀ ਸਟ੍ਰੈਟਜੀ ਦੇ ਮੁਤਾਬਕ ਉਹ 4 ਜਗ੍ਹਾ 'ਚ ਅੱਗੇ ਵਧਿਆ, ਉਹਨਾਂ 'ਚੋਂ ਇੱਕ ਜਗ੍ਹਾ 'ਚੋਂ ਡਿਸੰਗੇਜ ਹੋਣ ਨੂੰ ਤਿਆਰ ਹੋ ਗਿਆ ਤੇ ਬਾਕੀ 'ਚ ਉਹ ਡਿਸੰਗੇਜ ਨਹੀਂ ਹੋ ਰਿਹਾ ਹੁਣ। ਤਾਂ ਮੋਟੇ ਤੌਰ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਪਿਛਲੇ ਸਮੇਂ 'ਚ ਕੁਛ 15-20 ਦਿਨਾਂ 'ਚ ਜੋ ਹੋਇਆ, ਉਹ ਚੀਨ ਦੀ ਸਰਦਾਰੀ ਕਹਿ ਲਓ ਜਾਂ ਚੀਨ ਨੂੰ ਅਪੀਜ਼ ਕਰਨ ਦੀ ਇੱਕ ਪਾਲਿਸੀ ਹਿੰਦੁਸਤਾਨ ਦੀ ਸਾਹਮਣੇ ਆਉਂਦੀ ਆ। ਹਾਲਾਂਕਿ ਰਾਜਨਾਥ ਸਿੰਘ ਜੀ ਨੇ ਕਿਹਾ ਸੀ ਕਿ 48 ਘੰਟਿਆਂ 'ਚ ਬਾਕੀ ਏਰੀਆਸ 'ਚ ਵੀ ਡਿਸੰਗੇਜ ਹੋਵਾਂਗੇ, ਪਰ ਜਿਵੇਂ ਪਹਿਲਾਂ ਜਦੋਂ ਚੀਨ ਅੱਗੇ ਵਧਿਆ ਸੀ ਉਦੋਂ ਮੈਂ ਵੀ ਕਿਹਾ ਸੀ ਤੇ ਬਾਕੀ ਹੋਰ ਥਿੰਕਰਸ ਨੇ ਕਿਹਾ ਸੀਗਾ ਕਿ ਚੀਨ ਇੱਕ ਜਗ੍ਹਾ ਦਾ ਰੌਲਾ ਪਾਊਗਾ ਪੈਂਗੋਂਗ ਲੇਕ ਦਾ, ਤੇ ਉੱਥੇ ਥੋੜੀ ਬਹੁਤ ਛੋਟ ਦੇ ਕੇ ਬਾਕੀ ਜਗ੍ਹਾ ਤੇ ਉਹ ਜੰਮ ਜੂਗਾ। ਹੁਣ ਚੀਨ ਤਕਰੀਬਨ 1959 ਦੀ, ਮੈਂ ਬੜੇ ਸੰਖੇਪ 'ਚ ਹੀ ਗੱਲ ਕਰ ਰਿਹਾ, 1959 'ਚ ਜੋ ਉਹਦੀ ਮੰਗ ਸੀਗੀ ਉਸ ਜਗ੍ਹਾ ਤੇ ਉਹ ਖੜ ਗਿਆ। ਬਟ 1959 ਦੇ ਵਿੱਚ ਚਾਓ ਐਨ ਲਾਈ ਸਮਝੌਤਾ ਕਰਨ ਨੂੰ ਤਿਆਰ ਸੀ। ਅੱਜ ਚੀਨ ਉਸ ਜਗ੍ਹਾ ਤੇ ਸਮਝੌਤਾ ਵੀ ਨਹੀਂ ਕਰਨ ਨੂੰ ਤਿਆਰ, ਹਲੇ ਵੀ ਉਹਨੇ ਬਾਰਡਰ ਇਸ਼ੂ ਨੂੰ ਖੁੱਲਾ ਰੱਖਿਆ ਹੋਇਆ। ਦੂਸਰਾ ਉਹਨੇ ਕੀ ਕੀਤਾ ਹੈ ਗਿੱਲ ਸਾਹਿਬ, ਉਹਨੇ ਭਾਰਤ ਨੂੰ ਫੋਰਸ ਕੀਤਾ ਹੈ ਬਾਲਾਕੋਟ ਦੀ ਐਨੀਵਰਸਰੀ ਦੇ ਉੱਤੇ ਕਿ ਉਹ LOC ਦੇ ਉੱਤੇ ਪਾਕਿਸਤਾਨ ਨਾਲ ਸਮਝੌਤਾ ਕਰੇ ਸੀਜ਼ ਫਾਇਰ ਦਾ। ਅੱਛਾ ਜੀ। ਇਹ ਭਾਰਤ ਦੀ ਪੁਰਾਣੀ ਨੀਤੀ ਤੋਂ ਬਿਲਕੁਲ ਉਲਟ ਜਾ ਕੇ ਹੁੰਦਾ, ਜਿੱਥੇ ਉਹ ਕਹਿੰਦਾ ਸੀ ਵੀ ਟੈਰਰ ਐਂਡ ਟਾਕਸ ਕੈਨ ਨਾਟ ਗੋ ਟੂਗੈਦਰ। ਬਿਲਕੁਲ ਠੀਕ। ਤਾਂ ਸਡਨਲੀ ਉਹ 3 ਸਾਲ ਜਾਂ 4 ਸਾਲ ਤੋਂ ਜੋ ਮੋਦੀ ਸਰਕਾਰ ਦੀ ਨੀਤੀ ਉਹਦੇ 'ਚ ਰਿਵਰਸਲ ਹੋ ਗਈ ਆ, ਤੇ ਉਧਰੋਂ ਪਾਕਿਸਤਾਨ ਦੀ ਨੀਤੀ 'ਚ ਵੀ ਰਿਵਰਸਲ ਹੋਈ ਆ। ਉਹ ਕਹਿੰਦੇ ਸੀਗੇ ਕਿ ਜਿੰਨੀ ਦੇਰ ਜੀ ਕਸ਼ਮੀਰ ਦਾ ਮਸਲਾ ਨਹੀਂ ਹੱਲ ਹੁੰਦਾ ਉਨੀ ਦੇਰ ਨਹੀਂ ਕਰਦੇ। ਸੋ ਇਹ ਜਿਹੜਾ ਸਮਝੌਤਾ ਕਰਾਇਆ ਗਿਆ, ਇਹ ਚਾਈਨੀਜ਼ ਇੰਟਰਸਟ ਆ ਜਿਹੜਾ CPEC ਦਾ, ਉਹਨੂੰ ਵੇਖਦੇ ਹੋਏ ਉਹਨੇ ਦੋਨਾਂ ਦੇਸ਼ਾਂ ਤੇ ਘੁਰਕੀ ਮਾਰੀ ਹੈ ਕਿ ਵੀ ਲੜਨਾ ਨਹੀਂ ਕਿਉਂਕਿ ਮੇਰਾ ਇੰਟਰਸਟ ਇਨਵੋਲਡ ਹੈ। ਸੋ ਮੋਟੇ ਤੌਰ ਤੇ ਆਪਾਂ ਵੇਖੀਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ ਚੀਨ ਨੇ ਜਿਹੜੀ ਦੱਖਣੀ ਏਸ਼ੀਆ ਦੀ ਰਾਜਨੀਤੀ ਆ ਉਹਦੇ ਉੱਤੇ ਇੱਕ ਵਾਰੀ ਉਹ ਹਾਵੀ ਹੋ ਗਿਆ, ਉਸ ਦੱਖਣ ਏਸ਼ੀਆ ਦੇ ਉੱਤੇ ਉਹਦਾ ਗਲਬਾ ਪੈਂਦਾ ਜਾ ਰਿਹਾ। ਤੇ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਕਿ ਅਮਰੀਕਾ ਦਾ ਜਿਹੜਾ ਰਿਐਕਸ਼ਨ ਹੈਗਾ, ਅਮਰੀਕਨ ਪਬਲਿਕ ਦਾ ਤਾਂ ਨਹੀਂ ਇੰਨਾ ਰਿਐਕਸ਼ਨ, ਪਰ ਅਮਰੀਕਨ ਇੰਪੋਰਟੈਂਟ ਲੋਕਾਂ ਦਾ, ਉਹਨਾਂ ਦੇ ਅਦਾਰਿਆਂ ਦਾ ਤੇ ਉਹਨਾਂ ਦੀ ਸੈਲੀਬ੍ਰਿਟੀਜ਼ ਦਾ ਜਿਹੜਾ ਰਿਐਕਸ਼ਨ ਆ, ਉਹ ਕਿਤੇ ਨਾ ਕਿਤੇ ਪੱਛਮੀ ਦੇਸ਼ਾਂ ਨੇ ਫਾਰਮਰਸ ਪ੍ਰੋਟੈਸਟ ਦੇ ਵਿੱਚ ਇਸ ਕਰਕੇ ਵੀ ਮੋਟੀਵੇਟ ਕੀਤਾ ਗਿਆ ਕਿ ਜਿਹੜਾ ਪੱਛਮ ਆ ਉਹ ਇਹਨੂੰ ਚੰਗੀ ਤਰ੍ਹਾਂ ਉਹਦੇ ਵਾਸਤੇ ਕੋਈ ਸੁਖਾਵਾਂ ਸੁਨੇਹਾ ਨਹੀਂ ਕਿ ਭਾਰਤ ਚੀਨ ਨਾਲ ਇਸ ਤਰੀਕੇ ਨਾਲ ਸਮਝੌਤਾ ਕਰ ਜੇ ਤੇ CPEC ਸੇਫ ਹੋ ਜੇ। ਜੀ ਬਰਾੜ ਸਾਹਿਬ, ਬਹੁਤ ਉਹਨੂੰ ਡੀਟੇਲ ਦੇ ਵਿੱਚ ਮੈਂ ਇਹਦੇ ਸਿਲਕ ਰਾਊਟ ਨੂੰ ਦੱਸਦਾ ਰਹਿਣਾ ਵੀ ਕਿਵੇਂ ਸਾਰਾ ਉਹ ਅਫਰੀਕਨ ਕੰਟੀਨੈਂਟ ਨੂੰ ਜਿਹੜਾ ਉਹ ਗਲਬੇ 'ਚ ਲੈ ਰਿਹਾ, ਮਾੜੇ ਬੰਦਿਆਂ ਨੂੰ ਕਰਜ਼ਾ ਦੇ ਰਿਹਾ। ਸ਼੍ਰੀਲੰਕਾ ਦੇ ਵਿੱਚ ਬੈਠਾ ਗਵਾਦਰ ਤੱਕ ਜਿਹੜਾ ਬਿਲਕੁਲ ਜਿਹੜੀ ਉਹਦੀ ਸੜਕ ਦਾ ਲੈ ਆਉਣਾ,
ਸੋ ਇਹ ਜਿਹੜਾ ਉਹਦਾ ਜ਼ੋਰ ਵੱਧਦਾ, ਪਿਛਲੇ ਦਿਨੀ ਉਸਨੇ ਜਿਹੜਾ ਤਾਇਵਾਨ ਦੀ ਖਾੜੀ ਦੇ ਆਲੇ ਦੁਆਲੇ ਜਾਂ ਸਾਊਥ ਚਾਈਨਾ ਸੀ ਦੇ ਵਿੱਚ ਜਿਹੜੇ ਉਹਨੇ ਆਪਣੇ ਬਣਾਏ ਨੇ ਜਿਹੜੇ ਆਰਟੀਫਿਸ਼ੀਅਲ ਉਹਦੇ ਆਈਲੈਂਡਸ ਨੇ, ਅੱਛਾ ਇਹਦਾ ਜਿਹੜਾ ਵੱਧਦਾ ਜ਼ੋਰ, ਤੇ ਇੱਕ ਜਿਹੜਾ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼ ਦਾ ਇੱਕ ਦਿਨ ਲੇਖ ਕਿ ਜਿਹੜਾ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਉਹ ਕੰਟਰੋਲ ਕਰੀ ਬੈਠਾ, ਪਾਣੀ ਬੰਨੀ ਬੈਠਾ, ਉਹ ਸਭ ਤੋਂ ਵੱਡਾ ਜਿਹੜਾ ਉਜਾੜ ਹੈ। ਈਵਨ ਸ਼ੇਖਰ ਗੁਪਤਾ ਜੇ ਵਰਗੇ ਜਿਹੜੇ ਜਿਨ੍ਹਾਂ ਦੀ ਬੜੀ ਬਦਕਾਰ ਭੂਮਿਕਾ ਰਹੀ 78 ਤੋਂ 94 ਤੱਕ ਇੱਕ ਪਾਸੇ ਲਿਖਣ ਵਾਲੇ, ਉਹ ਵੀ ਚੀਨ ਦੀ ਇਸ ਜ਼ੋਰ ਨੂੰ ਮੰਨ ਰਹੇ ਨੇ। ਸੋ ਓਵਰਆਲ ਚੀਨ ਦਾ ਵੱਧਦਾ ਜ਼ੋਰ ਹੈ ਜਿਹੜਾ, ਉਹਨੂੰ ਤੁਸੀਂ ਕਿੱਧਰ ਨੂੰ ਲੈ ਕੇ ਜਾਂਦੇ ਹੋ ਬਈ? ਉਹਦਾ ਐਗਰੈਸ਼ਨ ਹੈ ਜਾਂ ਉਹ ਇਸ ਨੂੰ ਅਮਰੀਕਾ ਤੇ ਰੂਸ ਦੇ ਗਲਬੇ ਤੋਂ ਏਸ਼ੀਆ ਨੂੰ ਪਰਾਂ ਰੱਖਣਾ ਚਾਹੁੰਦਾ? ਉਹਦਾ ਜਿਹੜਾ ਐਂਡ ਗੋਲ ਕੀ ਹੈ? ਜਾਂ ਫਿਰ 1.5 ਬਿਲੀਅਨ ਲੋਕਾਂ ਦੀ ਇੱਕ ਮੰਡੀ ਹੈ ਜਿਹੜੀ ਉਹਦੇ ਤੇ ਉਹ ਕੰਟਰੋਲ ਕਰਨਾ ਚਾਹੁੰਦਾ? ਗਿੱਲ ਸਾਹਿਬ, ਜਦੋਂ ਵੀ ਕੋਈ ਪਰਿਵਾਰ ਹੋਵੇ ਚਾਹੇ ਕੋਈ ਦੇਸ਼ ਹੋਵੇ, ਉਹ ਜਿਵੇਂ ਜਿਵੇਂ ਤਰੱਕੀ ਕਰਦਾ ਹੈ ਇਕਨੋਮਿਕਲੀ, ਤਾਂ ਉਹਦੀਆਂ ਇਨਸਿਕਿਉਰਿਟੀਜ਼ ਵੀ ਵੱਧ ਜਾਂਦੀਆਂ ਤੇ ਉਹਦੀਆਂ ਇੱਛਾਵਾਂ ਵੀ ਵੱਧ ਜਾਂਦੀਆਂ ਜੀ, ਠੀਕ ਹੈ ਨਾ। ਤੇ ਚੀਨ ਵੀ ਆਪਾਂ ਜੇ ਵੇਖਾਂਗੇ, ਉਹਨੇ ਉਹ ਜੋੜਾ ਕੁਝ ਦੇਸ਼ਾਂ ਨੇ, ਅਮਰੀਕਾ ਵਰਗਿਆਂ ਨੇ 200 ਸਾਲ ਚ ਜਾਂ 100 ਸਾਲ ਚ, 150 ਸਾਲ ਚ ਕੀਤਾ ਸੀ, ਤਾਂ ਚੀਨ ਵੀ ਚੀਨ ਨੇ ਤਕਰੀਬਨ ਉਹ ਪਿਛਲੇ 30-40 ਸਾਲ ਚ ਹਾਸਲ ਕਰ ਲਿਆ ਇਕਨੋਮਿਕ ਪ੍ਰੋਗਰੈਸ ਦੇ ਨਾਂ ਤੇ, ਠੀਕ ਹੈ ਜੀ। ਉਹ ਜਿਹੜੀ ਚੀਜ਼ ਆ ਉਹਨੂੰ ਹੁਣ ਉਹਨੇ ਪ੍ਰੋਟੈਕਟ ਕਰਨਾ ਤੇ ਆਪਦੀ ਤਾਕਤ ਨੂੰ ਵਰਲਡ ਚੋਂ ਲੀਵਰੇਜ ਕਰਨ ਲੱਗ ਗਿਆ। ਕਿਤੇ ਪਹਿਲਾਂ ਉਹ ਚਾਹੁੰਦਾ ਸੀਗਾ ਕਿ ਏਸ਼ੀਆ ਚ ਹੀ ਕਰਾਂ, ਪਰ ਹੁਣ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਉਂਦਾ ਕਿ ਉਹ ਵਰਲਡ ਦੇ ਵਿੱਚ ਹੀ ਨਿਕਲਣਾ ਚਾਹੁੰਦਾ ਹੈ। ਤੇ ਉਹ ਕਰਨ ਵਾਸਤੇ ਇਹ ਤਾਕਤ ਜਾਂ ਸੁਪਰ ਪਾਵਰ ਦੀ ਜਿਹੜੀ ਹਸਤੀ ਬਣਾਉਣ ਵਾਸਤੇ ਉਹਨੂੰ ਆਪਦਾ ਆਲਾ ਦੁਆਲਾ ਜਿਹੜਾ ਉਹਨੂੰ ਸੈਨੀਟਾਈਜ਼ ਕਹਿੰਦੇ ਆਪਾਂ ਮਿਲਟਰੀ ਟਰਮ। ਸੈਨੀਟਾਈਜ਼ ਤੋਂ ਮਤਲਬ ਆਸਾ ਪਾਸਾ ਜਿਹੜਾ ਹੈ ਉਹਦੇ ਤੋਂ ਨਾ ਉਹਨੂੰ ਕੋਈ ਦਿੱਕਤ ਹੋ ਜੇ, ਤਾਂ ਉਹਦੇ ਵਿੱਚ ਉਹਨੂੰ ਇੱਕ ਸੇਫ ਸਮੁੰਦਰ, ਹੁਣ ਤੁਸੀਂ ਜਿਵੇਂ ਅਮਰੀਕਾ ਚ ਜਾਂ ਕੈਨੇਡਾ ਚ, ਅਮਰੀਕਾ ਚ ਬੈਠੇ ਵੇਖੋਗੇ ਤਾਂ ਉਹਦੇ ਦੋ ਪਾਸੇ ਬੜੇ ਵੱਡੇ ਸਮੁੰਦਰ ਆ ਜਿਹਦੇ ਦੂਰ ਦੂਰ ਤੱਕ ਉਹਨੂੰ ਕੋਈ ਖਤਰਾ ਨਹੀਂ। ਜੀ। ਉਧਰਲੇ ਪਾਸੇ ਕੈਨੇਡਾ ਤੇ ਮੈਕਸੀਕੋ ਉਹਦੇ ਦੋ ਮੁਲਕ ਲੱਗਦੇ ਆ ਜਿਹੜੇ ਕਿ ਉਹਨੂੰ ਕੋਈ ਉਹਦੇ ਤੋਂ ਦੋਨਾਂ ਮੁਲਕਾਂ ਤੋਂ ਉਹਨੂੰ ਮਿਲਟਰੀ ਖਤਰਾ ਕੋਈ ਨਹੀਂ ਗਾ। ਮਾਰਕੀਟ ਦੇ ਵਿੱਚ ਕੰਪੀਟੀਸ਼ਨ ਕੋਈ ਹੋ ਸਕਦਾ ਪਰ ਜ਼ਿਆਦਾ ਵੱਡਾ ਕੋਈ ਖਤਰਾ ਨਹੀਂ ਦੋਨਾਂ ਦੇਸ਼ਾਂ ਤੋਂ। ਤੇ ਜੇ ਕੋਈ ਥੋੜਾ ਬਹੁਤ ਉਹਨੂੰ ਖਤਰਾ ਸੀ ਤਾਂ ਕਿਊਬਾ ਤੋਂ ਖਤਰਾ ਹੁੰਦਾ ਸੀ ਜਦੋਂ ਉਹਨੇ ਮਿਜ਼ਾਈਲ ਚਲਾਈਆਂ ਸੀ, ਪਰ ਹੁਣ ਉਹ ਵੀ ਖਤਰਾ ਟਲ ਗਿਆ। ਇਸੇ ਤਰ੍ਹਾਂ ਚੀਨ ਵੀ ਚਾਹੁੰਦਾ ਵੀ ਉਹ ਆਪਦੇ ਆਸੇ ਪਾਸੇ ਦੇ ਸਾਰੇ ਜੇ ਖਤਰੇ ਉਹਨਾਂ ਨੂੰ ਜਾਂ ਕਮਜ਼ੋਰ ਕਰ ਦੇ ਜਾਂ ਆਪਦੇ ਗਲਬੇ ਹੇਠ ਲੈ ਲੇ। ਸੋ ਇਹ ਸਾਰੀ ਉਹਦਾ ਉਸ ਚ ਰੋਲ ਹੈਗਾ। ਦੂਜੇ ਪਾਸੇ ਅਮਰੀਕਾ ਇਹ ਚਾਹੂਗਾ ਕਿ ਉਹ ਚੀਨ ਦੀ ਘੇਰਾਬੰਦੀ ਕਿਸੇ ਢੰਗ ਨਾਲ ਵੀ ਕਰ ਦੇਵੇ, ਉਹ ਚਾਹੇ ਕੁਆਡਸ ਬਣਾ ਕੇ ਕਰੇ। ਜੇ ਹੁਣ ਕਿਤੇ ਨਾ ਉਹਨੂੰ ਇਹ ਵੀ ਲੱਗ ਰਿਹਾ ਹੋ ਸਕਦਾ ਅਮਰੀਕਾ ਨੂੰ ਵੀ ਭਾਰਤ ਉਸ ਤਰੀਕੇ ਨਾਲ ਸਾਡਾ ਸਾਥ ਨਹੀਂ ਦੇ ਰਿਹਾ ਜਿਸ ਤਰੀਕੇ ਨਾਲ ਐਕਸਪੈਕਟ ਕਰਦੇ ਸੀ ਪਿਛਲੇ 20 ਸਾਲਾਂ ਚ, ਤਾਂ ਉਹ ਵੀ ਕਿਉਂਕਿ ਜੇ ਜਿਹੜਾ ਸਮਝੌਤਾ ਹੋਇਆ ਇਹਦੇ ਉੱਤੇ ਅਮਰੀਕਾ ਖੁਸ਼ ਨਹੀਂ ਹੋ ਸਕਦਾ ਕਦੀ ਵੀ। ਤੇ ਉਹ ਕਿਉਂਕਿ ਰੂਸ ਨੇ ਕਰਵਾਇਆ, ਦੂਜੀ ਗੱਲ ਤੱਕ ਸਾਹਮਣੇ ਆ ਗਿਆ ਕਿ ਅਕਤੂਬਰ ਚ ਰੂਸ ਨੇ ਕਰਵਾਇਆ ਸੀ, ਉਹੀ ਸਮਝੌਤਾ ਲਾਗੂ ਹੋ ਰਿਹਾ। ਸੋ ਇਹ ਸਾਰੇ ਨਵੀਂ ਜਿਹੜੀ ਰੀਸੈਟਲਮੈਂਟ ਹੋ ਰਹੀ ਆ, ਹਿੰਦੁਸਤਾਨ ਉਹ ਗਲਬੇ ਚੋਂ ਨਿਕਲਣਾ ਚਾਹੁੰਦਾ, ਚੀਨ ਵਧਣਾ ਚਾਹੁੰਦਾ, ਰੂਸ ਅਮਰੀਕਾ ਕੰਟਰੋਲ ਕਰਨਾ ਚਾਹੁੰਦਾ, ਉਹ ਸਾਰੀ ਗੇਮ ਚੱਲ ਰਹੀ ਆ ਇੱਕ ਦੂਜੇ ਨਾਲ। ਵੇਖੋ ਇਹਦਾ ਰਿਜ਼ਲਟ ਕੀ ਨਿਕਲਦਾ, ਪਰ ਹਲੇ ਤੱਕ ਚੀਨ ਕੰਟੇਨ ਨਹੀਂ ਚੀਨ ਨੂੰ ਰੋਕ ਨਹੀਂ ਪਾ ਰਹੇ ਜੋ ਨੀਤੀ ਹਲੇ ਤੱਕ। ਅੱਛਾ ਬਰਾੜ ਸਾਹਿਬ, ਇਹਦੇ ਨਾਲ ਹੀ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਪਾਕਿਸਤਾਨ ਤੇ ਸਾਡਾ, ਕਿਉਂਕਿ ਜਦ ਭਾਰਤ 'ਚ ਕੁਛ ਆਉਂਦਾ ਹੈ ਉਸੇ ਸਮੇਂ ISI ਪਾਕਿਸਤਾਨ ਦੇ ਵਿੱਚ ਟਾਈਮਜ਼ ਨੇ ਪਿਛਲੇ ਦਿਨੀ ਇੰਡੀਆ ਟੂਡੇ 'ਚ ਇੱਕ ਬਹੁਤ ਵੱਡਾ ਸਿਰਲੇਖ, ਉਹਦੇ 'ਚ ਜਿਹੜੇ ਬੰਦੇ ਸਿੱਖ ਸੰਘਰਸ਼ ਵੇਲੇ ਦੇ ਪਾਕਿਸਤਾਨ 'ਚ ਬੈਠੇ ਆ, ਉਹ ਐਨਮੀ ਆਫ ਸਟੇਟ, ਉਹਨਾਂ ਨੂੰ ਲਿਖ ਕੇ ਬਹੁਤ ਵੱਡਾ ਇੱਕ ਲੇਖ ਹੈ। ਜਦ ਭਾਰਤ 'ਚ ਕੁਛ ਹੁੰਦਾ ਪਾਕਿਸਤਾਨ ਦੇ ਨਾਲ ਉਸ ਨੂੰ ਜੋੜਿਆ ਜਾਂਦਾ, ਕਿਉਂਕਿ ਚਲੋ ਚੀਨ ਨਾਲ ਵੀ ਅਸੀਂ ਲੱਗਦੇ ਹਾਂ ਪਰ ਚੀਨ ਨਾਲ ਉਸ ਤਰ੍ਹਾਂ ਹੀ ਲੱਗਦੇ ਜਿਸ ਤਰ੍ਹਾਂ ਭਾਰਤ ਦੇ ਨਾਲ ਅਸੀਂ ਪਾਕਿਸਤਾਨ ਦੀ ਲੱਗਦੇ ਹਾਂ। ਅਸੀਂ ਬਫਰ ਸਟੇਟ ਤੇ ਬੈਠੇ ਹਾਂ, ਨਾਲੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਆ ਲੰਘ ਹੈ। ਸੋ ਪਾਕਿਸਤਾਨ ਦਾ ਜਿਹੜਾ ਹੁਣ ਚੀਨ ਦਾ ਗਲਬਾ ਪਾਕਿਸਤਾਨ 'ਚ ਸਿੱਧੇ ਤਰੀਕੇ ਨਾਲ, ਉਹਨੂੰ ਫਿਰ ਆਪਾਂ ਕਿਵੇਂ ਰੱਖਦੇ ਹਾਂ ਇੱਕ ਪੰਜਾਬ ਦੇ ਸੰਦਰਭ 'ਚ? ਗਿੱਲ ਸਾਹਿਬ, ਪੰਜਾਬ ਦੇ ਸੰਦਰਭ 'ਚ ਵੇਖੀਏ ਤਾਂ ਪਹਿਲਾਂ ਤਾਂ ਪਾਕਿਸਤਾਨ ਇੱਕ ਇਨਸਿਕਿਉਰ ਮੁਲਕ ਸੀ, ਤਾਂ ਉਹ ਕਿਸੇ ਤਰੀਕੇ ਨਾਲ ਵੀ ਟਰੇਡ ਹਿੰਦੁਸਤਾਨ ਨਾਲ ਖੋਲਦਾ ਨਹੀਂ ਸੀ। ਮਤਲਬ ਆਪਾਂ ਤਾਂ ਜਨਰਲੀ ਇਹ ਕਹਿੰਦੇ ਕਿ ਉਹ ਹਿੰਦੁਸਤਾਨ ਜੇ ਕੋਸ਼ਿਸ਼ ਵੀ ਕਰਦਾ ਸੀ ਤਾਂ ਉਹਨੂੰ ਇਹ ਡਰ ਹੁੰਦਾ ਸੀ ਗਲਬਾ ਪਾਉਣ ਦਾ। ਹੁਣ ਚੀਨ ਬਹੁਤ ਹੱਦ ਤੱਕ ਉਹਨੂੰ ਸੁਰੱਖਿਅਤ ਮਹਿਸੂਸ ਕਰਾਇਆ, ਜਿਵੇਂ ਹੁਣ ਉਹਨੇ LOC ਦਾ ਸਮਝੌਤਾ ਕਰਾਇਆ, ਜਾਂ ਸ਼ੀ ਜਿਨਪਿੰਗ ਨੇ ਜਿਵੇਂ ਮਹਾਬਲੀਪੁਰਮ ਵੇਲੇ ਉਹਨੂੰ ਕਿਹਾ ਸੀ ਵੀ ਪਾਕਿਸਤਾਨ ਨੂੰ ਦੇ ਵਿੱਚ ਸਾਡੇ ਇੰਟਰਸਟ ਆ ਤੇ ਪਾਕਿਸਤਾਨ ਨੂੰ ਤੁਸੀਂ ਤੰਗ ਨਹੀਂ ਕਰ ਸਕਦੇ। ਤਾਂ ਉਹਦੇ ਵਿੱਚ ਇਹ ਹੈ ਕਿ ਵੀ ਪਾਕਿਸਤਾਨ ਹੁਣ ਕਾਫੀ ਸੁਰੱਖਿਅਤ ਮਹਿਸੂਸ ਕਰਦਾ ਹੈ ਕੰਪੇਅਰ ਟੂ ਪਹਿਲਾਂ ਭਾਰਤ ਵਾਲੇ ਐਂਗਲ ਤੋਂ।
ਤੇ ਉਹਦੇ ਨਾਲ ਟ੍ਰੇਡ ਖੁੱਲਣ ਦੇ ਆਸਾਰ ਤਾਂ ਬਹੁਤ ਹੈਗੇ ਆ ਗਿੱਲ ਸਾਹਿਬ, ਕਿ ਵਪਾਰ ਭਾਰਤ ਦਾ ਖੁੱਲ ਸਕਦਾ ਵਾਘਾ ਤੋਂ। ਇਸ ਤੋਂ ਹੁਣ ਪਾਕਿਸਤਾਨ ਵੱਲੋਂ ਦਿੱਕਤ ਆਉਣ ਦੇ ਚਾਂਸ ਹੁਣ ਘੱਟ ਹੋਣਗੇ। ਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਤਾਂ ਪਹਿਲਾਂ ਹੀ ਉਹਨਾਂ ਨੇ ਖੋਲਿਆ, ਦੇਖੋ ਬਣਾਇਆ ਹੀ ਆ। ਹੁਣ ਇਹ ਭਾਰਤ ਇਹਨੂੰ ਕਿਸ ਢੰਗ ਨਾਲ ਲੈਂਦਾ, ਉਹ ਭਾਰਤ ਦੀ ਸਰਕਾਰ ਦਾ ਕੀ ਨਜ਼ਰੀਆ। ਵੈਸੇ ਜੇ ਸੁਹਿਰਦ ਹੋਣ ਜਾਂ ਸਹੀ ਸੋਚਣ ਤਾਂ ਇਹਨਾਂ ਨੂੰ ਵਪਾਰ ਵੀ ਖੋਲਣਾ ਚਾਹੀਦਾ ਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਖੋਲਣਾ ਚਾਹੀਦਾ, ਕਿ ਵੀ ਇੱਕ ਸ਼ਾਂਤੀ ਦਾ ਇੱਕ ਲਿੰਕਿੰਗ ਜਾਂ ਇੱਕ ਟ੍ਰੇਡ ਟਰੈਕ ਟੂ ਡਿਪਲੋਮੈਸੀ ਖੁੱਲ ਜਾਂਦੀ ਆ ਉਹਦੇ ਨਾਲ। ਉਹਦਾ ਫਾਇਦੇ ਬਹੁਤ ਹੁੰਦੇ ਆ ਅਗਾਂਹ ਜਾ ਕੇ ਇੱਕ ਰਿਲੇਸ਼ਨਸ਼ਿਪ ਬਣਨ ਦੇ। ਪਰ ਇਹ ਹੁਣ ਭਾਰਤ ਦੀ ਨੀਤੀ ਕਿਸ ਹਿਸਾਬ ਨਾਲ ਆ ਉਹ ਦੇਖਣੀ ਪਊ। ਹਾਲਾਂਕਿ ਚੇਂਜ ਤਾਂ ਬਹੁਤ ਆਈ ਆ ਉਹਦੇ ਵਿੱਚ ਤੇ ਖੁੱਲਣਾ ਚਾਹੀਦਾ। ਪਰ ਜ਼ਿਆਦਾ ਮਜ਼ਬੂਤ ਪਾਕਿਸਤਾਨ ਜਿਹੜਾ ਹੈਗਾ, ਬਹੁਤ ਜ਼ਿਆਦਾ ਮਜ਼ਬੂਤ ਜੇ ਪਾਕਿਸਤਾਨ ਆ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮਿਲਟਰੀ ਥ੍ਰੈਟ ਤਾਂ ਬਣਦੀ ਆ। ਤੇ ਕਿਉਂਕਿ ਪੰਜਾਬ ਬਿਲਕੁਲ ਸਾਹਮਣੇ ਟੱਕਰ ਤੇ ਉਹਦੇ ਖੜਾ ਹੈ, ਤਾਂ ਉਹ ਜੇ ਆਪਾਂ ਕਹਿ ਦਈਏ ਕਿ ਵੀ ਇਹ 2 ਐਗਰੀਮੈਂਟ ਸਾਈਨ ਹੋਣ ਨਾਲ ਜਾਂ ਕੁਛ ਹੋਣ ਹਮੇਸ਼ਾ ਦਾ ਵੈਰ ਹੀ ਖਤਮ ਹੋ ਗਿਆ ਜਾਂ ਕੋਈ ਖਤਮ ਹੋ ਗਿਆ, ਇਹ ਨਹੀਂ ਹੋਊਗਾ। ਇਹ ਥ੍ਰੈਟ ਵੱਧ ਗਈ ਆ। ਮਤਲਬ ਭਾਰਤ ਨੇ ਅਪੀਜ਼ਮੈਂਟ ਕਰਕੇ ਸ਼ਾਂਤੀ ਤਾਂ ਕਰਾ ਲਈ ਆ, ਬਟ ਉਹਦੇ ਉੱਤੇ ਇਹ ਥ੍ਰੈਟ ਚੀਨ ਵੱਲੋਂ ਵੱਧ ਗਈ ਆ ਤੇ ਉਹਦੇ ਵਿੱਚ ਪਾਕਿਸਤਾਨ ਵੀ ਚੀਨ ਦਾ ਇੱਕ ਸਾਥੀ ਹੈ। ਇੱਕ ਦਿਨ ਮੈਂ ਪੂਰਾ ਇੱਕ ਸੈਗਮੈਂਟ ਬਾਈਡਨ ਦੇ ਅਮਰੀਕਾ ਦੇ ਸਮੇਂ ਦੇ ਬਾਰੇ ਤੁਹਾਡੇ ਨਾਲ ਕਰਨਾ ਚਾਹੁੰਦਾ। ਅੱਜ ਨਹੀਂ ਮੈਂ ਉਹਨੂੰ ਛੇੜਨਾ ਚਾਹੁੰਦਾ। ਗੁਆਂਢੀ ਮੁਲਕਾਂ ਦੀ ਉਹ ਗੱਲ ਕਰਦੇ ਜਾਂਦੇ ਜਾਂਦੇ ਬਰਮਾ ਦੀ ਜਿਹੜੀ ਇਨਸਟੇਬਿਲਿਟੀ ਹੈ, ਔਂਗ ਸੰਗ ਸੂਚੀ ਦਾ ਬੜਾ ਸਤਿਕਾਰ ਸੀ ਮਨ ਦੇ ਵਿੱਚ ਵੀ ਬਹੁਤ ਲੰਮਾ ਸਮਾਂ ਉਹ ਰਹੀ। ਬੁੱਧ ਧਰਮ ਕਿਸੇ ਨੂੰ ਤੰਗ ਨਹੀਂ ਕਰਦਾ। ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ ਨੇ ਉਹਦੀ ਛਵੀ ਖਤਮ ਕਰ ਦਿੱਤੀ। ਹੁਣ ਜਦ ਤੁਸੀਂ ਵਾਧਾ ਕਰਨਾ ਵਾਧਾ ਹੋਣਾ। ਹੁਣ ਜਦ ਕੂ ਹੋਇਆ ਉਹਦੇ ਤੋਂ ਬਾਅਦ ਬਰਮਾ ਦੀ ਇਨਸਟੇਬਿਲਿਟੀ ਤੇ ਚੀਨ ਦਾ ਕੋਈ ਦਖਲਅੰਦਾਜ਼ੀ ਹੈ ਜੀ ਬਰਮਾ 'ਚ? ਚੀਨ ਦੀ ਦਖਲਅੰਦਾਜ਼ੀ ਤਾਂ ਹੈ ਬਰਮਾ 'ਚ, ਬਟ ਜੇ ਆਪਾਂ ਕਹੀਏ ਕਿ ਜਿਹੜਾ ਉਹਨੇ ਕੂ ਤੋਂ ਬਾਅਦ ਸਰਕਾਰ ਉੱਥੇ ਆਈ ਆ ਉਹ ਚਾਈਨੀਜ਼ ਪੱਖੀ ਆ ਜਾਂ ਭਾਰਤ ਪੱਖੀ ਆ, ਉਹ ਨਹੀਂ ਕਹਿ ਸਕਦੇ। ਉਹ ਉਹਨਾਂ ਦੀ ਇੰਟਰਨਲ ਇਨਸਿਕਿਉਰਿਟੀ ਚੋਂ ਆਈ ਆ, ਕਿਉਂਕਿ ਜਿਹੜੀ ਉਹ ਆਪਣਾ ਥੋੜੀ ਦੇਰ ਪਹਿਲਾਂ ਉਹ ਪੋਪੂਲਰ ਬਹੁਤ ਹੋ ਗਈ ਸੀ। ਆਪਣਾ ਜਿਹੜੀ ਉਹਨਾਂ ਦੀ ਪ੍ਰਾਈਮ ਮਿਨਿਸਟਰ ਸੀਗੀ ਉਹ ਬਹੁਤ ਪੋਪੂਲਰ ਹੋ ਗਈ ਸੀ। ਤੇ ਇੰਟਰਸਟਿੰਗਲੀ ਉਹ ਪੋਪੂਲਰ ਹੋ ਗਈ ਸੀ ਉਹਨਾਂ ਕੌਂਸਟੀਚਿਊਂਸੀਜ਼ 'ਚ ਵੀ ਉਹਨੇ ਵੋਟਾਂ ਵੱਧ ਲੈ ਲਈਆਂ ਸੀ ਜਿੱਥੇ ਮਿਲਟਰੀ ਡੋਮੀਨੇਟਡ ਕੌਂਸਟੀਚਿਊਂਸੀਜ਼ ਸੀਗੀਆਂ। ਤਾਂ ਉਹ ਬੜਾ ਇਨਸਿਕਿਉਰਿਟੀ ਦਾ ਕਾਰਨ ਬਣ ਗਿਆ ਸੀ, ਜਿਹਦੇ ਤੋਂ ਲੱਗਦਾ ਸੀ ਕਿ ਉਹ ਕੌਂਸਟੀਟਿਊਸ਼ਨ ਬਦਲ ਨਾ ਦੇਵੇ। ਦੂਸਰੀ ਗੱਲ, ਰੋਹਿੰਗਿਆ ਵਾਲੇ ਕੇਸ ਦੇ ਵਿੱਚ ਵੈਸੇ ਵਰਲਡ ਨੇ ਤਾਂ ਉਹਨੂੰ ਬਹੁਤ ਮਾੜੀ ਤਰ੍ਹਾਂ ਦੇਖਿਆ, ਬਟ ਜਿਹੜੇ ਅੰਦਰ ਉਹਦੀ ਮਿਆਂਮਾਰ ਦੇ ਵਿੱਚ ਉਹਦੀ ਪੋਪੂਲੈਰਿਟੀ ਬਹੁਤ ਵਧੀ ਉਹਦੇ ਨਾਲ, ਕਿ ਉਹ ਆਪਦੇ ਦੇਸ਼ ਦੇ ਲੋਕਾਂ ਨਾਲ ਖੜੀ, ਜਿਹੜਾ ਕਿ ਇੱਕ ਤਰ੍ਹਾਂ ਦੀ ਥ੍ਰੈਟ ਬਣ ਗਈ ਸੀ ਉੱਥੋਂ ਦੇ ਮਿਲਟਰੀ ਵਾਸਤੇ। ਸੋ ਪ੍ਰਾਇਮਰਲੀ ਜੇ ਵੇਖਿਆ ਜਾਵੇ ਤਾਂ ਉਹ ਇੰਟਰਨਲ ਕਨਫਲਿਕਟ ਹੀ ਹੈ, ਜਿਹਦੇ ਵਿੱਚ ਉਹਨਾਂ ਦੀ ਜਿਹੜੀ ਮਿਲਟਰੀ ਡਿਕਟੇਟਰਸ਼ਿਪ ਸੀ ਉਹ ਆਪਦੇ ਆਪ ਨੂੰ ਇਨਸਿਕਿਉਰ ਮਹਿਸੂਸ ਕਰ ਰਹੀ ਸੀ, ਕਿਉਂਕਿ ਜਿਹੜਾ ਮਿਲਟਰੀ ਦੇ ਆਪਦੇ ਜਿਹੜੇ ਉਹਨਾਂ ਦੇ ਬੱਚੇ ਤੇ ਵਾਈਫਸ ਜਿਹੜੀਆਂ ਵੋਟਾਂ ਪਾਉਂਦੀਆਂ ਸੀ, ਉੱਥੇ ਵੀ ਉਹਨਾਂ ਦੇ ਕੰਟਰੋਲ ਸ਼ਿਫਟ ਉਹਨਾਂ ਦੇ ਹੱਥੋਂ ਨਿਕਲਦਾ ਜਾ ਰਿਹਾ ਸੀ। ਤਾਂ ਉਹਦੇ ਵਿੱਚ ਚੀਨ ਜਾਂ ਭਾਰਤ ਨੂੰ ਕੋਈ ਲੰਬਾ ਚੌੜਾ ਫਾਇਦਾ ਤਾਂ ਨਹੀਂ ਹੋਇਆ, ਬਟ ਭਾਰਤੀ ਇੰਟਰਸਟਸ ਉਹਦੇ ਵਿੱਚ ਡੈਮੇਜ ਹੋਣਗੇ ਜੀ। ਤੇ ਚਾਈਨੀਜ਼ ਕਿਵੇਂ ਨਾ ਕਿਵੇਂ, ਕਿਉਂਕਿ ਟੋਟੈਲੀਟੇਰੀਅਨ ਰਜੀਮਸ ਨਾਲ ਡੀਲ ਕਰ ਜਾਂਦੇ ਆ, ਤਾਂ ਉਹ ਉੱਥੇ ਕਾਮਯਾਬੀ ਉਹਨਾਂ ਨੂੰ ਮਿਲ ਸਕਦੀ ਆ। ਬਟ ਇਹਦੇ ਵਿੱਚ ਕੋਈ ਬਾਹਲੀ ਪਿਕਚਰ ਨੂੰ ਨਹੀਂ ਆਪਾਂ ਡਰਾ ਕਰ ਸਕਦੇ। ਉਹ ਤਕਰੀਬਨ ਉਹਨਾਂ ਦੇ ਜੋ ਪੁਰਾਣੇ ਸਟ੍ਰੈਟੇਜਿਕ ਇੰਟਰਸਟਸ ਆ ਉਹ ਉਵੇਂ ਹੀ ਚੱਲਣਗੇ। ਸ਼੍ਰੀਲੰਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਜਿੱਤ ਕੇ ਪਹਿਲੀ ਜਹਾਜ਼ ਪਹਿਲਾਂ ਫੜਦਾ ਸੀ ਤਾਂ ਉਹ ਦਿੱਲੀ ਪਹੁੰਚਦਾ ਸੀ। ਹੁਣ ਉਲਟ ਹੋਇਆ। ਹੁਣ ਸਾਡਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡੋਵਾਲ ਉੱਥੇ ਗਿਆ। ਉੱਥੇ ਦੀ ਜਿਹੜੀ ਸ਼ਿਫਟ ਹੈ ਰਾਜਨੀਤੀ ਦੀ, ਤੇ ਚਾਈਨਾ ਦਾ ਇੱਕ ਬਹੁਤ ਵੱਡਾ ਉਹਦੇ ਤੇ ਗਲਬਾ ਹੈ। ਉਸਨੂੰ ਬਹੁਤ ਪੈਸੇ ਦਿੱਤੇ ਹੋਏ ਨੇ। ਆਪਣਾ ਉਹਦਾ ਇੱਕ ਪਿੰਡ ਤੇ ਇੱਕ ਪੋਰਟ ਉਹਨੇ ਪੂਰੀ ਵਸਾਈ ਹੈ। ਸ਼੍ਰੀਲੰਕਾ ਦੇ ਬਾਰੇ ਅਖੀਰ 'ਚ ਕੀ ਕਹਿਣਾ ਚਾਹੁੰਦੇ ਹੋ? ਇਹ ਗਿੱਲ ਸਾਹਿਬ, ਇਹ ਇਕੱਲਾ ਸ਼੍ਰੀਲੰਕਾ ਨਹੀਂ, ਇਹ ਨੇਪਾਲ, ਸ਼੍ਰੀਲੰਕਾ, ਮਿਆਂਮਾਰ, ਬੰਗਲਾਦੇਸ਼ ਤੇ ਪਾਕਿਸਤਾਨ ਜਿਹੜੇ ਇਹ ਮੁਲਕ ਹੈਗੇ ਆ, ਇਹ ਕਲਚਰਲੀ ਇਹਦੇ ਵਿੱਚ ਭਾਰਤ ਦਾ ਸੌਫਟ ਪਾਵਰ ਬਹੁਤ ਡਿਸਪਲੇ ਹੁੰਦੀ ਸੀ। ਚਾਹੇ ਪਾਕਿਸਤਾਨ ਨਾਲ ਤੁਹਾਡਾ ਲੱਖ ਰਿਲੇਸ਼ਨਸ਼ਿਪ ਖਰਾਬ ਹੋ ਜੇ, ਕਿਸੇ ਨਾਲ ਹੋ ਜੇ, ਬਟ ਉਹਦੇ ਨਾਲ ਕੀ ਹੁੰਦਾ ਸੀ, ਫਿਰ ਵੀ ਇੱਕ ਸੌਫਟ ਪਾਵਰ ਇੰਡੀਆ ਲੀਵਰੇਜ ਕਰਦਾ ਸੀ, ਜਿਹੜੀ ਕਿ ਕਲਚਰਲ ਪਾਵਰ ਕਹਿ ਲਓ। ਜਿਹੜਾ ਹੁਣ ਪ੍ਰਵੀਨ ਸਾਨੀ ਜਿਹੜੇ ਬਹੁਤ ਵਿਸ਼ੇਸ਼জ্ঞ ਹੈਗੇ ਜੀਓ ਪੋਲਿਟਿਕਸ ਦੇ, ਉਹਨਾਂ ਨੇ ਇੱਕ ਹੋਰ ਖੁਲਾਸਾ ਕੀਤਾ ਪਿੱਛੇ ਜੇ ਆਪਦਾ, ਬਹੁਤ ਵਧੀਆ ਲਿਖਿਆ। ਹਾਂਜੀ, ਉਹਨਾਂ ਨੇ, ਹਾਲਾਂਕਿ ਉਹ ਪੂਰੇ ਰਾਸ਼ਟਰਵਾਦੀ ਹੈਗੇ ਆ, ਉਹ ਇੰਡੀਅਨ ਇੰਟਰਸਟ ਦੇ ਹਿਸਾਬ ਨਾਲ ਬੋਲਦੇ ਆ, ਬਟ ਫਿਰ ਵੀ ਉਹਨਾਂ ਨੇ ਇੱਕ ਖੁਲਾਸਾ ਕੀਤਾ ਕਿ ਵੀ ਜਿਹੜੀ ਹੁਣ ਲੇਟੈਸਟ ਟਾਕਸ ਹੋਈਆਂ ਫੋਰਨ ਮਿਨਿਸਟਰ ਲੈਵਲ ਤੇ, ਜੈ ਸ਼ੰਕਰ ਦੇ ਵਿੱਚ ਤੇ ਵੈਂਗ ਸ਼ੀ ਦੇ ਵਿੱਚ, ਜਿਹੜਾ ਉਹਨਾਂ ਦਾ ਕਾਊਂਟਰ ਪਾਰਟ ਆ ਚਾਈਨੀਜ਼, ਉਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਟਾਕਸ ਹੋਈਆਂ, ਉਹਦੇ ਵਿੱਚ ਇੱਕ ਸ਼ਰਤ ਇਹ ਵੀ ਸੀ ਚਾਈਨੀਜ਼ ਵੱਲੋਂ ਸ਼ਾਂਤੀ ਕਰਨ ਦੀ, ਵੀ ਭਾਰਤ ਜਿੱਥੇ ਵੀ
BRI ਕਨੈਕਟੀਵਿਟੀ ਆ, ਜਾਂ ਜਿੱਥੇ ਵੀ ਚਾਈਨੀਜ਼ ਇੰਟਰਸਟ ਆ ਉੱਥੇ ਆਪਦੀ ਸੌਫਟ ਪਾਵਰ ਵੀ, ਕਲਚਰਲ ਸੌਫਟ ਪਾਵਰ ਵੀ ਨਹੀਂ ਲੀਵਰੇਜ ਕਰੂਗਾ ਚਾਈਨੀਜ਼ ਇੰਟਰਸਟ ਦੇ ਅਗੇਂਸਟ। ਇਹ ਬਹੁਤ ਵੱਡੀ ਗੱਲ ਆ ਤੇ ਇਹ ਸ਼ਿਫਟ ਤੁਹਾਨੂੰ ਸ਼੍ਰੀਲੰਕਾ ਦੇ ਵਿੱਚ ਸਾਹਮਣੇ ਵੇਖਣ ਨੂੰ ਮਿਲੀ ਆ। ਦੂਜੇ ਪਾਸੇ ਨੇਪਾਲ 'ਚ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਓਲੀ ਗਵਰਨਮੈਂਟ ਚਾਹੇ ਕਮਜ਼ੋਰ ਆ, ਬਟ ਕਿਉਂਕਿ ਉਹ ਚਾਈਨੀਜ਼ ਪ੍ਰੋਪਡ ਅਪ ਗਵਰਨਮੈਂਟ ਉਹ ਹਿਲਾ ਨਹੀਂ ਕੋਈ ਸਕ ਰਿਹਾ ਉਹਨੂੰ। ਸੋ ਇਹ ਅਗੇਨ ਉਹੀ ਗੱਲ ਤੇ ਮੈਂ ਆ ਰਿਹਾ ਕਿ ਦੱਖਣ ਏਸ਼ੀਆ ਦੇ ਵਿੱਚ ਵੱਧਦਾ ਜਿਹੜਾ ਗਲਬਾ ਹੈ ਚੀਨ ਦਾ, ਜਿਹੜਾ ਕਿ ਅੱਜ ਤੋਂ 7-8 ਮਹੀਨੇ ਜਾਂ 9 ਮਹੀਨੇ ਪਹਿਲਾਂ ਆਪਾਂ ਕਿਤੇ ਨਾ ਕਿਤੇ ਸੋਚਦੇ ਸੀ ਕਿ ਹਲੇ ਸ਼ਾਇਦ ਇਹ ਵਾਪਸ ਧੱਕਦੇ, ਉਹਦੇ 'ਚ ਡੈਫੀਨੇਟਲੀ ਚੀਨ ਇੱਕ ਵਾਰੀ ਉਹਦਾ ਪਲੜਾ ਭਾਰੀ ਹੋ ਗਿਆ। ਅਖੀਰ ਦੇ ਵਿੱਚ ਕੁਝ ਮੈਂ ਨਾ ਪੁੱਛਿਆ ਹੋਵੇ ਬਰਾੜ ਸਾਹਿਬ, ਐਡ ਕਰਨਾ ਚਾਹੋ? ਬਸ ਜੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਇਹ ਭਾਰਤ ਦੀ ਜਿਹੜੀ ਇਹ ਚੇਂਜ ਆਈ ਆ ਜਾਂ ਟ੍ਰਾਂਜੈਕਸ਼ਨਲ ਚੇਂਜ ਹੈਗੀ ਆ, ਇਹਨੇ ਪੱਛਮ ਦੇ ਮੁਲਕ ਜਿਹੜੇ ਆਪਾਂ ਇਹ ਸੋਚਦੇ ਸੀਗੇ ਕਿ ਬਿਲਕੁਲ ਭਾਰਤ ਦੇ ਨਾਲ ਖੜ ਗਏ ਹਰ ਤਰੀਕੇ ਨਾਲ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਰੋਸਾ ਆਇਆ। ਅਮਰੀਕਾ ਨੂੰ ਇਹ ਲੱਗਿਆ ਕਿ ਵੀ ਭਾਰਤ ਉਹਨਾਂ ਰਿਲਾਇਬਲ ਅਲਾਈ ਨਹੀਂ ਗਾ ਸਾਡਾ ਚੀਨ ਦੇ ਅਗੇਂਸਟ। ਤੇ ਮੈਂ ਤਾਂ ਇੱਥੋਂ ਤੱਕ ਵੀ ਫੀਲ ਕਰਦਾ ਕਿ ਜਿਹੜੀਆਂ ਹੁਣ ਅਮਰੀਕਾ ਨੇ ਹਿਊਮਨ ਰਾਈਟਸ ਦੇ ਇਸ਼ੂਜ਼ ਫਾਰਮਰਸ ਦੇ ਹੱਕ 'ਚ ਚੱਕਣੇ ਸ਼ੁਰੂ ਕੀਤੇ ਆ, ਉਹ ਵੀ ਪੂਰੀ ਤਰ੍ਹਾਂ ਤਾਂ ਨਹੀਂ ਬਟ ਪਾਰਟਲੀ ਮੋਟੀਵੇਟਡ ਬਾਏ ਦਿਸ ਹੈਗੇ ਆ ਕਿ ਨਹੀਂ ਤਾਂ ਆਮ ਤੌਰ ਤੇ ਅਮਰੀਕਾ ਇਹਨੀਆਂ ਖਬਰਾਂ ਨੂੰ ਨੱਪ ਜਾਂਦਾ ਹੁੰਦਾ। ਭਾਰਤ ਨੇ ਪਹਿਲਾਂ ਵੀ ਵਾਇਲੇਸ਼ਨਸ ਛੱਤੀਸਗੜ੍ਹ 'ਚ ਤੇ ਹੋਰ ਜਗ੍ਹਾ ਕੀਤੀਆਂ, ਉਹ ਬਿਲਕੁਲ ਉਹਨਾਂ ਦੇ ਅਖਬਾਰਾਂ 'ਚ ਕਵਰ ਨਹੀਂ ਹੋ ਰਹੀਆਂ ਸੀ, ਬਟ ਇਹ ਐਜੀਟੇਸ਼ਨ ਤੋਂ ਇਹ ਕਵਰ ਹੋਣ ਤੋਂ ਇਹ ਲੱਗਦਾ ਹੈ ਕਿ ਅਮਰੀਕਾ ਖੁਸ਼ ਨਹੀਂ ਗਾ ਭਾਰਤ ਨਾਲ, ਤੇ ਉਸ ਤਰੀਕੇ ਦੀ ਪੋਲਿਟਿਕਸ ਅੱਗੇ ਉੱਭਰਦੀ ਨਜ਼ਰ ਆ ਰਹੀ ਹੈ ਇਸ ਖਿੱਤੇ ਦੇ ਵਿੱਚ। ਮੈਨੂੰ ਮਨਤੀਰ ਸਿੰਘ ਹੋਣਾ ਜਦ ਉਹਨਾਂ ਨੇ ਇੱਕ ਵਾਰ ਸਿੱਖ ਸਿਆਸਤ ਦਿੱਤਾ ਸੀ ਵੀ ਸਿੱਖਾਂ ਦਾ ਸਾਊਥ ਈਸਟ ਏਸ਼ੀਆ ਦੇ ਵਿੱਚ ਜਾਂ ਸਾਊਥ ਏਸ਼ੀਆ ਦੇ ਵਿੱਚ ਕਿਹੋ ਜਿਹਾ ਪ੍ਰਭਾਵ ਹੋਊ, ਬੜਾ ਇਸ ਗੱਲ ਤੇ ਰੇੜਕਾ ਪਿਆ ਸੀ ਕਿ ਯਾਰ ਸਾਡੇ ਤੇ ਤਾਂ ਆਪਣਾ ਪੰਜਾਬ 'ਚ ਫਿੱਟ ਨਹੀਂ ਆਉਂਦਾ, ਤੁਸੀਂ ਏਸ਼ੀਆ ਦੀ ਗੱਲ ਕਰਦੇ ਹੋ। ਪਰ ਕਿਤੇ ਨਾ ਕਿਤੇ ਰਣਨੀਤੀ ਦੇ ਹਿਸਾਬ ਨਾਲ ਬਫਰ ਜ਼ੋਨ 'ਚ ਬੈਠੀ ਕੌਮ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਕੋਈ ਸਮਾਂ ਇਹੋ ਜਿਹਾ ਆ ਜਾਂਦਾ ਹੈ ਕਿ ਉਹ ਬਹੁਤ ਸਟ੍ਰੈਟੇਜਿਕ ਜਗ੍ਹਾ ਤੇ ਬੈਠੇ, ਕਈ ਵਾਰ ਕੁਛ ਉਹੋ ਜਿਹੀ ਜਗ੍ਹਾ ਤੇ ਬਹਿ ਜਾਂਦੀਆਂ ਨੇ ਗੋਲ ਮੇਜ਼ ਤੇ ਜਿੱਥੇ ਉਹਨਾਂ ਦੇ ਵੀ ਦਸਤਖਤ ਹੁੰਦੇ ਨੇ, ਉਹਦੇ ਸਮੇਂ ਦਾ ਕੁਝ ਨਹੀਂ ਪਤਾ ਲੱਗਦਾ। ਗਿੱਲ ਸਾਹਿਬ, ਸਿਧਾਂਤ ਇੰਨਾ ਮਜ਼ਬੂਤ ਆ ਸਿੱਖੀ ਦਾ ਕਿ ਚਾਹੇ ਲੱਖ ਦਬਾਇਆ ਜਾਵੇ, ਕੁਛ ਵੀ ਹੋ ਜੇ, ਮੈਂ ਕਈ ਵਾਰੀ ਬੈਠਾ ਸੋਚਦਾ ਹੁੰਦਾ ਕਿ ਇਹਨੇ ਦੱਖਣ ਏਸ਼ੀਆ ਦਾ ਇੱਕ ਦਿਨ ਸੋਲੂਸ਼ਨ ਇਸੇ ਸਿਧਾਂਤ ਚੋਂ ਹੀ ਨਿਕਲਣਾ ਹੈ। ਕ੍ਰਿਸਚੈਨਿਟੀ, ਈਸਾਈ ਜਿਹੜਾ ਧਰਮ ਇੰਨਾ ਫੈਲਿਆ ਹੋਇਆ ਦੁਨੀਆ 'ਚ, ਉਹ ਈਸਾ ਮਸੀਹ ਤੋਂ 600 ਸਾਲ 650 ਸਾਲ ਬਾਅਦ ਕਾਂਸਟੈਂਟੀਨੋਪੋਲ 'ਚ ਜਾ ਕੇ ਫੈਲਣਾ ਸ਼ੁਰੂ ਹੋਇਆ। ਸੋ ਉਹ ਸਮਾਂ ਕ੍ਰਿਸਚੀਅਨਸ ਨੇ ਬਹੁਤ ਮਾੜਾ ਕੱਟਿਆ, ਸ਼ੇਰਾਂ ਦੇ ਅੱਗੇ ਸਿੱਟੇ ਗਏ, ਕੁਰਬਾਨੀਆਂ ਦਿੱਤੀਆਂ, ਬਹੁਤ ਜ਼ੁਲਮ ਸਹਿਆ ਉਹਨਾਂ ਨੇ ਜੀ। ਤੇ ਬਟ ਵੇਖੋ ਜਿੱਦਣ ਫੈਲਣ ਲੱਗਿਆ ਉਵੇਂ ਅੱਜ ਆਉਣ ਵਾਲੇ ਸਮੇਂ 'ਚ ਦੱਖਣ ਏਸ਼ੀਆ ਦਾ ਹੱਲ, ਅਸੀਂ ਤਾਂ ਬਹੁਤ ਸ਼ਿਓਰ ਹੈ ਇਸ ਗੱਲ ਬਾਰੇ ਕਿ ਉਹ ਸਿੱਖੀ ਦੇ ਹੀ ਸਿਧਾਂਤ 'ਚੋਂ ਨਿਕਲਣਾ ਹੈ ਜੇ ਜਦੋਂ ਕਿਸੇ ਟਾਈਮ ਇਸ ਖਿੱਤੇ ਨੇ ਅਸਲ ਆਪਦੇ ਰੂਪ 'ਚ ਆਉਣਾ ਜਾਂ ਪ੍ਰਫੁੱਲਿਤ ਹੋਣਾ ਹੈ। ਬਿਲਕੁਲ ਜੀ, ਇਕੁਐਲਿਟੀ ਦੀ ਗੱਲ, ਸਰਬੱਤ ਦੇ ਭਲੇ ਦੀ ਗੱਲ, ਇਹ ਮਾਨਸ ਦੀ ਜਾਤ ਇੱਕ ਦੀ ਗੱਲ, ਇਸ ਤੇ ਗੱਲ ਚੱਲ ਗਈ। ਬਰਾੜ ਸਾਹਿਬ ਬਹੁਤ ਮਾਣ ਹੈ ਤੇ ਤੁਸੀਂ ਜਦ ਵੀ ਤੁਹਾਨੂੰ ਮੈਂ ਬੇਨਤੀ ਕਰਦਾ ਸ਼ਾਮਲ ਹੁੰਦੇ ਹੋ, ਹਾਲਾਂਕਿ ਅੱਧੀ ਰਾਤ ਹੋਈ ਹੈ, ਤੇ ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਾਜੇਪਾਲ ਸਿੰਘ ਬਰਾੜ ਗੱਲਬਾਤ ਕਰ ਰਹੇ ਸੀ। ਉੱਘੇ ਭੂ ਰਾਜਨੀਤਿਕ ਨੇ, ਉਹ ਨਿਗਾਹ ਰੱਖਦੇ ਨੇ ਤੇ ਲਿਖਦੇ ਵੀ ਰਹਿੰਦੇ ਨੇ। ਉਹਨਾਂ ਦੀ ਕਿਤਾਬ ਜਿਹੜੀ ਅਬਦਾਲੀ ਵਾਲੀ ਹੈ, ਅਬਦਾਲੀ ਦੀ ਪਾਲ ਕੀ ਹਿੱਲੀ, ਉਹ ਵੀ ਪੜ੍ਹਨ ਵਾਲੀ ਹੈ, ਬੈਨ ਅਬਦਾਲੀਜ਼ ਪੈਲਨਕੁਇਨ ਸ਼ੁਕ। ਤੇ ਹੁਣੇ ਆਇਆ ਮੁੜ ਕੇ ਤੇ ਤੁਹਾਡੇ ਵਿਚਾਰ ਤਿੰਨੇ ਇੰਟਰਵਿਊਆਂ ਦੇ ਲਈ ਆਖਰੀ 10-12 ਮਿੰਟ 'ਚ ਕਿ ਕੀ ਸੋਚਦੇ ਹੋ। ਨਵਕਿਰਨ ਸਿੰਘ ਗੱਲਬਾਤ ਕਰਕੇ ਗਏ ਨੇ, ਉਸ ਤੋਂ ਬਾਅਦ ਸੰਗੀਤਾ ਜੀ ਗੱਲ ਕਰਕੇ ਗਏ ਨੇ, ਸਰਾ ਬਰਾੜ ਗੱਲਬਾਤ ਕਰਕੇ ਗਏ ਨੇ। ਤੁਹਾਡੇ ਤੋਂ ਬਿਨਾਂ ਫਿਰ ਸਾਰੀਆਂ ਗੱਲਾਂ ਸੰਪੂਰਨ ਨਹੀਂ ਹੁੰਦੀਆਂ ਜੇ ਤੁਹਾਨੂੰ ਸਮਾਂ ਨਹੀਂ ਮਿਲਦਾ। 604-204-06। ਸਰਾ ਗੁਰਬਾਲ ਸਿੰਘ ਜੀ, ਲਾਈਨ ਨੰਬਰ 1। ਗਿੱਲ ਸਾਹਿਬ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਆਪਣੇ ਬਰਾੜ ਸਾਹਿਬ ਦੇ ਵਿਚਾਰ ਸੁਣੇ ਸੀਗੇ ਜੀ, ਬੜੇ ਡੀਟੇਲ 'ਚ ਦਿੱਤੇ ਉਹਨਾਂ ਨੇ, ਬਹੁਤ ਵਧੀਆ ਲੱਗਦਾ। ਪਰ ਮੈਂ 2 ਕਮੈਂਟ ਕਰਨੇ ਚਾਹੁੰਦਾ ਜੀ। ਇੱਕ ਤਾਂ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਸ ਵਾਰ USA ਨੇ ਹਿਊਮਨ ਰਾਈਟਸ ਤੇ ਜਿੰਨਾ ਕੁ ਵੀ ਮਤਲਬ ਕੀਤਾ ਆਪਣੇ ਪੰਜਾਬ ਰਿਲੇਟਡ, ਕਿ ਉਹ ਸ਼ਾਇਦ ਉਹ ਐਗਰੀਮੈਂਟ 'ਚ ਨਿਕਲਦਾ, ਮੈਂ ਉਸ ਚੀਜ਼ ਨਾਲ ਸਹਿਮਤ ਨਹੀਂ ਜੀ। ਸਾਡੇ ਲੋਕਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਇਆ ਇੱਥੇ, ਤੇ ਅਸੀਂ ਮਤਲਬ ਛੱਤੀਸਗੜ੍ਹ ਦੀ ਐਗਜ਼ਾਮਪਲ ਦਿੱਤੀ ਉਹਨਾਂ ਨੇ, ਅਸੀਂ ਕਾਫੀ ਡੋਮੀਨੇਟ ਕਰਦੇ ਹਾਂ ਬਾਕੀ ਸਟੇਟਸ ਨੂੰ, ਇੰਡੀਆ ਦੀਆਂ ਨੂੰ, ਖਾਸ ਕਰ ਸਾਊਥ ਏਸ਼ੀਆ ਨੂੰ ਵੀ ਮੈਂ ਤਾਂ ਕਹੂੰਗਾ, ਤੇ ਸਪੈਸ਼ਲੀ ਪੋਲੀਟਿਕਸ ਦੇ ਵਿੱਚ।
ਸੋ ਸਾਡਾ ਜਿਹੜਾ ਇਹ ਕ੍ਰੈਡਿਟ ਬਣਦਾ ਜੀ ਇਹ ਕਿਸੇ ਹੋਰ ਨੂੰ ਨਾ ਦਿੱਤਾ ਜਾਵੇ। ਤੇ ਦੂਸਰੀ ਗੱਲ, ਮੈਂ ਐਕਟਿਵ ਵਲੰਟੀਅਰਸ ਤੋਂ ਉੱਥੇ ਜਿਹੜੇ ਸਿੰਘੂ ਬਾਰਡਰ ਤੇ ਬੈਠੇ ਜਾਂ ਹੋਰ ਥਾਵਾਂ ਤੇ ਉਹਨਾਂ ਤੋਂ ਸੁਣਿਆ ਕਿ ਦੀਪ ਸਿੱਧੂ ਦੀਆਂ ਸਾਰੀਆਂ ਹੀ ਇੰਟਰਵਿਊਜ਼ ਤੋਂ ਲੈ ਕੇ ਸਪੀਚਿਸ ਬਰਾੜ ਸਾਹਿਬ ਲਿਖਦੇ ਨੇ ਡੀਟੇਲ ਦੇ ਵਿੱਚ, ਤੇ ਉਹ ਬੰਦਾ ਇੰਨ ਬਿੰਨ ਉਵੇਂ ਹੀ ਪੜ੍ਹ ਕੇ ਬੋਲ ਦਿੰਦਾ ਤੇ ਉਹਨੂੰ ਹੀਰੋ ਬਣਾਇਆ ਜਾਂਦਾ ਜਿਵੇਂ ਵੀ। ਤੇ ਉਹਦੇ ਬਾਰੇ ਨੈਕਸਟ ਟਾਈਮ ਜ਼ਰੂਰ ਉਹਨਾਂ ਦਾ ਮਤਲਬ ਪ੍ਰਤੀਕਰਮ ਲਿਓ, ਉਸ 'ਚ ਕਿੰਨੀ ਕੁ ਸੱਚਾਈ ਹੈ ਤੇ ਉਹ ਕਿਉਂ ਕਰਦੇ ਨੇ। ਜੇ ਉਹ ਕਰਦੇ ਨੇ ਤਾਂ ਉਹ ਖੁਦ ਕਿਉਂ ਨਹੀਂ ਆਉਂਦੇ, ਉਹ ਕਿਸੇ ਹੋਰ ਥਰਡ ਮਤਲਬ ਪਾਰਟੀ ਦੇ ਬੰਦੇ ਨੂੰ ਕਿਉਂ ਵਿੱਚ ਲੈ ਕੇ ਆ ਰਹੇ ਨੇ। ਤੁਸੀਂ ਮੈਨੂੰ ਮੈਸੇਜ ਕਰ ਦੇਣਾ ਸੀ, ਆਪਾਂ ਜਦੇ ਪੁੱਛ ਲੈਣਾ ਸੀ। ਹੁਣ ਮੈਂ ਪੁੱਛੂ ਨੈਕਸਟ ਟਾਈਮ ਜ਼ਰੂਰ। ਹਾਂਜੀ, ਮੈਂ ਉਦੋਂ ਸੌਰੀ ਬਿਜ਼ੀ। ਕੋਈ ਨਾ ਤੁਹਾਡਾ ਸਵਾਲ ਬਿਲਕੁਲ ਪੁੱਛਾਂਗੇ। ਥੈਂਕ ਯੂ। ਹਾਂਜੀ, ਤੇ ਤੀਜਾ ਮੈਂ ਤੁਹਾਨੂੰ ਵੀ ਤੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੂੰਗਾ ਕਿ ਸਾਡੇ ਪੰਜਾਬ ਤੇ ਸਿੱਖਾਂ ਦੇ ਰਾਜ ਦੇ 21ਵੀਂ ਸਦੀ ਦੇ ਜਿਹੜੇ ਮਹਾਨ ਸ਼ਖਸ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਉਹਨਾਂ ਨੂੰ ਕਦੇ ਵੀ ਮਿਸ ਆਊਟ ਨਾ ਕੀਤਾ ਜਾਵੇ ਜੀ। ਬਿਲਕੁਲ ਨਹੀਂ ਕੀਤਾ ਜਾਵੇ। ਬਹੁਤ ਵੱਡੀ ਕੁਰਬਾਨੀ ਆ। ਆਪਾਂ ਮੇਰੇ ਖਿਆਲ ਆਪਣਾ ਇੱਕ ਹੀ ਸ਼ੋਅ ਹੋਏਗਾ ਜਿੱਥੇ ਸਰਦਾਰ ਮਾਨ ਦੀ ਕੁਰਬਾਨੀ ਨੂੰ ਸਦਾ ਸਤਿਕਾਰ ਦਿੱਤਾ ਜਾਂਦਾ ਹੈ। ਸਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਗਿੱਲ ਸਾਹਿਬ। ਇਸ ਕਰਕੇ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਜੀ। ਬਹੁਤੇ ਆਪਣੇ ਜਿਹੜੇ ਮੈਂ ਹੁਣ ਕਹਿਣਾ ਨਹੀਂ ਚਾਹੂੰਗਾ ਮੀਡੀਆ ਵਾਲੇ ਆ, ਉਹ ਇਸ ਚੀਜ਼ ਨੂੰ ਨਹੀਂ ਕ੍ਰੈਡਿਟ ਬਣਦਾ ਦਿੰਦੇ ਮਾਨ ਸਾਹਿਬ ਦਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਇਸ ਚੀਜ਼ ਦੀ ਹੋਰ ਬਹੁਤ ਲੋੜ ਆ, ਕਿਉਂਕਿ ਸਰਦਾਰ ਮਾਨ ਓਨਲੀ ਸਿੱਖ ਲੀਡਰ ਲੱਗਦੇ ਆ ਜਿਨ੍ਹਾਂ ਨੇ ਕਦੇ ਆਪਣੇ ਟੀਚੇ ਤੋਂ ਨਹੀਂ ਹਿੱਲੇ। ਤੇ ਸਾਡਾ ਸਿੱਖ ਹੋਮਲੈਂਡ ਤੋਂ ਬਿਨਾਂ ਸਾਡਾ ਕੋਈ ਵਾਲੀ ਵਾਰਸ ਨਹੀਂ ਹੈਗਾ ਜੀ। ਆਪਾਂ ਜਿੱਥੇ ਮਰਜ਼ੀ ਭੱਜ ਲਈਏ, ਕੋਈ ਸਾਡਾ ਉਸ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ ਸਿੱਖਾਂ ਦਾ। ਧੰਨਵਾਦ ਜੀ। ਧੰਨਵਾਦ ਬਹੁਤ ਬਹੁਤ। ਥੈਂਕ ਯੂ। ਸੁਨੀਲ ਜੀ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ, ਜਿਹੜੀ ਉਹ ਮੈਂ ਲਾਸਟ ਇੰਟਰਵਿਊ ਸੁਣੀ ਤੇ ਥੋੜਾ ਜਿਹਾ ਲਾਸਟ ਹੀ ਪਾਰਟ ਸੁਣਿਆ, ਪਰ ਮੈਂ ਉਸੇ ਤੇ ਹੀ ਆਪਣਾ ਦੇਣਾ ਚਾਹੁੰਦਾ ਓਪੀਨੀਅਨ। ਦੇਖੋ, ਜਿਹੜਾ ਗੱਲ ਹੁੰਦੀ ਹੈ ਨਾ, ਵੈਸੇ ਮੈਨੂੰ ਕਦੀ ਕਦੀ ਆਉਂਦਾ ਵੀ ਜਦੋਂ ਆਪਾਂ ਵੀ ਇੰਡੀਆ ਰਹਿੰਦੇ ਸੀਗੇ ਨਾ, ਤੇ ਸਾਡਾ ਇੱਕ ਵੱਖਰਾ ਵਿਊ ਹੁੰਦਾ ਸੀ ਇਹਨਾਂ ਮੁਲਕਾਂ ਬਾਰੇ। ਜਦੋਂ ਆਪਾਂ ਇੱਥੇ ਰਹਿਣ ਲੱਗ ਪੈਂਦੇ ਆ, ਸਪੈਸ਼ਲੀ 20-25 ਸਾਲ ਹੋ ਜਾਂਦੇ ਆ, ਫਿਰ ਆਪਾਂ ਨੂੰ ਇਹਨਾਂ ਦੀ ਬਣਤਰ ਜੀ ਸਮਝ ਆਉਣ ਲੱਗ ਪੈਂਦੀ ਹੈ ਵੀ ਕੰਮ ਕਿੱਦਾਂ ਕਰਦੇ ਆ। ਦੇਖੋ, ਇੱਕ ਸਟੇਟ ਪਾਲਿਸੀ ਹੁੰਦੀ ਆ, ਇੱਕ ਐਡਮਿਨਿਸਟ੍ਰੇਸ਼ਨ ਹੈ। ਸਟੇਟ ਪਾਲਿਸੀ ਅਮਰੀਕਾ ਦੀ ਦੇਖਣੀ ਪਊਗੀ ਕਿ ਇੰਡੀਆ ਦੇ ਪ੍ਰਤੀ ਕੀ ਚੱਲ ਰਹੀ ਹੈ। ਉਹ ਪ੍ਰੋ ਕਾਰਪੋਰੇਟ ਪਾਲਿਸੀ ਜਿਹੜੀਆਂ ਹੈਗੀਆਂ ਨੇ, ਕਿਸੇ ਵੀ ਐਸਟੈਬਲਿਸ਼ਮੈਂਟ ਜਿਹੜੀ ਕਿ ਉੱਥੇ ਐਸਟੈਬਲਿਸ਼ ਹੁੰਦੀ ਆ, ਉਹਦੀ ਸਪੋਰਟ ਕਰਦੀਆਂ ਨੇ। ਕਾਫੀ ਸਮੇਂ ਤੋਂ ਆਪਾਂ ਦੇਖ ਰਹੇ ਹਾਂ, ਉਹ ਚਾਹੇ ਮਨਮੋਹਨ ਸਿੰਘ ਹੋਣੀ ਸੀਗੇ, ਉਹ ਚਾਹੇ ਮਿਸਟਰ ਮੋਦੀ ਆ। ਜਿਹੜੀ ਅਮਰੀਕਨ ਸਟੇਟ ਪਾਲਿਸੀ ਆ, ਉਹ ਉਸੇ ਤਰੀਕੇ ਨਾਲ ਵਰਕ ਕਰ ਰਹੀ ਆ। ਆਪਾਂ ਨੂੰ ਕਿਤੇ ਕਿਤੇ ਲੱਗਣ ਲੱਗ ਪੈਂਦਾ ਵੀ ਹੁਣ ਮੋਦੀ ਦਾ ਜ਼ੋਰ ਪੈ ਗਿਆ, ਪਤਾ ਨਹੀਂ ਅਮਰੀਕਾ ਹੁਣ ਜ਼ਿਆਦਾ ਸਪੋਰਟ ਕਰਨ ਲੱਗ ਪਿਆ ਟਰੰਪ ਕਰਕੇ, ਪਰ ਨਹੀਂ, ਉਹਨਾਂ ਦੀ ਬੇਸਿਕ ਪਾਲਿਸੀ ਉਹਦੀ ਚੱਲ ਰਹੀ ਆ। ਉਹ ਚਾਹੇ ਓਬਾਮਾ ਵੀ ਗਿਆ ਸੀਗਾ, ਚਾਹੇ ਟਰੰਪ ਸੀਗਾ, ਉਸ ਤੋਂ ਪਹਿਲਾਂ ਜਿੱਥੋਂ ਮਰਜ਼ੀ ਲਾ ਲਓ ਬੁਸ਼ ਸੀਗਾ। ਹੁਣ ਚੱਕਰ ਕੀ ਆ ਕਿ ਜਿਹੜੀ ਹਿਊਮਨ ਰਾਈਟਸ ਦੀ ਗੱਲ ਹੈਗੀ ਆ, ਹਿਊਮਨ ਰਾਈਟਸ ਦੇਖ ਲਓ, ਇਹ ਇੱਕ ਇਹੋ ਜਿਹਾ ਮੈਂ ਸਮਝਦਾ ਕਿ ਮਾਪ ਤੋਲ ਆ ਜਿੱਥੇ ਹਰ ਮੁਲਕ ਆਪਣੇ ਹਿਸਾਬ ਨਾਲ ਮਾਪ ਦਾ ਤੋਲਦਾ ਤੇ ਸਪੋਰਟ ਤੇ ਨਾ ਸਪੋਰਟ ਕਰਦਾ। ਅਮਰੀਕਾ ਵੀ ਉਦਾਂ ਹੀ ਹੈ। ਹੁਣ ਜਿਹੜੀ ਉੱਥੇ ਦੀ ਗੱਲ ਹੈ ਨਾ ਵੀ ਆਪਣੇ ਇਹ ਆਪਾਂ ਥੋੜੀਆਂ ਜਿਹੀਆਂ ਗੱਲਾਂ ਮੈਨੂੰ ਐਂ ਲੱਗਦਾ ਕਿ ਜੇ ਇਮੈਚਿਓਰਲੀ ਕਰ ਰਹੇ ਆ, ਇਮੈਚਿਓਰ ਦੀ ਮਤਲਬ ਪ੍ਰੀਮੈਚਿਓਰ ਕਰ ਰਹੇ ਆ ਟਾਈਮ ਤੋਂ ਪਹਿਲਾਂ। ਇਹਦਾ ਫੈਸਲਾ ਇਹ ਨਹੀਂ ਹੈਗਾ ਵੀ ਫਰੀਦ ਜ਼ਕਾਰੀਆ ਨੇ ਕਹਿਤਾ, ਟਾਈਮ ਮੈਗਜ਼ੀਨ ਨੇ ਛਾਪਤਾ ਹੋਰ ਛਾਪਤਾ। ਉਹਦੇ ਚ ਆਪਣੇ ਬੰਦਿਆਂ ਦਾ ਬਿਲਕੁਲ, ਮੇਰੇ ਪਹਿਲੇ ਭਾਈ ਸਾਹਿਬ ਗੱਲ ਕਰਕੇ ਗਏ ਆ। ਦੇਖੋ, ਜੇ ਮੋਰਚੇ ਨੂੰ ਧਿਆਨ ਨਾਲ ਦੇਖਣਾ ਨਾ ਤਾਂ ਅਮਰੀਕਾ ਤੇ ਇੰਗਲੈਂਡ ਦੇ ਵਿੱਚੋਂ ਸਾਰਿਆਂ ਨਾਲੋਂ ਵੱਧ ਐਕਟਿਵਿਜ਼ਮ ਹੋਇਆ। ਬਿਲਕੁਲ ਹੋਇਆ। ਠੀਕ ਹੈ ਜੀ। ਔਰ ਜੇਕਰ ਆਪਾਂ ਇੱਥੇ ਵੀ ਬਹੁਤ ਗਿਣਤੀ 'ਚ ਬੈਠੇ, ਪਰ ਆਪਣਾ ਹਜੇ ਵੀ ਹੈਗਾ ਹੈ, ਪਰ ਉਸ ਲੈਵਲ ਦਾ ਜਿੰਨਾ ਆਪਣਾ ਇੱਥੇ ਇਕੱਠ ਹੈ ਤੇ ਜਿੰਨੀ ਆਪਣੀ ਪੋਲੀਟੀਕਲ ਅਪਰੋਚ ਹੈ। ਸਾਡੀ ਸਰਕਾਰ ਦਾ ਵੀ ਕਾਰਨ ਹੋ ਸਕਦਾ ਹੈ, ਉਹ ਦੇਸ਼ਾਂ ਦੀਆਂ ਸਰਕਾਰਾਂ ਦਾ ਦੁਨੀਆ ਦੇ ਜੀਓ ਪੋਲੀਟੀਕਲ 'ਚ ਫਰਕ ਬਹੁਤ ਹੈ। ਬਿਲਕੁਲ ਠੀਕ। ਹਾਂਜੀ, ਬਿਲਕੁਲ, ਮੈਂ ਬਿਲਕੁਲ ਸਹਿਮਤ ਹਾਂ, ਪਰ ਇਹਦਾ ਹਜੇ ਆਪਾਂ ਨੂੰ 100 ਦਿਨ ਹੋਇਆ, ਇਹ ਮੋਰਚਾ ਵੀ ਲੰਬਾ ਚੱਲਣਾ। ਮੈਂ ਤਾਂ ਪਰਮਾਤਮਾ ਅੱਗੇ ਇਹ ਅਰਦਾਸ ਰੋਜ਼ ਕਰਦਾ ਵੀ ਸਾਡੇ ਜਿਹੜੇ ਕਿਸਾਨ ਵੀਰ ਹੈਗੇ ਆ, ਉਹ ਰਲ ਕੇ ਮਿਲ ਕੇ ਕੁਛ ਲੈ ਲੈਣ ਇਸ ਦੇ ਵਿੱਚੋਂ। ਨਹੀਂ ਤਾਂ ਜਿਹੜੀ ਇਹਦੀ ਨਮੋਸ਼ੀ ਆ, ਆਪਾਂ ਉੱਥੋਂ ਦੋਨੇ ਜਾਣੇ 90ਵਿਆਂ ਚੋਂ ਆਏ ਹਾਂ। ਬਿਲਕੁਲ ਠੀਕ ਹੈ ਨਾ। ਉਹਨੇ ਆਪਾਂ ਨੂੰ 30 ਸਾਲ ਉੱਠਣ ਨਹੀਂ ਦਿੱਤਾ। ਅੱਜ ਜੇ ਹੁਣ ਇਸ ਮੋਰਚੇ 'ਚ ਆਪਣੀ ਕੁਛ ਵੀ ਫੇਲਰ ਹੁੰਦੀ ਹੈ, ਕਿਸੇ ਕਾਰਨ ਕਰਕੇ, ਕਿਸੇ ਬੰਦਿਆਂ ਕਰਕੇ, ਕੋਈ ਵੀ ਚੀਜ਼ ਹੁੰਦੀ ਆ, ਉਹਦੇ ਜ਼ਿੰਮੇਵਾਰ ਆਪਾਂ ਸਾਰੇ ਹੀ ਹੋਵਾਂਗੇ। ਬਿਲਕੁਲ ਠੀਕ ਹੈ। ਬਿਲਕੁਲ। ਥੈਂਕ ਯੂ ਜੀ। ਥੈਂਕ ਯੂ। ਕ੍ਰਾਂਤੀਕਾਰੀ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਪਹਿਲਾਂ ਤਾਂ ਵੀਰੇ ਮੈਂ ਨੰਬਰ 1 ਤੇ ਜਿਹੜਾ ਆਪਣਾ ਔਰਤਾਂ ਨੇ ਸੰਘਰਸ਼ ਕਰਕੇ ਔਰਤ ਦਿਵਸ ਲੈ ਕੇ ਆਂਦਾ ਹਨਾ, ਹੱਕ ਸਾਨੂੰ ਦਿਵਾਏ, ਉਹਨਾਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਉਹਨਾਂ ਔਰਤਾਂ ਨੂੰ ਦਿਲੋਂ ਪ੍ਰਣਾਮ
ਤੇ ਬਾਕੀ ਸਾਰਿਆਂ ਨੂੰ ਔਰਤ ਦਿਵਸ ਤੇ ਵਧਾਈ ਹੋਵੇ। ਚਲੋ ਨੰਬਰ 2 ਤੇ ਹੁਣ ਸਾਡਾ 100 ਤੋਂ ਵੱਧ ਉੱਪਰ ਚਲਿਆ ਗਿਆ ਨਾ ਪ੍ਰੋਟੈਸਟ ਦਾ, ਤੇ ਜਿਹੜੇ ਬੰਦੇ ਸਾਡੇ ਸ਼ਹੀਦ ਹੋ ਗਏ ਆ ਉਹਨਾਂ ਨੂੰ ਪ੍ਰਣਾਮ, ਤੇ ਜਿਨ੍ਹਾਂ ਨੇ ਵਰਲਡ ਵਾਈਡ ਮਾੜਾ ਜਿਹਾ ਕਣਕੇ ਤੋਂ ਲੈ ਕੇ ਵੀ ਸ਼ਹੀਦੀਆਂ ਦਿੱਤੀਆਂ ਸਾਰਿਆਂ ਨੂੰ ਮੈਂ ਵਿੱਚ ਕਵਰ ਕਰਦਾ, ਉਹਨਾਂ ਦਾ ਵੀ ਦਿਲੋਂ ਧੰਨਵਾਦ। ਹੁਣ ਨੰਬਰ 3 ਤੇ ਆਉਂਦੇ ਆ ਵੀਰ ਜੀ, ਆਪਾਂ ਜਿਹੜੀ ਹੁਣ ਇੱਥੇ ਸਾਡੇ ਸਿੱਖ ਚਿੰਤਕ ਆ ਜਿਉਂ ਸਵੇਰ ਤੋਂ ਲੈ ਕੇ ਸਾਨੂੰ ਦੱਸਣ ਲੱਗਦੇ ਵੀ ਆਏ ਆ ਰਾਈਟ, ਮੇਰੀ ਪਾਰਟੀ ਬੀਜੇਪੀ, ਮੇਰੀ ਪਾਰਟੀ ਵੀ, ਜਾਂ ਤਾਂ ਤੁਹਾਡੀ ਪਾਰਟੀ ਨੂੰ ਸਮਝਾਓ ਵੀ ਭਾਈ ਹੱਲ ਕਰੋ। ਹੁਣ ਇਹ ਐਂ ਕਹਿ ਜਾਂਦੇ ਬੰਦੇ, ਸਾਨੂੰ ਕਹਿੰਦੇ ਬਾਈ ਇਹਨਾਂ ਦਾ ਵੀ ਘਰਾਓ ਕਰਨਾ, ਇੱਥੇ ਵੀਰ ਜੀ ਕਲੇਸ਼ ਪਊਗਾ, ਸਮਝੋ। ਬੀਜੇਪੀ ਵਾਲਿਆਂ ਨੂੰ ਵੀ ਕਹਿੰਦਾ ਮੈਂ ਸਰ ਸਮਝ ਕੇ ਕੁਛ ਨਾ ਕੁਛ ਕਰੋ, ਇਹ ਗੱਲਾਂ ਨਾ ਕਰੋ ਆ ਕੇ ਵੀ ਸਾਡੀ ਸਰਕਾਰ ਸਾਡੀ ਪਾਰਟੀ ਪਲੀਜ਼। ਤੇ ਨੰਬਰ 4 ਤੇ ਜਿਹੜੀ ਮੈਂ ਗੱਲ ਕਹਿਣ ਜਾਣ ਲੱਗਿਆ, ਜੇ ਕਿਸੇ ਰੇਡੀਓ ਸਟੇਸ਼ਨ ਵਾਲੇ 'ਚ ਵੀ ਹਿੰਮਤ ਹੈਗੀ ਆ, ਹੋਸਟ ਵੀ ਹੈਗੀ ਆ, ਉਹ ਆਪਦਾ ਉਹੋ ਜਿਹਾ ਹੋਮਵਰਕ ਕਰਕੇ ਦਿਖਾ ਗਏ, ਅਸੀਂ ਉਹਨੂੰ ਵੀ ਇਹ ਕਵਾਂਗੇ। ਤੇ ਅਸੀਂ ਪਰ ਹੁਣ ਅਸੀਂ ਹਰਜੀਤ ਬਾਈ ਨੂੰ ਹੀ ਕਹਿੰਦੇ ਆ, ਹਰਜੀਤ ਬਾਈ ਜਿੰਦਾਬਾਦ। ਥੈਂਕ ਯੂ ਡਾਕਟਰ ਸਾਹਿਬ। ਲਾਈਨ ਨੰਬਰ 1 ਜੰਡੀ ਸਾਹਿਬ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ। ਗਿੱਲ ਸਾਹਿਬ ਜਿਹੜੀ ਹੈਗੀ ਆ ਬਰਾੜ ਸਾਹਿਬ ਦੀ ਮੈਂ ਸਾਰੀ ਸੁਣੀ ਇੰਟਰਵਿਊ ਆ, ਉਹਦੇ ਜਿਹੜੀ ਪ੍ਰੋਬਲਮ ਆਪਣੀ ਜਿਹੜੀ ਕਿ ਆਪਾਂ ਸਦਾ ਹੀ ਕਰਦੇ ਆ, ਜਿਹੜੀ ਸਿੱਖਾਂ ਦੀ ਫਿਲਾਸਫੀ ਆ ਬਹੁਤ ਵਧੀਆ ਫਿਲਾਸਫੀ ਆ, ਪਰ ਉਹ ਇੱਕ ਟੈਕਸਟ ਬੁੱਕ ਤੋਂ ਬਾਹਰ ਨਹੀਂ ਆਈ। ਤਾਂ ਮੇਰੇ ਖਿਆਲ 'ਚ ਆਪਣੇ ਲਾਈਫ ਟਾਈਮ 'ਚ ਨਾ ਕਦੀ ਆਉਣੀ ਹੈ। ਇਸ ਕਰਕੇ ਆਪਾਂ ਨੂੰ ਜੇ ਕਿਸੇ ਬੰਦੇ ਨੂੰ ਸੋਚਣਾ ਚਾਹੀਦਾ ਤਾਂ ਉਹਨੂੰ ਇਹ ਸੋਚਣਾ ਚਾਹੀਦਾ ਵੀ ਉਹ ਜਿਹੜੀ ਫਿਲਾਸਫੀ ਆ ਉਹਨੂੰ ਇੱਕ ਟੈਕਸਟ ਬੁੱਕ ਫਿਲਾਸਫੀ ਤੋਂ ਬਾਹਰ ਕੱਢ ਕੇ ਬਾਹਰ ਲਿਆਂਦਾ ਜਾਵੇ। ਫਿਰ ਆਪਾਂ ਕਹਿ ਸਕਦੇ ਹਾਂ ਸਾਊਥ ਈਸਟ ਏਸ਼ੀਆ ਕਿ ਆਪਾਂ ਦੁਨੀਆ ਦੇ ਰਾਜ ਕਰ ਸਕਦੇ ਹਾਂ, ਪਰ ਪ੍ਰੋਬਲਮ ਆਪਣੀ ਉੱਥੇ ਹੀ ਖੜੀ ਆ, ਉੱਥੇ ਹੀ ਖੜੀ ਰਹਿਣੀ ਆ, ਕਿਉਂਕਿ ਆਪਣੇ ਜਿੰਨੇ ਵੀ ਚਿੰਤਕ ਆ ਉਹ ਕੋਈ ਵੀ ਬੰਦਾ ਇਸ ਚੀਜ਼ ਦੀ ਅਟੈਂਪਟ ਨਹੀਂ ਕਰਦਾ ਵੀ ਇਹਨੂੰ ਆਪਾਂ ਬਾਹਰ ਲਿਆਈਏ। ਹੁਣ ਜਿੱਦਾਂ ਮਤਲਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ਼ਾਇਦ ਤੁਸੀਂ ਕੱਲ ਦੇਖਿਆ ਹੋਣਾ, ਉਹਨੇ ਜਿਹੜਾ ਕਿਡਨੀ ਹਸਪੀਟਲ ਬਣਾਇਆ, ਜੇ ਆਪਾਂ ਉਹ ਇੱਕ ਸਿੱਖ ਫਿਲਾਸਫੀ ਦਾ ਹਿੱਸਾ ਆ, ਬਹੁਤ ਵੱਡਾ ਹਿੱਸਾ ਆ। ਜੇ ਤੁਸੀਂ ਕੱਲ ਇੱਕ ਟਕੈਤ ਦੀ ਕਿਤੇ ਹੁਣ ਹੋਰ ਜਗ੍ਹਾ ਜਾ ਕੇ ਸਪੀਚ ਦਿੱਤੀ, ਉਹ ਵੀ ਸੁਣੋ ਨਾ ਬਈ। ਮਤਲਬ ਇਸ ਚੀਜ਼ ਨੂੰ ਮੋਹਰੇ ਲਿਆਉਣ ਦੀ ਲੋੜ ਆ। ਬਰਾੜ ਸਾਹਿਬ ਕਿਤਾਬਾਂ ਲਿਖਿਆ ਕੁਛ ਨਹੀਂ ਬਣਨਾ, ਨਥਿੰਗ ਵਿਲ ਚੇਂਜ, ਕਿਉਂਕਿ ਕਿਤਾਬ ਕੋਈ ਪੜ੍ਹਦਾ ਨਹੀਂ। ਬਰਾੜ ਸਾਹਿਬ ਨੂੰ ਚਾਹੀਦਾ, ਹੀ ਇਜ਼ ਗੁੱਡ, ਮਤਲਬ ਵਧੀਆ ਚਿੰਤਕ ਆ, ਉਹਨਾਂ ਨੂੰ ਚਾਹੀਦਾ ਮੋਹਰੇ ਆ ਕੇ, ਨਾ ਕਿ ਉਹ ਕਿਸੇ ਦੀ ਪਿੱਠ ਪਿੱਛੇ ਜਿੱਦਾਂ ਵੱਡੇ ਪਹਿਲੋਂ ਭਾਜੀ ਕਹਿ ਕੇ ਗਏ ਆ, ਹੀ ਡਜ਼ਨਟ ਨੀਡ ਟੂ ਪਲੇ ਦੈਟ ਗੇਮ, ਹੀ ਕੈਨ ਕਮ ਅਪ ਫਰੰਟ, ਸਾਰਾ ਯੂਥ ਉਹਦੇ ਨਾਲ ਖੜੂਗਾ, ਹੀ ਇਜ਼ ਇੰਟੈਲੀਜੈਂਟ, ਠੀਕ ਆ, ਉਹ ਉਹਨੂੰ ਨਾਲ ਲੈ ਸਕਦਾ। ਉਹ ਜਿਹੜੀ ਇੱਕ ਟੈਕਸਟ ਬੁੱਕ ਫਿਲਾਸਫੀ ਆ, ਉਹਨੂੰ ਰੀਅਲਿਸਟਿਕ ਫਿਲਾਸਫੀ ਬਣਾਉਣਾ ਆਪਾਂ ਨੂੰ ਪੈਣਾ, ਭਾਵੇਂ ਇੱਕ ਛੋਟੇ ਜਿਹੇ ਸਟੈਪਾਂ ਤੋਂ ਸ਼ੁਰੂ ਕਰੀਏ ਜਿੱਦਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਕੀਤਾ। ਉਹ ਚੀਜ਼ ਨੂੰ ਚਲੋ ਆਪਣੇ ਲਾਈਫ ਟਾਈਮ 'ਚ ਨਹੀਂ, ਆਪਣੀਆਂ ਨੈਕਸਟ ਜਨਰੇਸ਼ਨ ਦੇ ਵਿੱਚ ਉਹ ਟੈਕਸਟ ਬੁੱਕ ਤੋਂ ਬਾਹਰ ਆ ਕੇ ਇੱਕ ਆਮ ਫਿਲਾਸਫੀ ਬਣ ਜਾਊਗੀ। ਈਵਨ ਜਿਹੜੇ ਲੰਗਰ ਕਰੋਨਾ ਦੇ ਟਾਈਮ ਤੇ ਚੱਲੇ ਆ ਅਮਰੀਕਾ 'ਚ, ਕੈਨੇਡਾ 'ਚ, ਨਿਊਜ਼ੀਲੈਂਡ 'ਚ, ਉਹਨਾਂ ਨੇ ਬਹੁਤ ਵੱਡਾ ਇੰਪੈਕਟ ਪਾਇਆ। ਥੈਂਕ ਯੂ ਵੀਰ ਜੀ। ਜੇ ਆਪਾਂ ਕਹੀਏ ਲੋਕੀ ਅੱਜ ਖੜੇ, ਉਹ ਆਪਾਂ ਨੇ ਆਪਣੇ ਨਾਲ ਉਸ ਕਰਕੇ ਖੜੇ ਆ ਸਿੱਖਾਂ ਨਾਲ। ਥੋੜਾ ਜਿਹਾ ਸਮਾਂ ਘੱਟ ਹੈ ਜੀ ਮੇਰੇ ਕੋਲ। ਰਾਮ ਪ੍ਰਸਾਦ ਜੀ, ਲਾਈਨ ਨੰਬਰ 2 ਆਖਰੀ ਕਾਲਰ ਹੋ ਤੁਸੀਂ। ਹੈਲੋ ਜੀ ਸਰ, ਮੈਂ ਕੁਐਸਚਨ ਸੀ, ਮੈਂ 2-3 ਵਾਰੀ ਕਾਲ ਕੀਤੀ, ਮੈਂ ਰੇਡੀਓ ਸਟੇਸ਼ਨ ਆਪਣੇ ਫੋਨ ਨੰਬਰ ਤੇ ਸੁਣਨਾ ਚਾਹੁੰਦਾ ਸੀ, ਉਹ ਕਹਿੰਦੇ ਸੀ 10-15 ਦਿਨ ਤੱਕ ਪਤਾ ਕਰ ਲੈਣਾ, ਮੈਂ ਉਸ ਕਰਕੇ ਜਾਣਨਾ ਪ੍ਰਸਾਦ ਜੀ ਹਾਲੇ ਉਹ ਲਾਈਨ ਲਿਸਨਰ ਲਾਈਨ ਲੱਗੀ ਨਹੀਂ, ਲੱਗ ਜਾਏਗੀ ਜੀ, ਛੇਤੀ ਲਾ ਦਾਂਗੇ। ਐਕਸਪੈਕਟਡ ਕਿੰਨੇ ਕੁ ਦਿਨਾਂ ਤੱਕ ਪਤਾ ਕਰਨਾ? ਵਿਦਨ ਵੀਕ ਜੀ, ਵਿਦਨ ਵੀਕ ਲਵਾ ਦਿੰਦੇ ਆ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਰਾਮ ਪ੍ਰਸਾਦ ਜੀ, ਥੈਂਕ ਯੂ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਅਖੀਰ ਦੇ ਵਿੱਚ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜੁੜਿਆ ਕਰੋ, ਆਪਣਾ ਵਿਊ ਦਿਆ ਕਰੋ, ਪ੍ਰੋਗਰਾਮ ਸੁਣਿਆ ਕਰੋ, ਅੱਗੇ ਭੇਜਿਆ ਕਰੋ, ਤੇ ਐਡਵਰਟਾਈਜ਼ਮੈਂਟ ਲਈ ਵੀ 604 729 1224 ਇਸ ਨੰਬਰ ਤੇ ਮੈਨੂੰ ਟੈਕਸਟ ਕਰਿਓ। ਤੁਹਾਨੂੰ ਗਾਹ ਮੈਂ ਸਾਡੀ ਜਿਹੜੀ ਐਡਵਰਟਾਈਜ਼ਮੈਂਟ ਡਿਪਾਰਟਮੈਂਟ ਹੈ ਉਹ ਕੰਮ ਕਰੇਗੀ। ਰੱਬ ਰੱਖਾ, ਤੇ ਕੱਲ ਨੂੰ ਫੇਰ 9 ਵਜੇ ਆਉਣਾ ਜੀ।